ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਮਨਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਤਾਬ ਖਾਲਿਸਤਾਨ ਉਸ ਦਾ ਸੰਕਲਪ ਅਤੇ ਪ੍ਰਣਾਲੀ ਭਾਗ 5ਵਾਂ ਪੰਨਾ ਨੰਬਰ 123। ਲੋਹਗੜ੍ਹ ਸੱਭਿਅਤਾ ਦੀ ਪਰੰਪਰਾ ਦਾ ਵਿਕਾਸ ਰਾਜ ਦਾ ਗੁਰਮਤ ਸੰਕਲਪ। 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਉਸ ਵੇਲੇ ਦੇ ਮੁਖਲਿਸਗੜ੍ਹ ਵਿਖੇ ਕਿਲੇ ਨੂੰ, ਜਿਸ ਦਾ ਨਿਰਮਾਣ ਸ਼ਾਹਜਹਾਂ ਮੁਗਲ ਸਮਰਾਟ ਦੇ ਅਮੀਰ ਨੇ ਕੀਤਾ ਸੀ, ਨੂੰ ਫਤਿਹ ਕਰ ਆਪਣੀ ਦਰਿਆ ਯਮਨਾ ਅਤੇ ਰਾਵੀ ਵਿਚਲੀ ਵਿਸ਼ਾਲ ਸਲਤਨਤ, ਜਿਸ ਦੀ ਸਾਲਾਨਾ ਮਾਲੀਏ ਦੀ ਆਮਦਨ 60 ਲੱਖ ਰੁਪਏ ਸੀ, ਪੰਥ ਖਾਲਸੇ ਦੀ ਰਾਜਧਾਨੀ ਬਣਾਇਆ। ਇੱਥੇ ਆਪਣੀ ਫੌਜੀ ਛਾਣਵੀ ਬਣਾ 60,000 ਘੋੜਸਵਾਰ ਅਤੇ ਪੈਦਲ ਸੈਨਾ ਅਸਥਾਪਿਤ ਕਰ ਰਾਜਧਾਨੀ ਦਾ ਨਾਮ ਰੱਖਿਆ ਲੋਹਗੜ੍ਹ, ਜਿਸ ਨੂੰ ਅੱਜ ਸਢੌਰਾ ਕਿਹਾ ਜਾਂਦਾ ਹੈ। ਇਹ ਜ਼ਿਲ੍ਹਾ ਅੰਬਾਲਾ ਵਿੱਚ ਅੰਬਾਲੇ ਤੋਂ ਨਾਰਾਇਣਗੜ੍ਹ ਸੜਕ ਤੇ ਅੱਗੋਂ ਲਿੰਕ ਰਾਹ ਜੋ ਸਿੱਧਾ ਸਢੌਰਾ ਜਾਂਦਾ ਹੈ ਵਿਖੇ ਹੈ। ਅੰਬਾਲੇ ਤੋਂ ਸੜਕ ਰਾਹੀਂ ਦੂਰੀ ਲਗਭਗ 58 ਕਿਲੋਮੀਟਰ ਹੈ। ਪੰਥ ਖਾਲਸੇ ਦੀ ਸਲਤਨਤ ਦੀ ਇਸ ਧਰਤੀ ਤੇ ਪੁੱਜਣ ਲਈ 10 ਕਿਲੋਮੀਟਰ ਪੈਦਲ ਤੁਰਨਾ ਪੈਂਦਾ ਹੈ। ਇਸ ਸਥਾਨ ਤੇ ਪੁੱਜਣ ਤੋਂ ਪਹਿਲਾਂ ਬਰਸਾਤੀ ਨਾਲੇ ਪਾਰ ਕਰਨੇ ਪੈਂਦੇ ਹਨ। ਮੈਨੂੰ ਕੋਈ ਹੈਰਾਨੀ ਨਹੀਂ ਕਿ ਇਸ ਸਥਾਨ ਵੱਲ ਸਿੱਖ ਕੌਮ ਨੇ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ। ਇਹ ਸਿੱਖ ਕੌਮੀਅਤਾਂ ਦੇ ਲੋਕ ਰਾਜੀ ਗਣਰਾਜ ਦੀ ਪਹਿਲੀ ਲੋਕਤੰਤਰੀ ਰਾਜਧਾਨੀ ਸੀ। ਇਸ ਲਈ ਇਸ ਤੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸਮੇਤ ਉਸ ਵਕਤ ਸਰਗਰਮ ਸਾਰੀਆਂ ਹੀ ਸੁਚੇਤ ਧਿਰਾਂ ਨੂੰ ਧਿਆਨ ਦੇਣਾ ਚਾਹੀਦਾ ਸੀ। ਹੁਣ ਪੰਜਾਬ ਦੀ ਵੰਡ ਤੋਂ ਬਾਅਦ ਵੀ ਇਸ ਸਥਾਨ ਤੇ ਕਿਸੇ ਕਮੇਟੀ ਕਾਰ ਸੇਵਾ ਵਾਲੇ ਦਾ ਧਿਆਨ ਨਹੀਂ ਹੈ। ਇਹ ਇਸ ਕਰਕੇ ਕਿ ਇਹ ਸਿੱਖ ਕੌਮ ਦੀ ਲੋਕਤੰਤਰੀ ਰਾਜ ਪ੍ਰਣਾਲੀ ਦੀ ਸੁਤੰਤਰ ਸਰਬ ਸੱਤਾ ਧਾਰੀ ਹੋਂਦ ਅਤੇ ਅੱਡਰੀ ਗਣਰਾਜੀ ਰਾਜ ਪ੍ਰਣਾਲੀ ਦੀ ਹੋਂਦ ਨੂੰ ਸਵੀਕਾਰਨਾ ਹੀ ਨਹੀਂ ਚਾਹੁੰਦੇ। ਇਸ ਲਈ ਅਜਿਹੇ ਸਥਾਨਾਂ ਤੇ ਕਾਰ ਸੇਵਾ ਕਿਉਂ ਕਰਨ ਜੋ ਸਿੱਖਾਂ ਨੂੰ ਉਹਨਾਂ ਦੀ ਸੁਤੰਤਰ, ਆਜ਼ਾਦ, ਵਿਲੱਖਣ ਅਤੇ ਪ੍ਰਭੂ ਸੱਤਾ ਸੰਪੰਨ ਹੋਣ ਦਾ ਸੰਕਲਪ ਧਾਰੀ ਬਣਾਉਂਦੀਆਂ ਹੋਣ। ਸਿੱਖ ਕੌਮੀਅਤਾਂ ਦੇ ਸਰਬ ਸੱਤਾ ਧਾਰੀ ਰਾਸ਼ਟਰੀ ਪ੍ਰਭੁਤਾ ਦੇ ਇਹ ਲੋਕ ਸਭ ਵਿਰੋਧੀ ਬਣ ਕੇ ਖੜੇ ਹਨ। ਇਸ ਲਈ ਮੈਨੂੰ ਕੋਈ ਹੈਰਾਨੀ ਨਹੀਂ ਹੈ ਕਿ ਹੁਣ 300 ਸਾਲਾਂ ਸਰਹੰਦ ਫਤਿਹ ਦਿਵਸ ਮਨਾ ਲੈਣ ਤੋਂ ਬਾਅਦ ਵੀ ਇਹ ਅਸਲ ਸਥਾਨ ਜੋ ਸਰਹੰਦ ਦੀ ਫਤਿਹ ਤੋਂ ਬਾਅਦ ਪੰਥ ਖਾਲਸੇ ਦੀ ਪਹਿਲੀ ਲੋਕਤੰਤਰੀ ਪ੍ਰਭੂ ਸੱਤਾ ਧਾਰੋਂ ਸੁਤੰਤਰ ਸਰਕਾਰ ਦੀ ਰਾਜਧਾਨੀ ਬਣਿਆ, ਇਕੱਲਾ ਅਤੇ ਇਕਾਂਤਵਾਸ ਵਿੱਚ ਪੰਥ ਨੇ ਫਿਰ ਛੱਡ ਦਿੱਤਾ। ਉਹ ਸਥਾਨ ਜਿੱਥੋਂ ਖਾਲਸੇ ਦੇ ਰਾਜ ਦਾ ਸਿੱਕਾ ਜਾਰੀ ਹੋਇਆ, ਜਿੱਥੇ ਟਕਸਾਲ ਲੱਗੀ ਅਤੇ ਜਿੱਥੋਂ ਖਾਲਸੇ ਦੀ ਪਾਤਸ਼ਾਹੀ ਦੀ ਮੋਹਰ ਲੱਗੇ ਫੁਰਮਾਨ ਜਾਰੀ ਹੋਏ, ਉਸ ਸਥਾਨ ਨੂੰ ਭੁੱਲ ਕੇ ਸਿਰਫ ਚੱਪੜ ਚਿੜੀ ਦੀ ਯਾਦ ਵਿੱਚ ਹੀ ਸਭ ਕੁਝ ਗਵਾ ਲੈਣਾ ਸਿੱਖਾਂ ਦੀ ਆਪਣੀ ਰਾਜ ਸੰਪ੍ਰਭੂਤਾ ਤੋਂ ਅਣਜਾਣ ਰਹਿਣ ਦੀ ਸੱਜਰੀ ਮਿਸਾਲ ਹੈ। ਫਿਰ ਸਿੱਖ ਗੁਲਾਮੀ ਵਿੱਚ ਧੱਕੇ ਕਿਉਂ ਨਾ ਖਾਣ ਤੇ ਹਿੰਦੂਤਵ ਆਪਣੀ ਗੜਵੀ ਖੜਕਾ ਕੇ ਇਹਨਾਂ ਨੂੰ ਪੈਰਾਗੀ ਕਿਉਂ ਨਾ ਬਣਾ ਕੇ ਜਾਵੇ। ਸਿੱਖਾਂ ਨੇ ਆਪਣੇ ਕਿਰਦਾਰ ਅਤੇ ਇਖਲਾਕ ਤੋਂ ਸਾਬਤ ਕਰ ਦਿਖਾਇਆ ਹੈ ਕਿ ਉਹ ਚੁਰਾਹੇ ਤੇ ਖਿਲਾਰ ਕੇ ਚਪੇੜਾਂ ਖਾਣ ਦੇ ਆਦੀ ਹੋ ਗਏ ਹਨ। ਉਪਰੋਕਤ ਦੱਸੀ ਥਾਂ ਸਿੱਖਾਂ ਲਈ ਆਮ ਤੌਰ ਤੇ ਓਪਰੀ ਜਿਹੀ ਬਣੀ ਹੋਈ ਹੈ, ਇਸ ਲਈ ਮੈਂ ਉਪਰੋਕਤ ਵਰਣਨ ਦੇਣਾ ਜ਼ਰੂਰੀ ਸਮਝਿਆ ਹੈ। ਲੋਹਗੜ੍ਹ ਦੀ ਖਾਲਸਾਈ ਪਿਰਤ ਵਿੱਚ ਆਪਣੀ ਹੀ ਵਿਲੱਖਣ ਸਿਧਾਂਤਕ ਖਾਲਸਤਾਈ ਮਹੱਤਤਾ ਹੈ। ਲੋਹਗੜ੍ਹ ਖਾਲਸਾਈ ਰਾਜ ਸੱਤਾ ਦਾ ਆਦਿ ਕੇਂਦਰ ਬਣ ਇਤਿਹਾਸ ਦੀ ਹਿੱਕ ਤੇ ਸਿੱਖ ਰਾਜ ਸੱਤਾ ਦੇ ਸੰਕਲਪ ਨੂੰ ਹਮੇਸ਼ਾ ਵੰਗਾਰਦਾ ਰਿਹਾ ਹੈ। ਇਸ ਵੰਗਾਰ ਦਾ ਮੁੱਢ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖਿਆ। ਚੱਕ ਰਾਮਦਾਸਪੁਰ ਤੋਂ ਅੰਮ੍ਰਿਤਸਰ ਤੱਕ ਸਿੱਖੀ ਦੇ ਸ਼ਹਿਰੀਕਰਨ ਦੇ ਧਰੂਵੀਕਰਨ ਦੀ ਵਿਕਾਸਾਤਮਕ ਪ੍ਰਕਿਰਿਆ ਵਿੱਚ ਢਾਂਚਾਗਤ 52 ਕਿਸਮਾਂ ਦੀ ਕਿੱਤਾ ਮੁਖੀ ਕਿਰਤ ਸੱਭਿਆਚਾਰ ਵਿੱਚ ਉਦਯੋਗਿਕ ਵਿਕਾਸ ਅਤੇ ਦਰਾਮਦ ਬਰਾਮਦ ਦੇ ਵਪਾਰ ਦੀ ਨਿਵੇਕਲੀ ਸਿਧਾਂਤ ਆਧਾਰਿਤ ਤਜਾਰਤ ਦੇ ਰੋਲ ਮਾਡਲ ਦੀ ਮੌਲਿਕ ਅਤੇ ਅਲੌਕਿਕ ਪ੍ਰਣਾਲੀ ਦੇ ਵਿਕਾਸ ਵਿੱਚ ਸਿੱਖ ਗੁਰੂ ਸਾਹਿਬਾਨ ਨੇ ਲੰਗਰ, ਪੰਗਤ, ਸੰਗਤ, ਕੀਰਤਨ ਦੇ ਨਾਲ ਸਿੱਖੀ ਸੱਭਿਅਤਾ ਨੂੰ ਗੁਰਮਤ ਨਾਲ ਅਲੰਕ੍ਰਿਤ ਕਰਕੇ ਅਕਾਲ ਨਾਲ ਪਰੋਇਆ ਤਾਂ ਆਨੰਦ ਭਇਆ ਮੇਰੀ ਮਾਏ ਦੀ ਖਾਲਸਾਈਤਾ ਵਾਲੀ ਅਕਾਲ ਸੱਭਿਅਤਾ ਨੇ ਆਪਣੀ ਜਵਾਨੀ ਦੀ ਪਹਿਲੀ ਅੰਗੜਾਈ ਭਰਪੂਰ ਜੋਬਨ ਨਾਲ ਭਰੀ। ਭਰਪੂਰ ਜੋਬਨ ਵਿੱਚ ਆਈ ਇਸ ਸਿੱਖੀ ਦੀ ਦਗ-ਦਗ ਕਰਦੀ ਕੁਦਰਤੀ ਗੁਣਾਂ ਨਾਲ ਗਦਰਾਈ ਅਤੇ ਕੁਦਰਤੀ ਸ਼ਮਾ ਦੀਆਂ ਪਹਿਲੀਆਂ ਲਾਲੀ ਮਾਰਦੀਆਂ ਰਸ਼ਮਾਂ ਵਿੱਚ ਕੇਸਰੀ ਆਬਾ ਮਾਰਦੀ, ਦਮਕਦੀ ਤੇ ਛਣਕਦੀ, ਮਟਕ ਨਾਲ ਛਲਕਦੀ ਤੇ ਧਰਤੀ ਦੀ ਹਿੱਕ ਤੇ ਆਪਣੇ ਕਦਮਾਂ ਦੀ ਗੌਰਵਸ਼ਾਲੀ ਛਾਪ ਛੱਡਦੀ
ਸਿੱਖ ਸਭਿਅਤਾ ਨੂੰ ਹੁਣ ਮਜ਼ਬੂਤ ਸਰਬਲੋਹੀ ਪਹਿਰੇਦਾਰ ਵਾਂਗ ਪ੍ਰਬੰਧਕੀ ਬਣਤਰ ਦੀ ਭਰਪੂਰ ਲੋੜ ਸੀ, ਜੋ ਇਸ ਨੂੰ ਸੰਸਾਰੀ ਪ੍ਰਭਾਵਾਂ ਤੋਂ ਬਚਾਏ ਅਤੇ ਆਪਣੀ ਨਿੱਜ ਦੀ ਮੌਲਿਕਤਾ ਵਿੱਚ ਅਕਾਲ ਪ੍ਰਥਾਏ ਜੀਵਨ ਜਾਚ ਦਾ ਚੱਜ ਵੀ ਸਿਖਾਏ ਅਤੇ ਇਸ ਨੂੰ ਹਮੇਸ਼ਾ ਕਾਇਮ ਰੱਖਣ ਵਾਲੀ, ਹਮੇਸ਼ਾ ਵਿਕਸਿਤ ਅਤੇ ਵਿਸਥਾਰਿਤ ਰਹਿੰਦੀ ਜੀਵਨ ਜਾਂਚ ਦੀ ਸੰਭਾਲ ਵੀ ਸਿਖਾਈ। ਇਸੇ ਲੋੜ ਦੀ ਪੂਰਤੀ ਕਰਦੇ ਹੋਏ 6ਵੀਂ ਪਾਤਸ਼ਾਹੀ ਨੇ ਇਸ ਨਾਨਕਸ਼ਾਹੀ ਸਿੱਖ ਸਭਿਅਤਾ ਦੇ ਰਾਜ ਰਾਖੇ ਦੇ ਤੌਰ ਤੇ ਸ੍ਰੀ ਅੰਮ੍ਰਿਤਸਰ ਦੀ ਰੱਖਿਆ ਲਈ ਮੀਰੀ ਪੀਰੀ ਦੀ ਲਿਸ਼ਕਦੀ ਸਰਬਲੋਹੀ ਅਕਾਲ ਸ਼ਕਤੀ ਦੀ ਸ਼ਸਤਰਧਾਰੀ ਹੋਂਦ ਵਿੱਚ ਕਿਲ੍ਹਾ ਉਸਾਰਿਆ ਅਤੇ ਨਾਮ ਰੱਖਿਆ ਲੋਹਗੜ੍ਹ, ਜਿਸ ਵਿੱਚੋਂ ਜੀਵਨ ਰਿਸ਼ਮਾ ਪੀਂਘ ਝੂਟਦੀਆਂ ਲਹਿਰਾਉਂਦੀਆਂ ਵੱਲ ਖਾਉਂਦੀਆਂ ਆਪਣੀ ਚਕਾਚੌਂਧ ਨਾਲ ਬਾਹਰ ਆਉਂਦੀਆਂ ਜ਼ਿੰਦਗੀ ਦੇ ਹੁਲਾਰੇ ਦੀਆਂ ਚਾਹਤਾਂ ਵੱਢਦੀਆਂ ਜਾਂਦੀਆਂ ਸਨ। ਇਸੇ ਪਿਰਤ ਨੂੰ ਅੱਗੇ ਤੋਰਦੇ ਹੋਏ ਦਸਮ ਪਿਤਾ ਨੇ ਸਿੱਖੀ ਦੇ ਕੇਸਗੜ੍ਹ ਦੇ ਇੱਕੋ ਸਰਬਲੋਹੀ ਅਕਾਲ ਖੰਡੇ ਦੇ ਦੋ ਧਾਰੀ ਸੰਕਲਪ ਸਿੰਘ ਕੌਰ ਦੇ ਗਰਭ ਕੁੱਖੀ ਸੌਮੇ ਅਤੇ ਪੰਥ ਦੀ ਜਨਮ ਭੂਮੀ ਅਨੰਦਪੁਰ ਦੀ ਧਰਤੀ ਦੀ ਰੱਖਿਆ ਸੰਭਾਲ ਲਈ ਕਿਲ੍ਹਾ ਪਹਿਲਾਂ ਉਸਾਰਿਆ ਤਾਂ ਗੁਰੂ ਵਰੋਸਾਈ ਪਿਰਤ ਨੂੰ ਹੀ ਅੱਗੇ ਤੋਰਦੇ ਹੋਏ ਨਾਮ ਰੱਖਿਆ ਲੋਹਗੜ੍ਹ। ਇਸ ਲੋਹਗੜ੍ਹ ਦੀ ਉਸਾਰੀ ਵੀ ਸਰਬਲੋਹ ਦੇ ਸਿਧਾਂਤ ਦੇ ਉਪਜਨ ਤੋਂ ਪਹਿਲਾਂ ਨਿਯੋਜਨ ਅਤੇ ਪ੍ਰਯੋਜਨ ਦੇ ਸੰਕਲਪ ਨਾਲ ਇੱਕ ਸੁਰਤਾ ਵਿੱਚ ਹੀ ਕੀਤੀ ਗਈ। ਇੰਜ ਲੋਹਗੜ੍ਹ ਹਮੇਸ਼ਾ ਹੀ ਖਾਲਸਾਈ ਰਾਜ ਸੱਤਾ ਦੀ ਖਾਲਸਾਈਤਾ ਨੂੰ ਖਾਲਸੀਅਤਾ ਵਿੱਚ ਪ੍ਰਗਟਾਉਣ ਵਾਲੀ ਸਰਬ ਸੱਤਾਧਾਰੀ ਸਿਆਸੀ ਸੱਤਾ ਦੀ ਰਾਜਧਾਨੀ ਬਣ ਨਿਤਰਿਆ ਹੈ। ਇਹ ਵਿਚਿੱਤਰ ਜਾਂ ਹੈਰਾਨੀ ਵਾਲੀ ਗੱਲ ਨਹੀਂ ਹੈ, ਸਗੋਂ ਇਹ ਗੁਰੂ ਸਾਹਿਬਾਨ ਦੀ ਪਰੰਪਰਾਗਤ ਵਿਕਾਸਾਤਮਕ ਸਿੱਖੀ ਅਸੂਲਾਂ ਦੀ ਦ੍ਰਿੜਤਾ ਨਾਲ ਪਾਲਣਾ ਦਾ ਹੀ ਪ੍ਰਤੱਖ ਨਤੀਜਾ ਤੇ ਪ੍ਰਮਾਣ ਹੈ ਕਿ ਸਰਬਲੋਹ ਦੇ ਗੜ੍ਹ ਵਿੱਚੋਂ ਹੀ ਖਾਲਸੇ ਨੇ ਪੰਥ ਰੂਪ ਵਿੱਚ ਜਨਮ ਲਿਆ ਹੈ। ਸਰਬਲੋਹ ਦੇ ਬਾਟੇ ਵਿੱਚ ਜਦ ਸਰਬਲੋਹ ਦਾ ਹੀ ਖੰਡਾ ਜੀਵਨ ਸ਼ਕਤੀ ਦੇ ਸਰੋਤ ਜਲ ਵਿੱਚ ਗਰਭ ਧੁਰੀ ਬਾਣੀ ਦੀ ਨਾਦ ਨਾਲ ਇੱਕ ਓਅੰਕਾਰ ਹੋ ਕੇ ਅਕਾਲ ਮੂਰਤ ਤੋਂ ਅਜੂਨੀ ਬਣ ਸਹਿਭੰਗ ਹੋ ਕੇ ਜਨਮਦਾ ਹੈ ਤਾਂ ਉਹ ਇਸ ਤੋਂ ਪਹਿਲਾਂ ਨਿਰਭਉ ਅਤੇ ਨਿਰਵੈਰ ਬਣ ਕੇ ਸੱਤ ਦੇ ਨਾਮ ਦਾ ਕਰਤਾ ਬਣ ਉਸ ਅਕਾਲ ਦੀ ਦ੍ਰਿਸ਼ਮਾਨ ਬ੍ਰਹਿਮੰਡੀ ਬਣਤਰ ਦਾ ਕੁਦਰਤੀ ਪ੍ਰਥਮ ਰਾਖਾ ਪੁਰਖ ਬਣ ਚੁੱਕਾ ਹੁੰਦਾ ਹੈ, ਜਿਸ ਤੋਂ ਬਾਅਦ ਹੀ ਇਹ ਪੁਰਖ ਰੂਪ ਵਿੱਚ ਸਿੰਘ ਕੌਰ ਦੀ ਪਦਵੀ ਨਾਲ ਇੰਜ ਸਰਬਲੋਹ ਦੇ ਗੜ੍ਹ ਵਿੱਚੋਂ ਇਹ ਕੇਸਗੜ੍ਹ ਦਾ ਧਾਰਨੀ ਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਆਪ ਇਸ ਨੂੰ ਆਪਣੇ ਆਪ ਤੋਂ ਵੀ ਉੱਚੇ ਸਿੰਘਾਸਨ ਤੇ ਪੰਥ ਬਣਾ ਕੇ ਖੁਦ ਬਿਠਾਉਂਦੇ ਹਨ ਤਾਂ ਜੋ ਬਾਕੀ ਕੋਈ ਵੀ ਭਰਮ ਭੁਲੇਖਾ ਬਾਕੀ ਬਣਿਆ ਨਾ ਰਹਿ ਜਾਵੇ। ਇਹੋ ਲੋਹਗੜ੍ਹ ਅਕਾਲ ਦੀ ਪਰੰਪਰਾ ਦਾ ਸੱਚ ਹੈ, ਜਿਸ ਨਾਲ ਹੁਣ ਕੇਸਗੜ੍ਹ ਦੇ ਆਨੰਦਪੁਰੀ ਅਕਾਲ ਦੀ ਵਿਕਸਿਤ ਸੱਭਿਅਤਾ ਦੇ ਨਸਲ ਦੇ ਮਨੁੱਖੀ ਪ੍ਰਗਟਾਅ ਦੀ ਸਮਾਜਿਕ ਸੰਰਚਨਾ ਦੇ ਸਿੱਖੀ ਸੱਭਿਆਚਾਰ ਦੇ ਅਕਾਲ ਪ੍ਰਥਾਏ ਹੁਕਮੀ ਵਰਤਾਰੇ ਦੇ ਅੰਤਿਮ ਪੜਾਅ ਦੀ ਧੁਰੋਂ ਵਰੋਸਾਈ ਪੰਥਕ ਸ਼ਕਤੀ ਦੀ ਖਾਲਸਾਈ ਮੋਹਰ ਲਾ ਦਿੱਤੀ ਜਾਂਦੀ ਹੈ। ਕੇਸਗੜ੍ਹ ਨੂੰ ਨਿਰਾ ਇੱਕ ਤਖਤ ਦੱਸਣਾ ਸਮੁੰਦਰ ਨੂੰ ਕੁੱਜੇ ਵਿੱਚ ਬੰਦ ਕਰ ਦੇਣਾ ਹੈ। ਸਿੱਖ ਹਾਲੇ ਇਸ ਨੂੰ ਸਮਝ ਨਹੀਂ ਸਕੇ ਹਨ। ਇਸੇ ਕੇਸਗੜ੍ਹ ਧਾਰੀ ਖਾਲਸਾਈ ਸਲਤਨਤ ਦੀ ਪ੍ਰਭੂ ਸੱਤਾ ਧਾਰੀ ਰਾਜ ਸੱਤਾ ਦੀ ਬਹਾਲੀ ਹਿੱਤ ਹੀ ਦਸਮ ਪਾਤਸ਼ਾਹ ਬਾਬਾ ਬੰਦਾ ਸਿੰਘ ਜੀ ਨੂੰ ਆਪਣੇ ਪੱਤੇ ਵਿੱਚੋਂ 5 ਤੀਰ 5 ਪ੍ਰਵਾਨ 5 ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਰਣਜੀਤ ਨਗਾਰਾ ਅਕਾਲ ਦੇ ਤਖਤ ਦਾ ਹੁਕਮ ਵਰਤਾਰਾ ਤੇਗ ਦੇਗ ਤੇਗ ਫਤਿਹ ਅਤੇ 5 ਸਿੰਘ ਪੰਥ ਦਾ ਥਾਪੜਾ ਬਖਸ਼ਿਸ਼ ਕਰ ਪੰਜਾਬ ਵੱਲ ਨੂੰ ਤੋਰਦੇ ਹਨ। ਦਸਮ ਨਾਨਕ ਵੱਲੋਂ ਦਿੱਤਾ ਇਹ ਥਾਪੜਾ ਪੰਥ ਗੁਰੂ ਦੀ ਜੁਗਤ ਨਮਿਤ ਸਪਸ਼ਟ ਅਤੇ ਸਿੱਧਾ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈ। ਇਹ ਚਿੰਨ ਰਾਜ ਸੱਤਾ ਅਤੇ ਇਸ ਖਾਲਸਾਈ ਸੱਤਾ ਦੀ ਰਾਜ ਪ੍ਰਣਾਲੀ ਸੱਤਾ ਸਰੋਤ ਅਤੇ ਸ਼ਕਤੀ ਦੇ ਸਿਧਾਂਤ ਤੇ ਰਾਜਸੀ ਫਲਸਫੇ ਨੂੰ ਸਪਸ਼ਟ ਰੂਪ ਵਿੱਚ ਸਮਝਾਉਂਦੇ ਹਨ, ਜਿਸ ਦਾ ਵਿਹਾਰਕ ਪ੍ਰਗਟਾਵਾ ਖਾਲਸਾਈ ਪ੍ਰਭੂ ਸੱਤਾ ਧਾਰੀ ਰਾਜ ਪ੍ਰਣਾਲੀ ਰਾਹੀਂ ਦੁਨੀਆ ਨੂੰ ਇਸੇ ਲੋਹਗੜ੍ਹ ਦੀ ਧਰਤੀ ਤੋਂ ਮਿਲਿਆ ਹੈ। ਇਹ ਲੋਹਗੜ੍ਹ ਦੀ ਰਾਜਨੀਤਿਕ ਪਰੰਪਰਾ ਖਾਲਸੇ ਤੋਂ ਇੱਕ ਵਿਕਸਿਤ ਅਤੇ ਸੁਤੰਤਰ ਰਾਜਨੀਤਿਕ ਪ੍ਰਣਾਲੀ ਨੂੰ ਅਪਣਾਉਣ ਦੀ ਮੰਗ ਕਰਦੀ ਹੈ। ਇਸ ਦੀ ਸਾਰਥਿਕਤਾ ਇਸੇ ਵਿੱਚ ਹੀ ਹੈ ਕਿ ਅੱਜ ਪੰਥ ਖਾਲਸਾ ਆਪਣੀ ਸੁਤੰਤਰ ਰਾਜਨੀਤਿਕ ਪ੍ਰਣਾਲੀ ਦਾ ਰੋਲ ਮਾਡਲ ਦੁਨੀਆ ਵਿੱਚ ਪੇਸ਼ ਕਰੇ ਅਤੇ ਉਸ ਦੀ ਵਿਹਾਰਕਤਾ ਨੂੰ ਗਲੋਬਲ ਪਰਪੇਖ ਵਿੱਚ ਲਾਗੂ ਕਰਨ ਹਿੱਤ ਗੁਲਾਮੀ ਵਿੱਚ ਆਪਣੀਆਂ ਸ਼ਤਾਬਦੀਆਂ ਮਨਾਉਣ ਦੀ ਵਰ੍ਹੇਗੰਢਾਂ ਦੇ ਅਵਸਰ ਤੇ ਇਸ ਚੁਣੌਤੀ ਤੇ ਖਰਾ ਉਤਰ ਕੇ ਦਿਖਾਵੇ। ਇਸ ਹਿੱਤ
ਸਿੱਖ ਜਗਤ ਨੂੰ ਚਾਹੀਦਾ ਹੈ ਕਿ ਉਹ ਖਾਲਸੇ ਦੀ ਪਹਿਲੀ ਸਿਆਸੀ ਰਾਜ ਸੱਤਾ ਦੇ ਕੇਂਦਰ ਅਤੇ ਰਾਜਧਾਨੀ ਸਢੌਰੇ ਦੇ ਲੋਹਗੜ੍ਹ ਦੀ ਪੁਨਰ ਉਸਾਰੀ ਵੱਲ ਧਿਆਨ ਕੇਂਦਰਿਤ ਕਰੇ। ਇਸ ਨੂੰ ਆਪ ਮੁੜ ਉਹਨਾਂ ਹੀ ਲੀਹਾਂ ਤੇ ਉਸਾਰਨ ਦਾ ਬੀੜਾ ਚੁੱਕੇ ਜਿਵੇਂ ਸੁਤੰਤਰ ਪ੍ਰਭੁਤਾ ਧਾਰੀ ਖਾਲਸੇ ਨੇ ਸਿੰਘ ਸਾਹਿਬ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਇਸ ਨੂੰ ਨਵੀਂ ਖਾਲਸਤਾਈ ਦਿੱਖ ਵਿੱਚ ਲੋਹਗੜ੍ਹ ਬਣਾਇਆ ਸੀ। ਸਢੌਰੇ ਦੀ ਇਸ ਧਰਤੀ ਨੂੰ ਪੰਥ ਦੀ ਪ੍ਰਭੂ ਸੱਤਾ ਧਾਰੀ ਹੁਕਮੀ ਸੱਤਾ ਨੂੰ ਲਾਗੂ ਕਰਨ ਦੇ ਰਾਜ ਚਿੰਨ੍ਹ ਵਜੋਂ ਅਸਥਾਪਿਤ ਕਰਨਾ ਸਿੱਖ ਕੌਮ ਲਈ ਇੱਕ ਬਹੁਤ ਵੱਡੀ ਚੁਣੌਤੀ ਹੈ। ਇਸ ਲੋਹਗੜ੍ਹ ਦਾ ਨਿਰਮਾਣ ਖਾਲਸੇ ਦੀ ਸੱਤਾਧਾਰੀ ਸਲਤਨਤ ਦੇ ਸਰਕਾਰੇ ਖਾਲਸਾ ਦੀ ਉਸ ਸਰਕਾਰ ਹਿੱਤ ਹੋਇਆ ਜਿਸ ਦੀ ਸੱਤਾ ਯਮੁਨਾ ਤੋਂ ਲੈ ਕੇ ਰਾਵੀ ਤੱਕ ਲਗਭਗ 6 ਰਾਜਾਂ ਵਿੱਚ ਕਾਇਮ ਹੋ ਗਈ ਸੀ। ਇਹ ਲੋਹਗੜ੍ਹ ਇੰਜ ਰਾਵੀ ਤੋਂ ਯਮੁਨਾ ਤੱਕ ਦੇ ਖਿੱਤੇ ਤੇ ਖਾਲਸੇ ਦੀ ਉਸ ਹਕੂਮਤ ਦਾ ਰਾਜ ਦਾ ਹੁਕਮ ਵਰਤਦਾ ਅਤੇ ਲਾਗੂ ਹੁੰਦਾ ਰਿਹਾ ਹੈ ਜਿਸ ਨੇ ਸੰਸਾਰ ਨੂੰ ਪਹਿਲੇ ਲੋਕਤੰਤਰ ਦਾ ਤੋਹਫਾ ਦਿੱਤਾ। ਜਿਸ ਸਰਕਾਰ ਦਾ ਆਗਾਜ਼ ਅਕਾਲ ਦੇ ਨਾਮ ਤੇ ਗੁਰਮਤਿ ਪ੍ਰਣਾਲੀ ਅਧੀਨ ਹੋਇਆ ਸੀ। ਖਾਲਸੇ ਵੱਲੋਂ 300 ਸਾਲਾਂ ਸ਼ਤਾਬਦੀ ਮਨਾਉਣਾ ਤਾਂ ਹੀ ਸਾਰਥਕ ਹੁੰਦਾ ਜੇਕਰ ਸ਼੍ਰੀ ਅੰਮ੍ਰਿਤਸਰ ਤੋਂ ਅਨੰਦਪੁਰ ਤੱਕ ਦੇ ਲੋਹਗੜ੍ਹ ਵਿੱਚੋਂ ਅਕਾਲ ਹੁਕਮ ਦੀ ਆਨੰਦਦਾਈ ਪ੍ਰਥਾ ਦਾ ਇੱਕ ਲੋਹਗੜ੍ਹੀ ਸਰੋਤ ਵਿਕਸਿਤ ਕੀਤਾ ਜਾਂਦਾ ਅਤੇ ਸਰਹੰਦ ਫਤਿਹ ਦਿਵਸ ਦਾ 300 ਸਾਲਾ ਮਨਾਉਣਾ ਤਾਂ ਹੀ ਸਿੱਖ ਕੌਮ ਦੀ ਸੁਤੰਤਰ ਹੋਂਦ ਨਾਲ ਇਮਾਨਦਾਰੀ ਕਹਿਲਾਏਗੀ ਜੇਕਰ ਲੋਹਗੜ੍ਹ ਦੀ ਸਰਬ ਸੱਤਾ ਸੰਪੰਨ ਪਾਤਸ਼ਾਹੀ ਨੂੰ ਸਥਾਪਿਤ ਕੀਤਾ ਜਾਵੇ। ਇਹ ਕਰਨਾ ਹੀ ਪੈਣਾ ਹੈ। ਖਾਲਸੇ ਦੇ ਤਖਤ ਸੰਗੇ ਮਰਮਰ ਦੇ ਤਖਤ ਨਹੀਂ ਹਨ। ਖਾਲਸੇ ਦੇ ਤਖਤ ਅਕਾਲ ਦੇ ਹੁਕਮ ਦੇ ਵਰਤਾਰੇ ਦੀ ਸੱਤਾ ਦੀ ਬਹਾਲੀ ਦੇ ਤਖਤ ਹਨ ਅਤੇ ਇਸੇ ਦੀ ਹੀ ਪਰੰਪਰਾ ਦਾ ਵਿਕਸਤ ਸਰੂਪ ਹੀ ਹੈ ਲੋਹਗੜ੍ਹੀ ਪਰੰਪਰਾ ਦਾ ਵਿਕਾਸ। ਇਸ ਵਿੱਚ 6ਵੀਂ ਪਾਤਸ਼ਾਹੀ ਤੋਂ 10ਵੀਂ ਪਾਤਸ਼ਾਹੀ ਤੱਕ ਦੀ ਕੁਦਰਤੀ ਸੱਤਾ ਦੀ ਸਦੀਵੀ ਬਹਾਲੀ ਦੀ ਪਰੰਪਰਾ ਦਾ ਹੁਕਮੀ ਵਰਤਾਰਾ ਹੈ ਜੋ ਸ਼੍ਰੋਮਣੀ ਸ਼ਹੀਦ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਤੋਂ ਹੁੰਦਾ ਹੋਇਆ ਵਿਕਾਸ ਦੀਆਂ ਅਗਲੀਆਂ ਪੈੜਾਂ ਨੂੰ ਛੂਹਣ ਲਈ ਲਗਾਤਾਰ ਬਾਣੇ ਦੇ ਭਾਣੇ ਅੰਦਰ ਹੁਕਮ ਦੀ ਰਜ਼ਾ ਵਿੱਚ ਇੱਕਸਾਰ ਵਿਕਾਸਮਾਨ ਹੈ। ਲੋਹਗੜ੍ਹ ਦੀ ਹੀ ਪਰੰਪਰਾ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਸੀ ਸੱਤਾ ਦਾ ਆਦਰਸ਼ ਨਿਯਤ ਕੀਤਾ ਸੀ ਤਾਂ ਹੀ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਪਣੀ ਸੱਤਾ ਆਪਣੇ ਨਾਂ ਨਾਲ ਚਲਾਉਣ ਦੀ ਬਜਾਏ ਗੁਰੂਆਂ ਅਤੇ ਖਾਲਸੇ ਦੇ ਨਾਂ ਨਾਲ ਚਲਾਈ ਜਿਸ ਦਾ ਪ੍ਰਤੱਖ ਪ੍ਰਮਾਣ ਲੋਹਗੜ੍ਹ ਦੀ ਵਿਰਾਸਤ ਅਤੇ ਇੱਥੋਂ ਜਾਰੀ ਕੀਤਾ ਪਹਿਲਾ ਸਿੱਕਾ ਅਤੇ ਰਾਜ ਸੱਤਾ ਦੀ ਅਸਥਾਪਿਤ ਕੀਤੀ ਮੋਹਰ ਹੈ ਜਿਸ ਦਾ ਅਸਲ ਵਰਤਾਰਾ ਯੋ ਹੈ ਸਿੱਕਾ ਜ਼ਦਬਰ ਹਰਦੋ ਆਲਮ ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਹਾਨ ਫਜ਼ਲ ਸੱਚਾ ਸਾਹਿਬ ਅਸਤ। ਇਸੇ ਸਿੱਕੇ ਦੇ ਦੂਜੇ ਪਾਸੇ ਉਕਰਿਆ ਗਿਆ ਜ਼ਰਬ ਬ ਅਮਾਨ ਦਹਿਰ ਮੁਸ਼ਵਰਤ ਸ਼ਹਿਰ ਜ਼ੀਨਤ ਤਖਤ ਮੁਬਾਰਕ ਬਖਤ ਅਰਥਾਤ ਸਿੱਕਾ ਮਾਰਿਆ ਦੋ ਜਹਾਨ ਤੇ ਬਖਸ਼ਿਸ਼ਾਂ ਬਖਸ਼ੀਆਂ ਨਾਨਕ ਦੀ ਤੇਗ ਨੇ ਜੀ ਫਤਿਹ ਸ਼ਾਹ ਸ਼ਹਾਨ ਗੋਬਿੰਦ ਸਿੰਘ ਜੀ ਮਿਹਰਾਂ ਕੀਤੀਆਂ ਸੱਚੇ ਰੱਬ ਨੇ ਜੀ। ਜਾਰੀ ਹੋਇਆ ਸੰਸਾਰ ਤੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧਨ ਭਾਗੀ ਰਾਜਧਾਨੀ ਤੋਂ ਇਹ ਰਾਜਧਾਨੀ ਸੀ ਲੋਹਗੜ੍ਹ। ਇੰਜ ਹੀ ਇੱਥੋਂ ਜਾਰੀ ਹੋਈ ਸਿਆਸੀ ਰਾਜ ਸੱਤਾ ਦੀ ਪਹਿਲੀ ਮੋਹਰ ਤੇ ਉਕਰਿਆ ਗਿਆ ਦੇਗੋ ਤੇਗੋ ਫਤਿਹ ਉਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਇਸੇ ਹੀ ਸੰਕਲਪ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜਸੀ ਸੰਕਲਪ ਵਜੋਂ ਪ੍ਰਵਾਨ ਕੀਤਾ ਹੈ ਅਤੇ ਇਸੇ ਮੋਹਰ ਨੂੰ ਅਪਣਾਇਆ ਹੈ। ਮੈਂ ਸਮਝਦਾ ਹਾਂ ਅੱਜ ਸਮੁੱਚੇ ਪੰਥ ਵਿੱਚ ਅਤੇ ਖਾਸ ਕਰ ਹਰ ਇੱਕ ਸਿੱਖ ਘਰਾਣੇ ਵਿੱਚ ਇਸ ਦੀ ਰਾਜਸੀ ਅਤੇ ਸੰਕਲਪੀ ਇੱਛਾ ਸ਼ਕਤੀ ਮੌਜੂਦ ਹੈ। ਇਹਨਾਂ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਵਿੱਚ ਹਰ ਇੱਕ ਸਿੱਖ ਨੂੰ ਆਪੋ ਆਪਣੇ ਅਸਰ ਰਸੂਖ ਰਾਹੀਂ ਆਪੋ ਆਪਣੀ ਮੁਹਾਰਤ ਮੁਤਾਬਕ ਆਪਣਾ ਸਰਬ ਸ੍ਰੇਸ਼ਟ ਹਿੱਸਾ ਪਾਉਣਾ ਚਾਹੀਦਾ ਹੈ। ਲੋਹਗੜ੍ਹ ਦੀ ਇਸ ਪਰੰਪਰਾ ਦੀ ਬੁਨਿਆਦ 1710 ਵਿੱਚ ਖਾਲਸੇ ਦੀ ਰਾਜਧਾਨੀ ਤੋਂ ਸਾਮੰਤਵਾਦੀ ਰਜਵਾੜਾ ਸ਼ਾਹੀ ਦੇ ਹਮੇਸ਼ਾ ਲਈ ਖਾਤਮੇ ਤੇ ਧਰੀ ਗਈ ਹੈ। ਲੋਕ ਹਿੱਤਾਂ ਦੇ ਅਲੰਬਰਦਾਰ ਬਣ ਮਾਨਵ ਹਿੱਤਕਾਰੀ ਅਤੇ ਪਹਿਲੀ ਵਾਰ ਮਾਨਵ ਰੱਖਿਅਕ ਕੰਮਾਂ ਦੇ ਕਿਰਦਾਰ ਦਾ ਅਤੇ ਰਾਜਸੀ ਸ਼ਕਤੀ ਦੀ ਲੋਹਗੜ੍ਹ ਤੋਂ ਲੋਕ ਹਿੱਤਕਾਰੀ ਮਨੁੱਖ ਰੱਖਿਅਕ ਬੁਨਿਆਦ ਦਾ ਸੁਭਾਗ ਲੋਕਾਂ ਤੱਕ ਖਾਲਸੇ ਨੇ ਆਪਣੀ ਸਲਤਨਤ ਦੀ ਰਾਜਧਾਨੀ ਲੋਹਗੜ੍ਹ ਰਾਹੀਂ ਪਹੁੰਚਾਇਆ ਹੈ। ਖਾਲਸੇ ਦੀ ਇਸ ਸਲਤਨਤ ਨੇ ਹੀ ਦੁਨੀਆ ਭਰ ਵਿੱਚ ਮਾਨਵੀ ਕਲਿਆਣ ਦੀ ਇੱਕਸਾਰ ਵਿਕਾਸਾਤਮਕ ਪ੍ਰਣਾਲੀ ਦੀ ਕਾਇਮੀ ਵਾਸਤੇ ਇੱਕ ਗਣਰਾਜ ਦੀ ਉਤਪਤੀ ਲਈ ਖਾਲਸਾਈ ਅਗਵਾਈ ਵਿੱਚ ਲੋਕ ਕ੍ਰਾਂਤੀ ਨੂੰ ਪੀਪਲ ਰੈਵੋਲੂਸ਼ਨ ਜਨਮ ਦਿੱਤਾ ਹੈ ਜਿਸ ਦਾ ਸੰਸਾਰ ਵਿੱਚ ਪਹਿਲੀ ਵਾਰ ਨਿਸ਼ਾਨਾ ਆਪੋ ਆਪਣੀ ਸਲਤਨਤ ਨੂੰ ਵਧਾਉਣਾ ਸਾਮਰਾਜਵਾਦੀ ਸੋਚ ਨਾ ਨਿਯਤ ਕਰਕੇ ਵਿਸ਼ਵ ਪੱਧਰ ਤੇ ਸ਼ਾਂਤੀ ਦੀ ਸਥਾਪਨਾ ਨੂੰ ਨਿਯਤ ਕੀਤਾ ਗਿਆ।
ਇੰਜ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਇਸ ਤੋਂ ਪਹਿਲਾਂ ਇਸ ਨਿਸ਼ਾਨੇ ਸ਼ਾਂਤੀ ਸਥਾਪਨਾ ਲਈ ਰਾਜ ਦਾ ਸੰਕਲਪ ਕਦੇ ਵੀ ਨਿਯਤ ਨਹੀਂ ਸੀ ਕੀਤਾ ਗਿਆ ਤੇ ਕਿਸੇ ਵੀ ਸਮਰਾਟ ਨੇ ਆਪਣੀ ਰਾਜਧਾਨੀ ਨੂੰ ਸੰਸਾਰ ਤੇ ਸ਼ਾਂਤੀ ਸਥਾਪਿਤ ਕਰਨ ਦੇ ਸੰਕਲਪ ਦਾ ਸਥਾਨ ਘੋਸ਼ਿਤ ਨਹੀਂ ਸੀ ਕੀਤਾ। ਦਰਅਸਲ ਸੱਤਾ ਦਾ ਤਾਕਤੀ ਬਲ ਹੀ ਲੋਹ ਤਲਵਾਰ ਤੋਂ ਕਾਇਮ ਹੋਇਆ ਹੈ ਅਤੇ ਇਹ ਵਰਤਮਾਨ ਤੱਕ ਲੋਹ ਬੰਦੂਕ ਰਾਹੀਂ ਜਾਰੀ ਹੈ। ਅਜਿਹੇ ਲੋਹ ਭੈ ਨਾਲ ਸੰਸਾਰ ਭਰ ਵਿੱਚ ਅੱਡੋ-ਅੱਡ ਪ੍ਰਣਾਲੀਆਂ ਦੇ ਨਾਵਾਂ ਦੇ ਅਧੀਨ ਦੇਸ਼ਾਂ ਦੀਆਂ ਹੱਦਬੰਦੀਆਂ ਬਣਾ ਕੇ ਸਰਕਾਰਾਂ ਆਪੋ ਆਪਣੀ ਹੱਦਬੰਦੀ ਅੰਦਰ ਆਪਣੀ ਗੁਲਾਮੀਅਤ ਦੀ ਥਾਂ ਤੇ ਨਵੇਂ ਲਫ਼ਜ਼ ਨਾਗਰਿਕਤਾ ਦੀ ਕਾਢ ਕੱਢ ਕੇ ਅਕਾਲ ਦੀ ਪ੍ਰਜਾ ਨੂੰ ਗੁਲਾਮ ਬਣਾਈ ਆ ਰਹੀਆਂ ਹਨ। ਪਰ ਖਾਲਸੇ ਦੀ ਉਤਪਤੀ ਦਾ ਸਿਧਾਂਤ ਵੇਖੋ ਤੇ ਸਮਝੋ ਕਿ ਕਿਵੇਂ ਇਸੇ ਲੋਹ ਦੇ ਬਲ ਅਤੇ ਤਾਕਤ ਦੇ ਭੈ ਨੂੰ ਖਤਮ ਕਰ ਦੇਣ ਹਿੱਤ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸੇ ਲੋਹ ਦੇ ਧਾਤ ਭੈ ਨੂੰ ਕੱਟ ਸੁੱਟਣ ਲਈ ਇਸੇ ਦੇ ਹੀ ਸ਼ੁੱਧਤਮ ਉੱਤਮ ਰੂਪ ਸਰਬ ਲੋਹ ਦੇ ਖੰਡੇ ਬਾਟੇ ਵਿੱਚੋਂ ਖਾਲਸੇ ਨੂੰ ਖਾਲਸਤਾਈਤਾ ਵਿੱਚ ਖਾਲਸਤਾਈ ਰਾਸ਼ਟਰੀਅਤਾ ਦੇ ਨਿਸ਼ਾਨ ਲਈ ਪ੍ਰਗਟ ਕਰਦੇ ਹਨ। ਅਚੰਭਤ ਕਰ ਦੇਣ ਵਾਲੀ ਇੱਕ ਹੋਰ ਅਗਲੀ ਕਾਰਵਾਈ ਵੀ ਇਸੇ ਪਰਿਕਲਪਨਾ ਦੀ ਵਿਹਾਰਕ ਰੂਪ ਰੇਖਾ ਦੇ ਖਾਕੇ ਦੇ ਪ੍ਰਗਟਾਅ ਵਿੱਚ ਅਮਲੀ ਜਾਮਾ ਪਹਿਨਾਉਂਦੀ ਸੱਚਾਈ ਆਪਣਾ ਧਿਆਨ ਖਿੱਚਦੀ ਹੈ। ਇਸੇ ਲੋਹੇ ਦੇ ਬਲ ਅਤੇ ਤਾਕਤ ਰਾਹੀਂ ਗੁਲਾਮ ਬਣਾਉਂਦੀ ਆ ਰਹੀ ਸੈਨਿਕ ਸ਼ਕਤੀ ਹੀ ਮਨੁੱਖ ਨੂੰ ਘਸਿਆਰਾ ਬਣਾ ਕੇ ਆਪਣੇ ਸਵਾਰਥ ਲਈ ਦਹਿਸ਼ਤੀ ਰਾਜ ਦੇ ਵਹਿਸ਼ਿਆਨਾ ਵਿਵਹਾਰ ਰਾਹੀਂ ਜਦ ਆਪਣੇ ਸਵਾਰਥ ਲਈ ਵਰਤਣ ਵਾਸਤੇ ਅਤੇ ਆਪਣੇ ਆਕਾ ਰਾਜਾ ਦਾ ਗੁਲਾਮ ਬਣਾਉਣ ਵਾਸਤੇ ਹਿੰਸਾਤਮਕ ਰੂਪ ਗ੍ਰਹਿਣ ਕਰਦੀ ਹੈ। ਅਜਿਹੀ ਤਾਕਤ ਨੂੰ ਖਾਲਸੇ ਦੀ ਸੱਤਾ ਲੋਹਗੜ੍ਹ ਤੋਂ ਆਪਣਾ ਹਲੇਮੀ ਰਾਜ ਦਾ ਵਰਤਾਰਾ ਕਰਦੀ ਹੋਈ ਇਸ ਦਹਿਸ਼ਤੀ ਅਤੇ ਆਤੰਕੀ ਖੂਨੀ ਮਾਹੌਲ ਦੇ ਹਮੇਸ਼ਾ ਲਈ ਸਰਬਨਾਸ਼ ਦਾ ਐਲਾਨ ਕਰ ਸ਼ਾਂਤੀ ਸਥਾਪਨਾ ਲਈ ਸੱਤਾ ਅਤੇ ਉਸ ਦੇ ਹੁਕਮ ਦੇ ਵਰਤਾਰੇ ਦਾ ਐਲਾਨ ਖਾਲਸਾਈ ਪਾਤਸ਼ਾਹੀ ਦੀ ਸੱਤਾ ਦੀ ਰਾਜਸੀ ਮੋਹਰ ਰਾਹੀਂ ਕਰਦੀ ਹੈ। ਜਿਸ ਲਈ ਕਿ 1699 ਵਿੱਚ ਕੇਸਗੜ੍ਹ ਸਾਹਿਬ ਤੋਂ ਖਾਲਸੇ ਦਾ ਜਨਮ ਹੁੰਦਾ ਹੈ, ਜਿਸ ਦੀ ਨੀਂਹ ਰੱਤਾ ਕੁ ਪਿੱਛੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੀਰੀ ਪੀਰੀ ਦੇ ਸੰਸਥਾਪਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਰਦੇ ਹਨ ਅਤੇ ਜਿਸ ਦੀ ਲੋਹ ਰੱਖਿਆ ਲਈ ਲੋਹਗੜ੍ਹ ਵਿਖੇ ਸ਼ਾਂਤੀ ਸਥਾਪਨਾ ਲਈ ਸੱਤਾ ਦੀ ਕਾਇਮੀ ਦਾ ਉਦੇਸ਼ ਦਾ ਸੈਨੀਕਰਨ ਕਰਕੇ ਆਰੰਭ ਕਰਦੇ ਹਨ। ਇਹ ਖਾਲਸੇ ਦੀ ਲੋਹ ਸ਼ਕਤੀ ਲੋਹਗੜ੍ਹ ਤੋਂ ਸੈਨਿਕ ਦਹਿਸ਼ਤ ਦੀ ਬਾਲਾਦਸਤੀ ਦਾ ਨਹੀਂ, ਨਾ ਹੀ ਦੁਨਿਆਵੀ ਰਾਜਸੀ ਸੱਤਾ ਦੇ ਸੁਧਾਰ ਦਾ ਕੋਈ ਕੰਮ ਆਰੰਭਦੀ ਹੈ, ਸਗੋਂ ਇਹ ਤਾਂ ਸੰਪੂਰਨ ਬਦਲਾਅ ਦਾ ਨਵਯੁੱਗ ਆਰੰਭ ਕਰਦੀ ਹੈ। ਇਹ ਉਦਗਮ ਹੀ ਖਾਲਿਸਤਾਨੀ ਬਦਲ ਦੀ ਸੰਪੂਰਨ ਕ੍ਰਾਂਤੀ ਦਾ ਜਨਮ ਸਥਾਨ ਅਤੇ ਭੂਕੰਪੀ ਧੁਰਾ ਸਥਾਪਿਤ ਹੁੰਦਾ ਹੈ, ਜੋ ਪੁਰਾਤਨ ਸਾਰੀਆਂ ਹੀ ਪ੍ਰਣਾਲੀਆਂ ਤੇ ਸੱਤਾ ਦੀਆਂ ਧਾਰਨਾਵਾਂ ਦਾ ਖਾਤਮਾ ਕਰਕੇ ਲੋਹਗੜ੍ਹ ਅਰਥਾਤ ਬਲ ਅਤੇ ਸ਼ਸਤਰ ਦੀ ਤਾਕਤ ਨਾਲ ਅਸਥਾਪਿਤ ਰਾਜਸ਼ਾਹੀ ਦੀ ਨਿਰੰਕੁਸ਼ ਸੱਤਾ ਦੇ ਰਾਜ ਦੇ ਖਾਤਮੇ ਨਾਲ ਖਾਲਸੇ ਦੀ ਖਾਲਸਤਾਈ ਪ੍ਰਣਾਲੀ ਵਾਲੀ ਲੋਕ ਰਾਜੀ ਗਣਰਾਜ ਦੀ ਰਾਜਧਾਨੀ ਤੋਂ ਗੁਣਤੰਤਰੀ ਗਣਰਾਜੀ ਲੋਕਤੰਤਰ ਦੀ ਖਾਲਿਸਤਾਨੀ ਨਵ ਪ੍ਰਣਾਲੀ ਦੀ ਸਥਾਪਨਾ ਦਾ ਆਰੰਭ ਕਰਦੀ ਹੈ। ਇੰਜ ਅਸਲ ਵਿੱਚ ਸੰਨ 1710 ਵਿੱਚ ਸੱਤਾ ਦੀਆਂ ਸਾਰੀਆਂ ਹੀ ਸ਼ਕਤੀਆਂ ਲੋਕਾਂ ਦੇ ਹੱਥ ਵਿੱਚ ਸੌਂਪ ਦਿੱਤੀਆਂ ਗਈਆਂ। ਇਸ ਵਿਸ਼ਵ ਦੀ ਪਹਿਲੀ ਲੋਕ ਕ੍ਰਾਂਤੀ ਅਕਾਲ ਹੁਕਮ ਦੇ ਵਰਤਾਰੇ ਲਈ ਅਤੇ ਵਿਸ਼ਵ ਵਿੱਚ ਸ਼ਾਂਤੀ ਸਥਾਪਨਾ ਲਈ ਸੱਤਾ ਦੇ ਰਾਜਸੀ ਸੰਕਲਪ ਦਾ ਅਮਲੀ ਪ੍ਰਗਟਾਅ ਦਾ ਸਪਸ਼ਟ ਰੋਲ ਮਾਡਲ ਪੰਥ ਰਾਹੀਂ ਖਾਲਸੇ ਦੀ ਇਕਮੁੱਠ ਸ਼ਕਤੀ ਰਾਹੀਂ ਪ੍ਰਗਟ ਕਰ ਸੰਸਾਰ ਨੂੰ ਦਿੱਤਾ ਜਾਂਦਾ ਹੈ। ਇੰਜ ਅਕਾਲ ਹੁਕਮ ਦੇ ਵਰਤਾਰੇ ਰਾਹੀਂ ਵਿਸ਼ਵ ਸ਼ਾਂਤੀ ਅਤੇ ਭਰਾਤਰੀ ਭਾਵ ਵਾਲੀ ਨਿਰਵੈਰ ਸਰਕਾਰ ਦੇ ਸੰਕਲਪੀ ਰਾਜ ਦੇ ਕਾਇਮੀ ਨਾਲ ਪੰਥ ਖਾਲਸੇ ਦੀ ਅਗਵਾਈ ਵਿੱਚ ਆਰੰਭ ਹੋਈ ਪ੍ਰਣਾਲੀ ਨੇ ਲੋਕਾਂ ਰਾਹੀਂ ਲੋਕਾਂ ਵਾਸਤੇ ਲੋਕ ਕਲਿਆਣ ਅਤੇ ਉੱਨਤੀ ਤੇ ਵਿਕਾਸ ਲਈ ਖੁਦ ਉਹ ਲੋਕ ਗਣਰਾਜ ਸਥਾਪਿਤ ਕਰ ਲਿਆ, ਜਿਸ ਦੀ ਪਰਿਕਲਪਨਾ ਅਤੇ ਪ੍ਰਣਾਲੀ ਗੁਰੂ ਨਾਨਕ ਨੇ ਮਨੁੱਖ ਨੂੰ ਬਤੌਰ ਸਿੱਖ ਬ੍ਰਹਿਮੰਡੀ ਚਿਰੰਜੀਵ ਸੰਤੋਖ ਭਰਪੂਰ ਸ਼ਾਂਤੀ ਲਈ ਦਿੱਤੀ ਸੀ। ਇਹੋ ਨਾਨਕਸ਼ਾਹੀ ਰਾਜ ਦਾ ਸੰਕਲਪ ਹੈ। ਇਸ ਖਾਲਸੇ ਦੇ ਗਣਰਾਜ ਵਿੱਚ ਰਾਜਸ਼ਾਹੀ ਦੇ ਪਿੱਤਰ ਪੁਰਖੀ ਹੱਕ ਨੂੰ ਖਤਮ ਕਰ ਦਿੱਤਾ ਗਿਆ। ਤਾਨਾਸ਼ਾਹੀ ਅਤੇ ਨਿਰੰਕੁਸ਼ ਸੱਤਾ ਦੇ ਰਾਜਾ ਪ੍ਰਜਾ ਵਾਲੇ ਵਿਭੇਦ ਅਤੇ ਸਥਾਪਿਕਤਾ ਵਾਲੀ ਵਿਵਸਥਾ ਦਾ ਅੰਤ ਕਰ ਦਿੱਤਾ ਗਿਆ। ਜਿਸ ਖਾਲਸਤਾਈਤਾ ਵਾਲੇ ਲੋਕ ਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰੀ ਕੱਸ ਕੇ ਪੰਥ ਖਾਲਸੇ ਨੂੰ ਨਾਨਕਸ਼ਾਹੀ ਪ੍ਰਣਾਲੀ ਦਾ ਵਿਰਾਸਤੀ ਬਣਾ ਕੇ ਵਿਹਾਰਕ ਅਮਲੀ ਬਣਾਇਆ ਸੀ, ਉਸ ਨੂੰ ਯਕਦਮ ਲਾਗੂ ਕਰ ਦਿੱਤਾ ਗਿਆ।
ਜ਼ਿਮੀਂਦਾਰੀ ਅਤੇ ਜ਼ਗੀਰਦਾਰੀ ਪ੍ਰਥਾ ਦਾ ਖਾਤਮਾ ਕਰਕੇ ਖਾਲਸਾ ਪੰਚਾਇਤਾਂ ਦਾ ਆਰੰਭ ਕਰ ਦਿੱਤਾ ਗਿਆ। ਬੰਧੂਆ ਮਜ਼ਦੂਰੀ ਦੀ ਪ੍ਰਥਾ ਦੀ ਕਬਰ ਖੋਦ ਇਸ ਨੂੰ ਹਮੇਸ਼ਾ ਲਈ ਪੰਜਾਬ ਦੀ ਧਰਤੀ ਵਿੱਚੋਂ ਦਫਨ ਕਰ ਦਿੱਤਾ ਗਿਆ। ਇੰਜ ਕਿਰਤ ਦੀ ਸੁਤੰਤਰਤਾ ਵਾਲੀ ਆਰਥਿਕਤਾ ਕਾਇਮ ਕੀਤੀ ਗਈ। ਇਹਨਾਂ ਹੀ ਸਿਧਾਂਤਾਂ ਨੂੰ ਆਧੁਨਿਕ ਸਮਾਜਵਾਦੀ ਲੋਕਤੰਤਰ ਦੇ ਰਾਜ ਸੰਕਲਪ ਨੇ ਅਪਣਾਇਆ ਹੈ। ਇਸੇ ਨੂੰ ਹੀ ਬਾਅਦ ਵਿੱਚ ਖੱਬੇ ਪੱਖੀ ਤਾਕਤਾਂ ਦੇ ਆਰੰਭਕ ਲੋਕਾਂ ਨੇ ਅਣਮੰਨੇ ਅਤੇ ਅਧੂਰੇ ਰੂਪ ਵਿੱਚ ਚੋਰੀ ਕੀਤੀ ਅਤੇ ਜੋ ਲੈਨਿਨ ਮਾਰਕਸ ਤੋਂ ਭਗਤ ਸਿੰਘ ਤੱਕ ਅਤੇ ਬੰਗਾਲ ਵਿੱਚ ਪਿਛਲੇ 60 ਸਾਲਾਂ ਦੀ ਖੱਬੀ ਰਾਜ ਸੱਤਾ ਤੱਕ ਕਿਰਤ ਨੂੰ ਇਹ ਵੀ ਪੂਰਨਤਾ ਵਿੱਚ ਪੋਲਿਟ ਬਿਊਰੋ ਬੰਧੂਆ ਮਜ਼ਦੂਰੀ ਦੀ ਖੱਬਚੂ ਗੁਲਾਮੀ ਵਿੱਚੋਂ ਆਜ਼ਾਦ ਨਹੀਂ ਕਰਾ ਸਕੇ। ਹਾਂ, ਇਹਨਾਂ ਨੇ ਇਸੇ ਬੰਧੂਆ ਪੈਟਰਨ ਨੂੰ ਹੀ ਮਜ਼ਦੂਰਾਂ ਦੀ ਸੁਤੰਤਰਤਾ ਵਾਲਾ ਖੁਆਬੀ ਪ੍ਰਤੀਬਿੰਬ ਅਤੇ ਮ੍ਰਿਗ ਤ੍ਰਿਸ਼ਨਾ ਦੀ ਛਲੇਡੇ ਵਾਲੀ ਵਾਸ਼ਨਾ ਬਣਾ ਕੇ ਰੱਖ ਦਿੱਤਾ ਹੈ। ਇਹ ਇਸੇ ਕਮਜ਼ੋਰੀ ਕਰਕੇ ਹੀ ਸਭ ਕੁਝ ਖਾਲਿਸਤਾਨੀਤਾ ਦੀ ਮੌਲਿਕ ਪ੍ਰਣਾਲੀ ਖਾਲਿਸਤਾਨ ਤੋਂ ਲੈਂਦੇ ਹੋਏ ਵੀ ਖਾਲਿਸਤਾਨ ਦੇ ਵਿਰੋਧੀ ਹਨ। ਇਹ ਪੰਥ ਖਾਲਸੇ ਦੀ ਲੋਹਗੜੀ ਕੇਸਗੜੀ ਸੱਤਾ ਦੀ ਖਾਲਿਸਤਾਨੀਤਾ ਵਿੱਚ ਓਤ-ਪੋਤ ਅਤੇ ਇਸ ਦੀ ਕੁੱਖ ਵਿੱਚੋਂ ਜਨਮੀ ਖਾਲਿਸਤਾਨੀ ਸਲਤਨਤ ਹੀ ਸੀ, ਜਿਸ ਨੇ ਸਾਰੇ ਜ਼ਮੀਨੀ ਅਧਿਕਾਰ ਅਸਲ ਵਾਹੀ ਕਰਨ ਵਾਲਿਆਂ ਮੁਜਾਰਿਆਂ, ਗੁਲਾਮਾਂ ਅਤੇ ਖੇਤ ਮਜ਼ਦੂਰਾਂ ਦੇ ਸਪੁਰਦ ਕਰ ਦਿੱਤੇ। ਇੰਜ ਮੁਜਾਰੇ ਜੱਟ ਨੂੰ ਜ਼ਿਮੀਂਦਾਰ ਅਰਥਾਤ ਧਰਤੀ ਪੁੱਤਰ ਦੇ ਤੌਰ ਤੇ ਆਪਣੀ ਹੀ ਧਰਤੀ ਦਾ ਅਸਲ ਮਾਲਕ ਕਿਰਤੀ ਸਰਦਾਰ ਕਿਰਸਾਨ ਸਿੰਘ ਬਣਾ ਦਿੱਤਾ ਗਿਆ, ਜੋ ਵਰਤਮਾਨ ਵਿੱਚ ਮੁੜ ਫੇਰ ਪੰਜਾਬੀ ਜੱਟ ਬਣਾ ਦਿੱਤਾ ਗਿਆ ਹੈ। ਹੋਰ ਧਰਮਾਂ ਦੇ ਘੱਟ ਗਿਣਤੀ ਲੋਕਾਂ ਨੂੰ ਖਾਲਸਾਈ ਸਿਧਾਂਤਾਂ ਅਤੇ ਫਲਸਫੇ ਅੰਦਰ ਰਾਜ ਸੱਤਾ ਵਿੱਚ ਬਰਾਬਰਤਾ ਦਿੱਤੀ ਗਈ। ਉਪਾਸਨਾ ਦੀ ਧਰਮ ਨੂੰ ਮੰਨਣ ਅਤੇ ਉਸ ਹਿੱਤ ਸੁਤੰਤਰ ਤੌਰ ਤੇ ਕੰਮ ਕਰਨ ਦੀ ਪੂਰੀ ਸੁਤੰਤਰਤਾ ਦਿੱਤੀ ਗਈ ਅਤੇ ਫੌਜ ਵਿੱਚ ਭਰਤੀ ਵੀ ਦਿੱਤੀ ਗਈ। ਮਜਲੂਮ ਦੀ ਹਰ ਪੱਖੋਂ ਰੱਖਿਅਕ ਅਹਿਲਕਾਰ ਅਰਥਾਤ ਲੋਕ ਸੇਵਕ ਨੌਕਰਸ਼ਾਹੀ ਦੀ ਪ੍ਰਥਾ ਦਾ ਅਸਲ ਵਿੱਚ ਆਰੰਭ ਕੀਤਾ ਗਿਆ। ਜਾਤ, ਬਰਾਦਰੀ, ਗੋਤ ਅਤੇ ਕੰਮ ਦਾ ਵਿਤਕਰਾ ਮੁੱਢੋਂ ਖਤਮ ਕੀਤਾ ਗਿਆ। ਇੰਜ ਜਾਤੀਗਤ ਵਿਤਕਰਿਆਂ ਅਤੇ ਵਿਭਾਜਨ ਨੂੰ ਮੁੱਢ ਤੋਂ ਹੀ ਖਤਮ ਕਰ ਦਿੱਤਾ ਗਿਆ। ਲੋਕਾਂ ਨੂੰ ਆਪਣਾ ਗਵਰਨਰ ਖੁਦ ਚੁਣਨ ਦਾ ਖਾਲਿਸਤਾਨੀਤਾ ਦੀ ਗੁਣਤੰਤਰੀ ਲੋਕਤਾਂਤਰਿਕ ਪ੍ਰਣਾਲੀ ਵਿੱਚ ਸੰਸਾਰ ਵਿੱਚ ਪਹਿਲੀ ਵਾਰ ਮੌਕਾ ਦਿੱਤਾ ਗਿਆ। ਇੰਜ ਸੰਸਾਰ ਵਿੱਚ ਪਹਿਲੀ ਵਾਰ ਸਿੱਧਾ ਲੋਕਤੰਤਰੀ ਗਣਰਾਜ ਮਤ ਅਧਿਕਾਰੀ ਪੱਧਤੀ ਤੇ ਕਾਇਮ ਹੋਇਆ। ਇਹ ਵਿਸ਼ਵ ਵਿੱਚ ਵਰਤਮਾਨ ਵਿੱਚ ਅਪਣਾਈ ਗਈ ਉਹ ਲੋਕਤਾਂਤਰਿਕ ਪੱਧਤੀ ਹੈ ਜਿਸ ਨੂੰ ਵਿਸ਼ਵ ਨੂਮ ਖਾਲਿਸਤਾਨੀ ਹੀ ਸਭ ਤੋਂ ਪਹਿਲਾਂ ਸਥਾਪਿਤ ਕਰਕੇ ਦਿੰਦੇ ਹਨ। ਤਰਾਸਦੀ ਭਾਰਤੀ ਉਪ ਮਹਾਦੀਪ ਵਿੱਚ ਇਹ ਬਣਾ ਦਿੱਤੀ ਗਈ ਹੈ ਕਿ ਅੱਜ ਭਾਰਤੀ ਪ੍ਰਚਾਰ ਹੇਠਾਂ ਇਸੇ ਹੀ ਲੋਕਤਾਂਤਰਿਕ ਸ਼ਕਤੀ ਖਾਲਿਸਤਾਨੀਆਂ ਨੂੰ ਲੋਕ ਤਸ਼ੀਤੀ ਅਤੇ ਆਤੰਕੀ ਦੁਸ਼ਪ੍ਰਚਾਰ ਨਾਲ ਸੰਬੋਧਿਤ ਕਰਨ ਲੱਗਿਆਂ ਰੱਤਾ ਵੀ ਸ਼ਰਮ ਨਹੀਂ ਕਰਦੇ। ਖਾਸ ਕਰ ਉਹ ਸਰਕਾਰਾਂ ਜਿਹੜੀਆਂ ਮਪੱਤਰ ਰਾਹੀਂ ਚੁਣੀਆਂ ਜਾਂਦੀਆਂ ਹਨ ਤੇ ਜੋ ਇਸੇ ਖਾਲਿਸਤਾਨ ਦੀ ਪ੍ਰਣਾਲੀ ਦੇ ਪਿਤਾ ਪੁਰਖੀ ਬੱਚੇ ਜੰਮੇ ਹਨ, ਉਹੀ ਆਪਣੇ ਪਿਤਾ ਨੂੰ ਬਦਨਾਮ ਕਰਦੀਆਂ ਹਨ। ਪ੍ਰਸਿੱਧ ਵਿਦਵਾਨ ਮਿਸਟਰ ਇਰਵਿਨ ਨੇ ਖੁਦ ਪ੍ਰਵਾਨ ਕੀਤਾ ਹੈ ਕਿ ਬੰਦਾ ਸਿੰਘ ਬਹਾਦਰ ਦੇ ਖਾਲਸਾਈ ਰਾਜ ਵਿੱਚ ਹੀ ਭਾਰਤੀ ਸਮਾਜ ਵਿੱਚ ਪਹਿਲੀ ਵਾਰ ਨੀਚ ਲੋਕਾਂ ਨੂੰ ਹਾਕਮ ਬਣਾਇਆ ਗਿਆ, ਜਦਕਿ ਇਰਵਿਨ ਦੇ ਆਪਣੇ ਦੇਸ਼ ਅਤੇ ਸਮਾਜ ਵਿੱਚ ਵੀ ਇਸੇ ਸਮੇਂ ਕਾਲ ਤੱਕ ਇੰਜ ਦੀ ਸ਼ਾਸਕੀ ਪ੍ਰਥਾ ਆਰੰਭ ਨਹੀਂ ਸੀ ਹੋਈ ਜਿਸ ਤੇ ਉਹ ਚੁੱਪ ਰਹਿੰਦਾ ਹੈ। ਖਾਲਸੇ ਦੀ ਖਾਲਿਸਤਾਨੀਤਾ ਨਾਲ ਓਤ-ਪੋਤ ਅਕਾਲ ਧਰਮ ਤੁਜਾਧਾਰੀ ਪਰਚਮ ਦੇ ਨਿਸ਼ਾਨੇ ਨਾਨਕਸ਼ਾਹੀ ਦੀ ਲੋਹਗੜ੍ਹ ਦੀ ਪਹਿਲੀ ਰਾਜ ਸੱਤਾ ਦੇ ਇਹ ਗੁਣ ਅਤੇ ਤੱਤ ਆਦ ਸਤੰਭ ਬਣ ਨਿਤਰੇ ਹਨ। ਇਹਨਾਂ ਹੀ ਗੁਣ ਤੱਤਾਂ ਨੂੰ ਖਾਲਸੇ ਦੇ ਰਾਜ ਕਰੇਗਾ ਖਾਲਸਾ ਦੇ ਸੰਕਲਪ ਵਿੱਚੋਂ ਲੈ ਕੇ ਹੀ ਆਧੁਨਿਕ ਰਾਜ ਦੇ ਸੰਕਲਪ ਨੇ ਆਪਣੇ ਤੌਰ ਤੇ ਇਹਨਾਂ ਨੂੰ ਲੋਕਤੰਤਰ, ਸਿਵਲ ਸਰਵਿਸਿਜ਼, ਪਬਲਿਕ ਸਰਵੈਂਟ, ਗਣਰਾਜ, ਸੰਸਦੀ ਵਿਵਸਥਾ ਅਤੇ ਲੋਕ ਹਿਤਕਾਰੀ ਤੇ ਕਲਿਆਣਕਾਰੀ ਪ੍ਰਬੰਧਕੀ ਸਟੇਟ ਦੇ ਸਿਧਾਂਤ ਦਾ ਨਾਮਕਰਨ ਦੇ ਦਿੱਤਾ ਹੈ, ਜਦਕਿ ਇਹਨਾਂ ਦਾ ਮੂਲ ਸਰੋਤ ਧੁਰਾ ਅਤੇ ਗਰਭ ਕੇਂਦਰ ਅਤੇ ਮਾਂ ਪੰਥ ਖਾਲਸੇ ਦੀ ਸੱਤਾ ਹੀ ਹੈ। ਇਸੇ ਹੀ ਲੋਹਗੜ੍ਹ ਦੀ ਪਰੰਪਰਾ ਨੇ ਸਿੱਖੀ ਰਾਜਸੀ ਪ੍ਰਣਾਲੀ ਦੀ ਭੂਮਿਕਾ ਅਤੇ ਵਿਆਖਿਆ ਦਾ ਆਰੰਭ ਕੀਤਾ ਹੈ, ਜਿੱਥੋਂ ਖਾਲਸਾਈ ਸਿਆਸੀ ਵਿਚਾਰਧਾਰਾ ਦਾ ਚਸ਼ਮਾ ਖੰਡੇ ਦੀ ਸ਼ਕਤੀ ਨਾਲ ਬ੍ਰਹਿਮੰਡ ਵਿੱਚ ਵਿਲੱਖਣ ਅਤੇ ਅੱਡਰੇ ਪੰਥਕ ਰਾਜਸੀ ਸੰਕਲਪ ਦਾ ਅੰਮ੍ਰਿਤ ਵਰਤਾਰਾ ਕਰਦਾ ਹੈ, ਜਿਸ ਦਾ ਨਿਸ਼ਾਨਾ ਵਿਸ਼ਵ ਕਲਿਆਣਕਾਰੀ ਭਰਾਤਰੀ ਭਾਵ ਅਤੇ ਸ਼ਾਂਤੀ ਸਥਾਪਨਾ ਲਈ ਰਾਜ ਦਾ ਉਦੇ ਹੈ। ਅੱਜ ਦੇ ਲੋਕਤੰਤਰੀ, ਸਮਾਜਵਾਦੀ ਅਤੇ ਧਰਮ ਨਿਰਪੱਖ ਲੋਕ ਹਿਤਕਾਰੀ
ਮਨੁੱਖ ਰੱਖਿਅਕ ਕੁਦਰਤੀ ਪਸਾਰੇ ਹਿੱਤ ਰਾਜ ਸੱਤਾ ਦਾ ਅਸਲ ਵਰਤਾਰਾ ਕੇਂਦਰੀ ਸਰੋਤ ਅਤੇ ਚਸ਼ਮਾ ਅਗਰ ਹੁਣ ਕੋਈ ਸੰਸਾਰ ਭਰ ਵਿੱਚ ਬਚਿਆ ਹੈ ਤਾਂ ਉਹ ਪੰਥਕ ਚਿੱਤ ਅੰਦਰਲੀ ਵਿਕਸਿਤ ਰਾਜਨੀਤਿਕ ਪ੍ਰਣਾਲੀ ਦੀ ਰਾਜਧਾਨੀ ਅੰਮ੍ਰਿਤਸਰ ਦੇ ਲੋਹਗੜ੍ਹ ਦੇ ਕਿਲ੍ਹੇ ਤੋਂ ਤੁਰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਹਗੜ੍ਹ ਦੇ ਕਿਲ੍ਹੇ ਰਾਹੀਂ ਸਢੌਰੇ ਦੇ ਲੋਹਗੜ੍ਹ ਦੇ ਕਿਲ੍ਹੇ ਤੇ ਅੱਪੜ ਕੇ ਮੂਰਤੀਮਾਨ ਹੁੰਦਾ ਹੀ ਹੈ। ਇਹ ਸੰਸਾਰ ਵਿਰਾਸਤ ਦਾ ਰੁਤਬਾ ਇਸ ਲਈ ਰੱਖਦਾ ਹੈ ਕਿ ਦੁਨੀਆ ਦੇ ਇਸ ਖਿੱਤੇ ਵਿੱਚ ਸਭ ਤੋਂ ਪਹਿਲਾਂ ਲੋਕਤੰਤਰ ਇਸ ਧਰਤੀ ਤੇ ਅਜਿਹੀ ਲੋਹਗੜ੍ਹ ਦੀ ਤੁਰ ਕੇ ਆਰੰਭ ਹੀ ਨਹੀਂ ਹੋਇਆ, ਸਗੋਂ ਦੁਨੀਆ ਲਈ ਲੋਕਤੰਤਰ ਇੱਥੇ ਪੈਦਾ ਹੋਇਆ ਹੈ। ਲੋਕਤੰਤਰ ਦੀ ਜਨਮ ਭੂਮੀ ਹੋਣ ਕਰਕੇ ਇਹ ਸੰਸਾਰ ਵਿਰਾਸਤ ਦਾ ਦਰਜਾ ਰੱਖਦਾ ਅੰਤਰਰਾਸ਼ਟਰੀ ਪੱਧਰ ਤੇ ਪਹਿਲਾ ਲੋਕਤੰਤਰੀ ਪ੍ਰਣਾਲੀ ਦਾ ਵਿਸ਼ਵ ਹੈਰੀਟੇਜ ਵਾਲਾ ਭੂਗੋਲਿਕ ਖਿੱਤਾ ਹੈ। ਖਾਲਸਾਈ ਸਲਤਨਤ ਦੀ ਬੁਨਿਆਦ ਅਤੇ ਆਰੰਭ ਦੀ ਮੌਲਿਕ ਸੋਚ ਦੇ ਰਾਜ ਚਿੰਨ੍ਹ ਅਤੇ ਸੱਭਿਅਤਾ ਦੇ ਰਾਜਸੀ ਵਰਤਾਰੇ ਦੇ ਅੰਤਰਰਾਸ਼ਟਰੀ ਪਦ ਚਿੰਨ੍ਹ ਰਾਜ ਦੇ ਖਾਲਸਾਈ ਵਰਤਾਰੇ ਖਾਲਿਸਤਾਨ ਵਿੱਚ ਹੀ ਇਸੇ ਭੂਗੋਲਿਕ ਖਿੱਤੇ ਰਾਹੀਂ ਹੀ ਸੰਭਵ ਹੈ। ਦੁਨੀਆ ਭਰ ਦੇ ਮਾਨਵੀ ਸਮੁਦਾਇ ਤੋਂ ਜੋ ਕਿ ਕੁਦਰਤੀ ਪ੍ਰਣਾਲੀ ਦੇ ਅਤੇ ਮਾਨਵਤਾ ਲਈ ਮਾਨਵੀ ਆਲੇ ਦੁਆਲੇ ਦੀ ਕੁਦਰਤੀ ਹੋਂਦ ਨੂੰ ਮਨੁੱਖਤਾ ਦੇ ਹਿੱਤ ਵਿੱਚ ਬਚਾਅ ਦੀ ਗੰਭੀਰਤਾ ਨੂੰ ਅੰਤਰ ਚਿੱਤ ਵਿੱਚ ਮਹਿਸੂਸ ਕਰਦੇ ਹਨ, ਉਹਨਾਂ ਸਭਨਾਂ ਲਈ ਇਸ ਲੋਹਗੜ੍ਹ ਦੀ ਪਰੰਪਰਾ ਨੂੰ ਬਚਾਉਣਾ ਅਤੇ ਵਿਕਸਿਤ ਕਰਨਾ ਇੱਕ ਚੁਣੌਤੀ ਹੈ। ਇਹ ਚੁਣੌਤੀ ਉਸ ਤੋਂ ਕਿਤੇ ਵੱਡੀ ਅਤੇ ਗੰਭੀਰ ਚੁਣੌਤੀ ਹੈ ਜਿੰਨੀ ਕੁ ਅੱਜ ਵਿਸ਼ਵ ਆਪਣੇ ਆਲੇ ਦੁਆਲੇ ਦੀ ਸੁੱਚਤਾ ਅਤੇ ਹਰਿਆਲੀ ਦੀ ਸੰਭਾਲ ਨੂੰ ਸਮਝਣ ਲੱਗ ਪਿਆ ਹੈ। ਧਰਤੀ ਦੀ ਸੁੱਚਤਾ ਦੀ ਅਤੇ ਹਰਿਆਲੀ ਦੀ ਸੰਭਾਲ ਕਿਸ ਲਈ ਹੈ? ਸਿਰਫ ਮਨੁੱਖਤਾ ਦੀ ਅਤੇ ਜੀਵ ਦੀ ਹੋਂਦ ਲਈ ਹੀ ਨਾ। ਜੀਵ ਵਿੱਚ ਮੌਲਿਕ ਸੁਤੰਤਰ ਅਤੇ ਆਤਮਿਕ ਸੁੱਚਤਾ ਦੀ ਜੀਵਨ ਹੋਂਦ ਦਾ ਪ੍ਰਗਟਾਵਾ ਖਾਲਸਾਈ ਪਰੰਪਰਾ ਕਰਦੀ ਹੈ। ਇਸ ਲਈ ਇਹ ਕਾਰਜ ਇੱਕ ਦੂਜੇ ਦੇ ਪੂਰਕ ਨਹੀਂ ਹਨ, ਸਗੋਂ ਖਾਲਸਾਈ ਹੋਂਦ ਦੀ ਸਾਵਰਨ ਸੱਤਾ ਦਾ ਪਸਾਰਾ ਹੀ ਬ੍ਰਹਿਮੰਡ ਵਿੱਚ ਕੁਦਰਤੀ ਮੌਲਿਕਤਾ ਦੀ ਸੁੱਚਤਾ ਦਾ ਜਾਮਨ ਹੈ। ਇਹ ਹੀ ਆਦ ਸੱਚ ਹੈ ਅਤੇ ਇਹੋ ਹੀ ਜੁਗਾਦ ਸੱਚ ਰਹੇਗਾ, ਜਿਸ ਨੂੰ ਕਿ ਵਿਸ਼ਵ ਸਮੁਦਾਇ ਨੂੰ ਆਪਣੀ ਸੁੱਚੀ ਅਤੇ ਆਦ ਹੋਂਦ ਦੇ ਬਚਾਅ ਲਈ ਅਪਣਾਉਣਾ ਹੀ ਪੈਣਾ ਹੈ। ਲੋਹਗੜ੍ਹ ਦੀ ਇਸ ਧਰਤੀ ਤੋਂ ਲਹਿਰਾਏ ਗਏ ਕੇਸਰੀ ਸੱਤਾ ਦੇ ਪਰਚਮ ਦਾ ਇਹੋ ਹੀ ਖਾਲਿਸਤਾਨੀ ਸੰਕਲਪ ਅਤੇ ਇਹੋ ਹੀ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਦਾ ਸੰਕਲਪੀ ਮਨੁੱਖ ਦਾ ਮਾਨਵੀ ਸਿਧਾਂਤ ਹੈ। ਪੰਥ ਦੀ ਇੰਜ ਪਹਿਲ ਆਧਾਰਿਤ ਸ਼੍ਰੋਮਣੀ ਲੋੜ ਇਹ ਬਣ ਜਾਂਦੀ ਹੈ ਕਿ ਉਹ ਇਸ ਦੀ ਸੰਭਾਲ ਪ੍ਰਾਪਤੀ ਅਤੇ ਮੁੜ ਉਸਾਰੀ ਦੀ ਨੈਤਿਕ, ਰਾਜਸੀ, ਸਮਾਜਿਕ, ਧਾਰਮਿਕ ਜ਼ਿੰਮੇਵਾਰੀ ਚੁੱਕਣ ਲਈ ਅੱਗੇ ਆਵੇ ਅਤੇ ਇਸ ਵਾਸਤੇ ਦ੍ਰਿੜ ਸੰਕਲਪੀ ਪ੍ਰਤੀਬੱਧਤਾ ਪ੍ਰਗਟ ਕਰੇ। ਇਸ ਹਿੱਤ ਤੁਰਤ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਕਿਲ੍ਹਾ ਲੋਹਗੜ੍ਹ ਤੋਂ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹਾ ਲੋਹਗੜ੍ਹ ਰਾਹੀਂ ਸਢੌਰੇ ਦੇ ਲੋਹਗੜ੍ਹ ਦੇ ਕਿਲ੍ਹੇ ਦੀ ਖਾਲਸਾਈ ਆਨ ਅਤੇ ਸ਼ਾਨ ਮੁਤਾਬਕ ਪੁਰਾਤਤਵ ਦੇ ਗਿਆਤਾਵਾਂ ਪਾਸੋਂ ਨਾਨਕਸ਼ਾਹੀ ਖਾਲਸਤਾਈ ਰਾਜ ਸੱਤਾ ਦੇ ਧਰਮ ਤੁਜੀ ਹੁਕਮਈ ਤੱਤਾਂ ਤੇ ਗੁਣਾਂ ਨੂੰ ਪ੍ਰਗਟਾਉਂਦੇ ਕਿਲ੍ਹਿਆਂ ਦੀ, ਗੁਰਦੁਆਰਿਆਂ ਦੀ ਨਹੀਂ ਮੁੜ ਉਸਾਰੀ ਕਰਵਾਈ ਜਾਵੇ ਅਤੇ ਖਾਲਸਾਈ ਰਾਜਸੀ ਵਿਚਾਰਧਾਰਾ ਨੂੰ ਅਸਥਾਪਿਤ ਕੀਤਾ ਜਾਵੇ। ਮੈਂ ਜਾਤੀ ਤੌਰ ਤੇ ਖਾਲਸੇ ਤੋਂ ਇਸ ਹਿੱਤ ਅਤੇ ਹੋਰ ਗੁਰ ਵਿਰਸੇ ਦੀ ਸੰਭਾਲ ਹਿੱਤ ਨੀਤੀ ਨਿਰਧਾਰਿਤ ਕਰ ਠੋਸ ਵਿਹਾਰਕ ਕਾਰਜ ਵਿਧੀ ਬਣਾ ਕੇ ਅਮਲ ਕੀਤੇ ਜਾਣ ਦੀ ਗੰਭੀਰ ਅਤੇ ਤੁਰੰਤ ਆਸ ਰੱਖਦਾ ਹਾਂ ਅਤੇ ਇਸ ਹਿੱਤ ਅਪੀਲ ਵੀ ਕਰਦਾ ਹਾਂ। ਸਿੱਖ ਕੌਮ ਨੂੰ ਆਪਣੀ ਕਾਰ ਸੇਵਾ ਵਾਲੀ ਮਸ਼ੀਨਰੀ ਨੂੰ ਉਸਾਰੂ ਅਤੇ ਮੌਲਿਕਤਾ ਦੀ ਸੰਭਾਲ ਸ਼ਕਤੀ ਵਾਲਾ ਰੂਪ ਦੇਣਾ ਚਾਹੀਦਾ ਹੈ। ਹੁਣ ਲੋੜ ਬਾਕੀ ਨਹੀਂ ਬਚੀ ਕਿ ਸਿੱਖ ਕੌਮ ਆਪਣੇ ਹੱਥੀਂ ਆਪਣੇ ਵਿਰਸੇ ਨੂੰ ਬਰਬਾਦ ਕਰੇ, ਕਿਉਂਕਿ ਇਹ ਕੰਮ ਤਾਂ ਕਾਰ ਸੇਵਾ ਰਾਹੀਂ ਹੋ ਚੁੱਕਾ ਹੈ ਅਤੇ ਸਿੱਖ ਸਾਰੇ ਵਿਰਸੇ ਅਤੇ ਪੁਰਾਤਤਵ ਨੂੰ ਮੁਕਾ ਕੇ ਸੰਗੇ ਮਰਮਰ ਵਿੱਚ ਚਿਣ ਚੁੱਕੇ ਹਨ। ਸਕੂਲਾਂ, ਕਾਲਜਾਂ, ਹਸਪਤਾਲਾਂ, ਬਿਰਧ ਆਸ਼ਰਮਾਂ ਦਾ ਨਿਰਮਾਣ ਦਾ ਕੰਮ ਕਾਰ ਸੇਵਾ ਦਾ ਨਹੀਂ ਤੇ ਨਾ ਹੀ ਇਸ ਹਿੱਤ ਗੁਰੂ ਕੀ ਗੋਲਕ ਤੇ ਦਸਵੰਧ ਇਸਤੇਮਾਲ ਹੋਣੇ ਚਾਹੀਦੇ ਹਨ। ਇਹ ਕੰਮ ਤਾਂ ਲੋਕ ਰਾਜ ਵਿੱਚ ਚੁਣੀ ਹੋਈ ਸਰਕਾਰ ਦਾ ਹੁੰਦਾ ਹੈ ਤੇ ਸਰਕਾਰ ਦਾ ਸੰਕਲਪ ਹੀ ਇਸੇ ਵਿੱਚ ਜੀਵਤ ਰਹਿੰਦਾ ਹੈ। ਨਹੀਂ ਤਾਂ ਸੋਚੋ, ਜੇ ਆਟਾ ਦਾਲ ਮੁਫਤ, ਚਾਵਲ ਕਣਕ ਮੁਫਤ, ਬਿਜਲੀ ਪਾਣੀ ਮੁਫਤ ਦਾ ਹੀ ਸੱਤਾ ਤੇ ਬੈਠਣ ਦਾ ਸੰਕਲਪ ਹੀ ਸਹੀ ਹੈ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਤਾਂ ਗੁਰਦੁਆਰੇ ਵਿੱਚ ਪਹਿਲਾਂ ਹੀ ਮੁਫਤ ਹਨ। ਸੱਤਾ ਗੁਰਦੁਆਰੇ ਨੂੰ ਸੌਂਪ ਦੇਣੀ ਚਾਹੀਦੀ ਹੈ। ਨਹੀਂ ਹੋਰ, ਜੇ ਹੁਣ ਸਰਕਾਰ ਵਿੱਦਿਆ ਤੇ ਸਿਹਤ, ਸੜਕ ਆਵਾਜਾਈ ਵੀ ਆਪਣੇ ਸ਼ਹਿਰੀਆਂ ਨੂੰ ਬਿਨਾਂ ਟੋਲ ਅਰਥਾਤ ਮੁਗਲੀਆ
ਜਜ਼ੀਆ ਟੈਕਸ ਵਸੂਲੀ ਤੋਂ ਨਹੀਂ ਦੇ ਸਕਦੀ ਤਾਂ ਫਿਰ ਇਸ ਦੀ ਬਾਕੀ ਲੋੜ ਹੀ ਕੀ ਰਹਿ ਜਾਂਦੀ ਹੈ। ਜਿਸ ਟੈਕਸ ਦਾ ਖਾਤਮੇ ਦਾ ਅਤੇ ਇਹ ਟੈਕਸ ਨਾ ਭਰਨ ਦਾ ਐਲਾਨ ਤਾਂ ਖੁਦ ਸਿੱਖ ਗੁਰੂ ਸਾਹਿਬਾਨਾਂ ਨੇ ਕੀਤਾ ਤੇ ਕਰਵਾਇਆ ਹੋਵੇ, ਉਹੀ ਪੰਜਾਬ ਵਿੱਚ ਫਿਰ ਲਾਗੂ ਕਰ ਦਿੱਤਾ ਜਾਵੇ। ਫਿਰ ਕੀ ਸਰਕਾਰ ਦਾ ਸੰਕਲਪ ਸਿਰਫ ਰਿਸ਼ਵਤ ਖਾਣਾ ਤੇ ਬਾਕੀ ਦੇ ਕੰਮ ਰਿਸ਼ਵਤ ਲਈ ਕਰਨੇ? ਸਿੱਖਾਂ ਨੂੰ ਹੁਣ ਸੰਜੀਦਾ ਹੋ ਕੇ ਸਿੱਖ ਸੱਭਿਅਤਾ ਦੀਆਂ ਕੁਝ ਕੁ ਬਾਕੀ ਬਚੀਆਂ ਸਿਧਾਂਤਕ, ਭੌਤਿਕ, ਸੰਕਲਪੀ, ਰਾਜਸੀ ਨਿਸ਼ਾਨਿਆਂ ਨੂੰ ਉਹਨਾਂ ਦੇ ਮੂਲ ਰੂਪ ਵਿੱਚ ਹੀ ਸੰਭਾਲਣ ਅਤੇ ਜਿਹੜੀਆਂ ਤਬਾਹ ਕਰ ਦਿੱਤੀਆਂ ਗਈਆਂ ਹਨ ਉਹਨਾਂ ਨੂੰ ਉਹਨਾਂ ਦੇ ਮੂਲ ਨਕਸ਼ੇ, ਰੂਪ ਅਤੇ ਮਟੀਰੀਅਲ ਵਿੱਚ ਹੀ ਮੁੜ ਉਸਾਰੀ ਦੀ ਕਾਰ ਸੇਵਾ ਆਰੰਭਣੀ ਚਾਹੀਦੀ ਹੈ। ਵੈਸੇ ਮੈਂ ਨਿੱਜੀ ਤੌਰ 'ਤੇ ਇਹ ਚਾਹੁੰਦਾ ਹਾਂ ਅਤੇ ਇਹ ਮੰਨਦਾ ਹਾਂ ਕਿ ਸਿੱਖਾਂ ਨੂੰ ਆਪਣੇ ਸਾਰੇ ਸੰਸਾਧਨ ਅਤੇ ਸ਼ਕਤੀ ਸਰੋਤ ਸਿਰਫ ਤੇ ਸਿਰਫ ਖਾਲਿਸਤਾਨ ਦੇ ਨਿਰਮਾਣ ਹਿੱਤ ਖਪਾ ਦੇਣੇ ਚਾਹੀਦੇ ਹਨ ਅਤੇ ਇਸ ਦੀ ਪ੍ਰਾਪਤੀ ਤੋਂ ਬਾਅਦ ਇਹ ਸਾਰੇ ਕੰਮ ਇਸ ਸਰਕਾਰ ਦੇ ਜ਼ਿੰਮੇ ਲਾ ਦੇਣੇ ਚਾਹੀਦੇ ਹਨ, ਕਿਉਂਕਿ ਇਸ ਤੋਂ ਬਗੈਰ ਗੁਰਆਸ਼ੇ ਦੀ ਮਿੱਥੀ ਮੰਜ਼ਿਲ ਦੀ ਗੁਰੂ ਸਾਹਿਬਾਨਾਂ ਵੱਲੋਂ ਬਣਾਏ ਗਏ ਖਾਕੇ ਦੀ ਰੂਪਰੇਖਾ ਵਾਲੀ ਯੋਜਨਾਬੰਦੀ ਵਿੱਚ ਸੰਭਵ ਨਹੀਂ ਹੋ ਸਕਦੀ। ਜਿਸ ਕਾ ਰਾਜ ਤਿਸੇ ਕਾ ਸੁਪਨਾ ਦਾ ਸੰਕਲਪ ਇਸੇ ਲਈ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿੰਦੇ ਹਨ। ਇਹ ਉਹ ਗੁਰਮਤ ਦਾ ਮੂਲ ਆਧਾਰ ਅਤੇ ਸਰੋਤ ਪੈਦਾ ਕਰਨ ਦਾ ਹੁਕਮ ਹੈ ਤੇ ਫਿਰ ਇਸ ਹੁਕਮ ਦੀ ਸੱਤਾ ਵਿੱਚ ਅਕਾਲ ਪਰਥਾਏ ਜੀਵਣਾ ਹੀ ਰਜਾ ਹੈ। ਲੋਹਗੜ੍ਹ ਧੁਰੋਂ ਵਰਸਾਈ ਇਸੇ ਹੀ ਪਰੰਪਰਾ ਦੀ ਸੱਭਿਅਤਾ ਦਾ ਜਾਮਨ ਹੈ, ਜਿਸ ਦੀ ਕਾਇਮੀ ਲਈ ਹੀ ਸਰਬ ਲੋਹ ਦੇ ਖੰਡੇ ਬਾਟੇ ਵਿੱਚੋਂ ਪੰਥ ਖਾਲਸਾ ਪ੍ਰਗਟ ਹੁੰਦਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਦਾ ਇਹੋ ਵਰਤਾਰੇ ਦਾ ਸੰਕਲਪ ਦਾ ਵਿਹਾਰਕ ਸਿਧਾਂਤਕ ਅਮਲ ਹੈ। ਜੂਨ 1710 ਵਿਸ਼ਵ ਵਿੱਚ ਪਹਿਲੇ ਲੋਕਤੰਤਰੀ ਗਣਰਾਜ ਦਾ ਉਦੈ, ਦਰਬਾਰੇ ਖਾਲਸਾ ਦੀ ਪਹਿਲੀ ਸੰਸਦ ਦੀ ਸਥਾਪਨਾ। 29 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੀ ਜੰਗ ਫਤਿਹ ਕਰ ਲਈ। 2 ਦਿਨ ਬਾਅਦ ਅਰਥਾਤ ਲਗਭਗ 31 ਮਈ 1710 ਨੂੰ ਖਾਲਸਾ ਫੌਜਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਰਹੰਦ ਵਿਖੇ ਦਾਖਲ ਹੋ ਗਈਆਂ। ਸਰਹੰਦ ਫਤਿਹ ਹੋ ਗਿਆ। ਸਤਲੁਜ ਤੋਂ ਜਮਨਾ ਵਿਚਕਾਰਲਾ ਇਲਾਕਾ ਪੰਥ ਖਾਲਸਾ ਜੀ ਦੀ ਸਰਕਾਰੇ ਖਾਲਸਾ ਦੇ ਅਧੀਨ ਆ ਗਿਆ, ਜਿੱਥੇ ਨਾਨਕਸ਼ਾਹੀ ਰਾਜ ਸਥਾਪਿਤ ਕੀਤਾ ਗਿਆ। ਇਸ ਇਤਿਹਾਸਕ ਦਿਹਾੜੇ ਦੀਆਂ ਮਿਤੀਆਂ ਸੰਬੰਧੀ ਬਹੁਤ ਭੁਲੇਖੇ ਹਨ, ਜਿਸ ਕਰਕੇ ਇਸੇ ਪੁਸਤਕ ਦੇ ਪਹਿਲੇ ਐਡੀਸ਼ਨ ਵਿੱਚ ਦਾਸ ਨੇ ਵੀ ਗਲਤ ਤਾਰੀਖ ਲਿਖ ਦਿੱਤੀ ਸੀ। ਮੈਂ ਖਿਮਾ ਸਹਿਤ ਹੁਣ ਉਸ ਨੂੰ ਇੰਜ ਸੋਧਣਾ ਚਾਹੁੰਦਾ ਹਾਂ। ਉਹ ਪਾਠਕ ਜਿਨ੍ਹਾਂ ਪਾਸ ਮੇਰੀ ਪਹਿਲੀ ਪੁਸਤਕ ਹੈ ਉਹ ਵੀ ਇਸ ਅਨੁਸਾਰ ਸੋਧ ਕਰਨ ਦੀ ਕਿਰਪਾ ਕਰਨ। ਚੱਪੜਚਿੜੀ ਦੀ ਜੰਗ ਦੀ ਪੱਕੀ ਸਰਕਾਰੀ ਰਿਕਾਰਡ ਅਨੁਸਾਰ ਤਾਰੀਖ ਸੰਮਤ 24 ਰਬੀਉਲ ਅਵਲ ਹਿਜਰੀ 1122 ਨੂੰ ਚੱਪੜਚਿੜੀ ਦੀ ਜੰਗ ਹੁੰਦੀ ਹੈ, ਜੋ 13 ਮਈ ਦਿਨ ਸ਼ਨਿਚਰਵਾਰ 1710 ਜੂਲੀਅਨ ਬਣਦੀ ਹੈ। ਇੱਥੇ ਇਹ ਗੱਲ ਯਾਦ ਰੱਖਣੀ ਜ਼ਰੂਰੀ ਹੈ ਕਿ ਭਾਰਤੀ ਧਰਤੀ ਤੇ ਜੂਲੀਅਨ ਕੈਲੰਡਰ ਕਦੇ ਵੀ ਲਾਗੂ ਨਹੀਂ ਰਿਹਾ। ਭਾਰਤੀ ਕੈਲੰਡਰ ਮੁਤਾਬਕ 15 ਜੇਠ ਬਿਕਰਮੀ ਸੰਮਤ 1767 ਬਣਦੀ ਹੈ। ਨਾਨਕਸ਼ਾਹੀ 242 ਜੇਠ 15 ਬਣਦੀ ਹੈ, ਜਿਸ ਮੁਤਾਬਕ ਅੱਜ ਇਸ ਇਤਿਹਾਸਕ ਘਟਨਾ ਨੂੰ 15 ਜੇਠ 29 ਮਈ ਨੂੰ ਹੀ ਯਾਦ ਕੀਤਾ ਜਾਂਦਾ ਹੈ। ਇਸ ਤੋਂ 2 ਦਿਨ ਬਾਅਦ ਸਰਹੰਦ ਫਤਿਹ ਕੀਤੀ ਜਾਂਦੀ ਹੈ, ਜੋ 17 ਜੇਠ 15 ਮਈ 1710 OS ਅਨੁਸਾਰ ਬਣਦੀ ਹੈ। ਇਹ ਅੱਜ ਦੇ ਕੈਲੰਡਰ ਅਨੁਸਾਰ 17 ਜੇਠ 31 ਮਈ NS ਬਣਦੀ ਹੈ। ਇਹੋ ਅਸਲ ਤਾਰੀਖਾਂ ਬਣਦੀਆਂ ਹਨ। ਸਾਰੀਆਂ ਹੀ ਇਤਿਹਾਸਕ ਪੁਸਤਕਾਂ ਵਿੱਚ ਇਸ ਦੀ ਸੋਧ ਕਰ ਲਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਪੰਥ ਖਾਲਸੇ ਦੀ ਪਹਿਲੀ ਪ੍ਰਭੂਸੱਤਾ ਧਾਰੀ ਸੰਸਦ ਦਾ ਇਕੱਠ ਜੂਨ ਮਹੀਨੇ ਵਿੱਚ ਸਰਹੰਦ ਵਿਖੇ ਹੋਇਆ। ਇਹ ਭਾਰਤੀ ਉਪ ਮਹਾਦੀਪ ਵਿੱਚ ਹੀ ਨਹੀਂ ਸਗੋਂ ਸੰਪੂਰਨ ਏਸ਼ੀਆ ਤੋਂ ਵੀ ਅੱਗੇ ਲੰਘ ਕੇ ਸੰਸਾਰ ਭਰ ਵਿੱਚ ਅਕਾਲ ਨਸਲੀ ਮਨੁੱਖ ਹਿੱਤ ਪਹਿਲੇ ਲੋਕਤੰਤਰੀ ਗਣਰਾਜ ਦੇ ਵਾਸਤਵਿਕ ਪ੍ਰਗਟਾਅ ਦਾ ਹਕੀਕੀ ਆਰੰਭ ਸੀ। ਆਪਣੀ ਧਰਤੀ ਤੋਂ ਹਾਰੇ ਹੋਏ ਅਤੇ ਭਗੌੜੇ ਬਣ ਕੇ ਆਏ ਆਰੀਅਨ ਨੇ ਸਭ ਤੋਂ ਪਹਿਲਾਂ ਸਪਤ ਸਿੰਧੂ ਦੀ ਇਸ ਧਰਤੀ ਤੇ ਬਲਾਤ ਕਬਜ਼ਾ ਕੀਤਾ, ਜਿਸ ਦਾ ਆਰੀਅਨਾਂ ਤੋਂ ਬਹੁਤ ਬਾਅਦ ਵਿੱਚ ਮੁਹੰਮਦ ਗਜਨੀ ਦੇ ਸਮੇਂ ਨਾਮ ਭਾਸ਼ਾਈ ਮਜਬੂਰੀਆਂ ਕਰਕੇ ਵਿਦੇਸ਼ੀ ਹਾਕਮਾਂ ਵੱਲੋਂ ਸਿੰਧੂ ਦਰਿਆ ਦੇ ਇਲਾਕੇ ਨੂੰ ਹਿੰਦੁਸੱਤਾ, ਜਿਸ ਦਾ ਉਹਨਾਂ ਦੀ ਭਾਸ਼ਾ ਵਿੱਚ ਅਰਥ ਚੋਰ ਉਚੱਕਿਆਂ ਦੀ ਧਰਤੀ ਕਰਕੇ ਮਸ਼ਹੂਰ ਹੋ ਗਿਆ। ਇਹਨਾਂ ਆਰੀਅਨਾਂ ਨੇ ਲਗਭਗ 1500 BC ਨੂੰ ਇਸ ਧਰਤੀ ਦੇ ਜੰਮਪਲ ਲੋਕਾਂ ਨੂੰ ਆਪਣਾ ਗੁਲਾਮ ਬਣਾ ਕੇ
ਆਪਣੀ ਸੱਭਿਅਤਾ ਤੇ ਧਾਰਮਿਕ ਅਕੀਦਿਆਂ ਨੂੰ ਮੰਨਣ ਲਈ ਮਜਬੂਰ ਕਰ ਦਿੱਤਾ, ਜਿਸ ਨਾਲ ਸਪਤ ਸਿੰਧੂ ਦੀ ਇਹ ਧਰਤੀ ਆਪਣੀ ਅਸਲ ਜਮਾਂਦਰੂ ਕੁਦਰਤੀ ਹੋਂਦ ਅਤੇ ਸੱਭਿਅਤਾ ਦੇ ਕੁਦਰਤੀ ਵਰਤਾਰੇ ਤੋਂ ਹਮੇਸ਼ਾ ਲਈ ਦੂਰ ਹੋ ਗਈ ਤੇ ਵਿਛੜ ਗਈ। ਇਸ ਤੋਂ ਬਾਅਦ ਇਸ ਧਰਤੀ ਤੇ ਅਜਿਹੀ ਦੋਗਲੀ ਮਨੁੱਖੀ ਨਸਲ ਨੇ ਜਨਮ ਲੈਣਾ ਆਰੰਭ ਕੀਤਾ ਜੋ ਹਾਰਿਆਂ ਹੋਇਆਂ ਵਿੱਚੋਂ ਵੀ ਇੱਕ ਗੁਲਾਮ ਬਣੀ ਹੋਈ ਮਨੁੱਖਤਾ ਤੇ ਦੂਜੀ ਆਪਣੀ ਧਰਤੀ ਤੋਂ ਹਾਰ ਕੇ ਭਗੌੜੇ ਹੋ ਕੇ ਆਈ ਹਾਰੀ ਹੋਈ ਨਮੋਸ਼ੀ ਵਾਲੀ ਮਨੁੱਖਤਾ ਦੇ ਸੁਮੇਲ ਤੋਂ ਪੈਦਾ ਹੋਈ। ਇੱਥੇ ਇੱਕ ਦੋਗਲਾ ਤੇ ਖਿਚੜੀ ਸੱਭਿਆਚਾਰ ਵਿਕਸਿਤ ਹੋਇਆ, ਜਿਸ ਦਾ ਮੂਲ ਆਪਣੇ ਸਵਾਰਥਾਂ ਨੂੰ ਪੁਗਾਉਣਾ ਹੀ ਰਿਹਾ ਹੈ। ਹੌਲੇ ਹੌਲੇ ਇਸ ਵਿੱਚ ਕੁਝ ਵੀ ਆਪਣਾ ਮੌਲਿਕ ਨਹੀਂ ਬਚਿਆ। ਫਿਰ ਇਸ ਸਪਤ ਸਿੰਧੂ ਦੀ ਧਰਤੀ ਤੇ ਮੁਹੰਮਦ ਗਜ਼ਨੀ ਨੇ ਆਪਣਾ ਪਹਿਲਾ ਹਮਲਾ ਸੰਨ 1001 ਵਿੱਚ ਕੀਤਾ। ਉਸ ਵਕਤ ਇਸ ਧਰਤੀ ਤੇ ਰਾਜਾ ਜੈਪਾਲ ਦਾ ਰਾਜ ਸੀ। ਇਹ ਇਸ ਧਰਤੀ ਦਾ ਉਹ ਅੰਤਮ ਰਾਜਾ ਹੋਇਆ ਹੈ ਜੋ ਉਸ ਦੋਗਲੀ ਮਨੁੱਖੀ ਨਸਲ ਦੀ ਖਿਚੜੀ ਸੱਭਿਆਚਾਰ ਵਿੱਚੋਂ ਹੀ ਸੀ ਜਿਸ ਦਾ ਉੱਪਰ ਜ਼ਿਕਰ ਕੀਤਾ ਹੈ। ਇਸ ਧਰਤੀ ਦੀ ਮੌਲਿਕ ਮਾਜਾਈ ਖਾਸੀਅਤ ਅਤੇ ਸੱਭਿਅਤਾ ਇਸ ਪਾਸ ਨਹੀਂ ਸੀ। ਸੱਭਿਅਤਾ ਦੇ ਨਾਮ ਤੇ ਇੱਕ ਖਿਚੜੀ ਸੱਭਿਆਚਾਰ ਦੀ ਦੁਰਦਸ਼ਾ ਦਾ ਸਮਾਜ ਸ਼ਿਕਾਰ ਸੀ। ਇਹੋ ਵਜ੍ਹਾ ਹੈ ਕਿ ਬਾਹਰੋਂ ਆਇਆ ਇੱਕ ਤਾਨਾਸ਼ਾਹ ਇਸ ਧਰਤੀ ਨੂੰ ਬਿਨਾਂ ਕਿਸੇ ਵੱਡੇ ਵਿਰੋਧ ਦੇ ਆਪਣਾ ਗੁਲਾਮ ਅਣਖਹੀਣਤਾ ਦੀ ਇਸ ਹੱਦ ਤੱਕ ਬਣਾ ਲੈਂਦਾ ਹੈ ਕਿ ਉਹ ਇਸ ਧਰਤੀ ਦੇ ਰਾਜਾ ਜੈਪਾਲ ਨੂੰ ਬੰਦੀ ਬਣਾ ਕੇ ਆਪਣੇ ਨਾਲ ਗਜ਼ਨੀ ਲੈ ਜਾਂਦਾ ਹੈ। ਸਿਰਫ ਕੈਦੀ ਬਣਾ ਕੇ ਇੱਕ ਰਾਜੇ ਨੂੰ ਲੈ ਜਾਣਾ ਤੇ ਉਸ ਨੂੰ ਮਾਰ ਮੁਕਾਉਣਾ ਹੁੰਦਾ ਤਾਂ ਗੱਲ ਵੱਖਰੀ ਸੀ। ਧਾੜਵੀ ਵਿਦੇਸ਼ੀ ਤਾਨਾਸ਼ਾਹ ਨੇ ਇੰਜ ਨਹੀਂ ਕੀਤਾ। ਮੁਹੰਮਦ ਗਜ਼ਨੀ ਨੇ ਤਥਾਕਥਿਤ ਇਸ ਆਰੀਅਨ ਦੋਗਲੀ ਨਸਲ ਦੇ ਹਿੰਦੂ ਰਾਜੇ ਨੂੰ, ਜਿਸ ਨੂੰ ਪੰਜਾਬ ਦਾ ਆਖਰੀ ਰਾਜਾ ਵੀ ਮੰਨਿਆ ਜਾਂਦਾ ਹੈ, ਨੂੰ ਮਨਾਦੀ ਫਿਰਾ ਕੇ ਗਜ਼ਨੀ ਦੇ ਬਾਜ਼ਾਰ ਵਿੱਚ ਬਤੌਰ ਗੁਲਾਮ ਨਿਲਾਮ ਕਰਕੇ ਵੇਚ ਦਿੱਤਾ ਜਾਂਦਾ ਹੈ। ਇਹ ਪੰਜਾਬੀਅਤ ਦਾ ਅਣਖੀਲਾ ਪੰਜਾਬੀ ਬੜੀ ਸ਼ਾਨ ਨਾਲ ਆਪਣੀ ਇੱਛਾ ਅਨੁਸਾਰ ਆਪਣੀ ਬੋਲੀ ਲਵਾ ਕੇ ਵਿਕ ਕੇ ਇੱਕ ਅਮੀਰ ਦੇ ਘਰੇ ਉਸ ਦਾ ਜ਼ਰ ਖਰੀਦ ਗੁਲਾਮ ਦਾਸ ਨੌਕਰ ਬਣ ਕੇ ਉਸ ਦੀ ਸੇਵਾ ਵਿੱਚ ਲੱਗ ਗਿਆ। ਇਹ ਉਸ ਪੰਜਾਬੀਅਤ ਦਾ ਅਸਲ ਵਿਰਸਾ ਹੈ ਜਿਸ ਦੀ ਅੱਜ ਦਾ ਹੁਕਮਰਾਨ ਅਤੇ ਵਿਦਵਾਨ ਗੁਣਗਾਨ ਕਰਕੇ ਸਿੱਖ ਨੂੰ ਵੀ ਪੰਜਾਬੀ ਬਣਾਉਣ ਤੇ ਲੱਗੇ ਹਨ। ਤਾਨਾਸ਼ਾਹ ਮੁਹੰਮਦ ਗਜ਼ਨੀ ਨੇ ਇਸ ਤੋਂ ਬਾਅਦ ਇਸ ਧਰਤੀ ਤੇ 17 ਹੋਰ ਹਮਲੇ ਕੀਤੇ ਅਤੇ ਉਸ ਦਾ ਆਖਰੀ ਹਮਲਾ ਸੰਨ 1025 ਵਿੱਚ ਹੋਇਆ। ਇਸ ਹਮਲੇ ਤੋਂ ਬਾਅਦ ਹੀ ਗਜ਼ਨੀ ਸੋਮਨਾਥ ਦੇ ਮੰਦਿਰ ਤੱਕ ਚੜ੍ਹਾਈ ਕਰਦਾ ਹੋਇਆ ਇਸ ਲਈ ਗਿਆ ਕਿ ਉਸ ਪਾਸ ਸੂਹ ਸੀ ਕਿ ਇਸ ਮੰਦਿਰ ਵਿੱਚ ਸਭ ਹਿੰਦੂ ਰਾਜੇ ਇਕੱਠੇ ਹੋ ਕੇ ਉਸ ਦੇ ਖਿਲਾਫ ਯੁੱਧ ਦੀ ਰਣਨੀਤੀ ਤਿਆਰ ਕਰ ਰਹੇ ਹਨ। ਤਾਨਾਸ਼ਾਹ ਗਜ਼ਨੀ ਨੂੰ ਇਹ ਗੱਲ ਬੜੀ ਤੀਬਰਤਾ ਨਾਲ ਸੋਮਨਾਥ ਵੱਲ ਲੈ ਗਈ। ਕਿਸੇ ਵੀ ਤਥਾ ਕਥਿਤ ਹਿੰਦੂ ਰਾਜੇ ਨੇ ਇਸ ਧਾੜਵੀ ਦਾ ਵਿਰੋਧ ਨਾ ਕੀਤਾ। ਸਾਰਿਆਂ ਹੀ ਇਸ ਦੀ ਗੁਲਾਮੀ ਸਵੈ ਇੱਛਾ ਨਾਲ ਅਪਣਾ ਲਈ। ਇਹ ਸੋਮਨਾਥ ਨੂੰ ਲੁੱਟ ਕੇ ਬੜੀ ਸ਼ਾਨ ਨਾਲ ਆਪਣਾ ਵਿਜਯੀ ਜਸ਼ਨ ਵਿੱਚ ਗੁਲਾਮ ਬਣਾਏ ਹਿੰਦੂ ਰਾਜਿਆਂ ਦੀ ਪ੍ਰਦਰਸ਼ਨੀ ਲਗਾ ਕੇ ਥਾਂ ਥਾਂ ਦਿਖਾਉਂਦਾ ਹੋਇਆ ਵਾਪਸ ਗਜ਼ਨੀ ਚਲਾ ਗਿਆ। ਆਪਣੇ ਨਾਲ ਲੈ ਕੇ ਗਿਆ ਰਾਜਿਆਂ ਦਾ ਵੀ ਉਹੀ ਹਸ਼ਰ ਹੋਇਓ ਜੋ ਜੈਪਾਲ ਦਾ ਹੋਇਆ ਸੀ। ਇਸ ਤੋਂ ਬਾਅਦ ਕਿਸੇ ਨੇ ਵੀ ਇਸ ਸਲਤਨਤ ਦੇ ਖਿਲਾਫ ਆਵਾਜ਼ ਬੁਲੰਦ ਤੱਕ ਕਰਨ ਦੀ ਹਿੰਮਤ ਨਾ ਦਿਖਾਈ। ਵਿਦੇਸ਼ੀ ਤਾਨਾਸ਼ਾਹ ਨੂੰ ਦੁਬਾਰਾ ਇਸ ਧਰਤੀ ਤੋਂ 1101 ਤੋਂ ਲੈ ਕੇ 1469 ਤੱਕ ਕਿਸੇ ਵੀ ਰਾਜਨੀਤਿਕ ਸੱਤਾ ਵਿਰੋਧ ਦਾ ਸਾਹਮਣਾ ਨਾ ਕਰਨਾ ਪਿਆ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ। ਵਿਰੋਧ ਦਾ ਸਾਹਮਣਾ ਉਦੋਂ ਇਸ ਵਿਦੇਸ਼ੀ ਤਾਨਾਸ਼ਾਹੀਤ ਸਲਤਨਤ ਨੂੰ ਉਸ ਵਕਤ ਕਰਨਾ ਪਿਆ ਜਦੋਂ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਦੇ ਸੁੱਤ ਮਨੁੱਖ ਨੂੰ ਅਕਾਲ ਪਰਥਾਏ, ਅਕਾਲੀ ਸੱਭਿਅਤਾ ਦੀ, ਅਕਾਲ ਨਸਲ ਨਿਮਿਤ ਅਕਾਲ ਸੱਤਾ ਦਾ ਨਾਅਰਾ ਬੁਲੰਦ ਕੀਤਾ। ਇਸ ਦਾ ਬੀਜਕ ਆਧਾਰ ਸੀ ਇੱਕ ਓਅੰਕਾਰ ਅਤੇ ਇਸ ਦਾ ਧਾਰਮਿਕ, ਸੱਭਿਆਚਾਰ ਦਾ, ਸਮਾਜਿਕ, ਰਾਜਨੀਤਿਕ, ਆਰਥਿਕ, ਨਿਯੋਜਕ ਅਤੇ ਪ੍ਰਬੰਧਕੀ ਅਮਲ ਦਾ ਪ੍ਰਗਟਾ ਸਪਸ਼ਟ ਤੌਰ ਤੇ ਨਿਯਮ ਅਤੇ ਸਿਧਾਂਤ ਸੰਕਲਪ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਵਿੱਚ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਦਾ ਐਲਾਨ ਕਰਕੇ ਪਾਤਸ਼ਾਹ ਨੇ ਜਦੋਂ ਅਕਾਲ ਨਿਮਿਤ ਸਿਆਸੀ ਇਲਹਾਮ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋ ਧਾਇਆ ਜੋਰੀ ਮੰਗਿਆ ਦਾਨ ਵੇ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜੀਆ ਬਾਹਮਣਾ ਕੀ ਗੱਲ ਥਕੀ ਅਗਦ ਪੜੇ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜ੍ਹੈ ਕਤੇਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ
जात सनाती होर हिदवाणियां ए पी लेखै लाए वे लालो। खून के सोहले गावीए नानक रत का कुंगू पाए वे लालो दा आगाज़ किया। श्री गुरु नानक साहिब जी दे 10 जोत स्वरूप गुरियाई दे 239 सालां दे सिख तो राजनीतिक जथेबंदक गणराज विचली पंच प्रणाली दी गुणतंत्री लोकतंत्र दे आगाज़ होण तक इस धरती ते कोई भी धरती दा मूल निवासी मुड़ राज ना कर सकिया। मुड़ राज प्राप्ति ते राज ਸਿੰਘਾਸਨ ते बैठण दी इच्छा अते दृढ़ता पंथ खालसे राही इस धरती दे वसनीकां विच जागदी है। 1001 तो लैके 1709 तक इस धरती ते कदे भी किसी हिंदू जां पंजाबी ने राज सत्ता ते कब्जा करन दा सुपना तक ना वेख्या। यह पंथ खालसे दी सरकारे खालसा ही सी जिस राही इस धरती तो विदेशियां नूं बाहर कढ़ के खालसा लोक गणराज दा खालसताई मॉडल दरबारे खालसा राही प्रगट करता है ते इस धरती ते खालसे दा सिख कौमीयता दा राज स्थापित करता है। असल चेता रखण वाली गल यह है कि इस धरती ते हिंदू तां अंग्रेज़ की कृपा नाल राज सत्ता ते बिठाया गया है ते हिंदू 1947 तो बाद ही इस धरती ते राज सत्ता कायम करता है। वह भी इकल्ले नहीं बाकी कौमां दियां यूनीयन दी स्टेट दे संकल्प विच। यह 7% प्रमाणित तत्थ है कि 1001 तो बाद इस धरती की सत्ता विच हिंदू अंग्रेज़ की कृपा नाल बतौर होर कौमीयतां की बराबरता के आधार ते राज सत्ता विच अगस्त 1947 विच भाईवाल बनता है। 1001 तो लैके 1947 तक हिंदू लगातार आर्यना मुहम्मद गजनी मुगलों सिखां अते अंग्रेज़ों का गुलाम ही रहा है। इस समय काल विच सिर्फ ते सिर्फ बाबा बंदा सिंह बहादुर ही सिख कौमीयता राही पंथ खालसे दी सरकारे खालसा दा लोकतंत्री गणराज स्थापित करके पूरे खिते नूं सिख राष्ट्रीयता दी राज दी सत्ता दी सरकार कायम करते हैं। इसलिए इस समुचे खिते उपर पंथ खालसे दा पैदाइशी कुदरती अते रब्बी प्रभु सत्ता दी संकल्पधारी राज सत्ता अते उसदी सरकार दे तख्त ते बैठण दा एकमात्र हक है। कोई खिता फतेह कर लेना अपने आप विच बहुत ही सूरबीरता वाला महान काम हुंदा है, पर इस तो भी महान ठोस अते फतेहयाबी नूं हमेशा बरकरार रखण लई वड्डा काम यह हुंदा है कि उत्थे अपनी संकल्पधारी अते सिद्धांतकारी वाली निश्चाधारी सरकार प्रणाली विधान न्याय अर्थ विद्यक अते सत्ता की स्थापति लई व्यवस्था की बहाली की कारजविधि अते व्यवस्थापिका प्रणाली का अमल लागू कर दिती जाए जो लोकां नूं इन्हां तो मिलण वाले लाभ तुरंत पुजदा करे। बाबा बंदा सिंह बहादुर ने 27 मई 1710 नूं अमली तौर ते राज दे इस विहार नूं असल विच लागू कर दिता। यह आरंभ अते जन्म है एक देश काल दा जो दुनिया नूं सब तो पहला लोकतंत्र दिंदा है, संसदी गणराज दिंदा है, लोक मत आधारित चुनी हुई प्रतिनिधिता दा संकल्प दिंदा है अते एक चुनी हुई संसदी सरकार दिंदा है जिस नूं नानकशाही खालिस्तानी प्रणाली दी व्यवस्थाधारी सरकारे खालसा दी स्टेट कहंदे हन। यह मेरा खालिस्तान है। इसनूं लागू करन अते इसदे जन्म होण दा माण सरहंद विखे यमुना तो रावी दरियावां विचकारली धरती नूं हासिल होया है। यह कारनामा सच कर विखाया गौरवमयी शहीदियां नाल भरपूर सिख इतिहास की एक महान शख्सियत अते खालिस्ताई प्रभुता की स्थापना के पहले खालिस्तानी शहीद श्रोमणी लोक नायक सिंह साहिब बाबा बंदा सिंह जी बहादुर ने, जिन्हां ने दसम पिता दे मुबारक कर कमलों तो 5 प्यारियां राही वरसाई खंडे दी पाहुल अते बख्शिशां लैके उस वेले दी एशिया दी एक महान शक्ति अते वड्डी ताकत मुगल हुकूमत नूं चुनौती दिती अते पंजाब विच नानकशाही सिख प्रभु सत्ता दी पातशाही कायम कीती। ओह हस्ती बाबा बंदा सिंह बहादुर है। अज जद पंथ विरोधी धरां सिखां दे अदुੱਤੀ ਅਤੇ विलक्षण इतिहास ਨੂੰ ਵਿਗਾੜ ਕੇ पेश ਕਰਨ ਦੇ ਭਰਪੂਰ ਯਤਨ ਕਰ ਰਹੀਆਂ ਹਨ ਅਤੇ ਦੂਜੇ ਬੰਨੇ ਮੌਜੂਦਾ ਸਿੱਖ ਜਥੇਬੰਦੀਆਂ ਆਪੋ ਆਪਣੀ ਈਰਖਾ ਹੰਕਾਰ ਅਤੇ ਧੜੇਬੰਦਕ ਸਵਾਰਥਾਂ ਵਿੱਚ ਸੱਤਾ ਦੀ ਚਾਪਲੂਸੀ ਵਿੱਚ
ਵਿਕਾਊ ਬਣੀਆਂ ਹੋਈਆਂ ਹਨ। ਅਜੋਕੇ ਮਾਹੌਲ ਵਿੱਚ ਇਸ ਵਿਸ਼ੇ ਤੇ ਅਤੀਤ ਅਤੇ ਵਰਤਮਾਨ ਨੂੰ ਜੋੜਦੇ ਹੋਏ ਵਿਚਾਰ ਕਰਨੀ ਚੁਣੌਤੀ ਭਰਪੂਰ, ਬਹੁਤ ਹੀ ਢੁਕਵੀਂ ਅਤੇ ਲਾਹੇਵੰਦ ਰਹੇਗੀ। ਕੁਝ ਇਤਿਹਾਸਕਾਰਾਂ ਅਤੇ ਰਾਜਨੀਤਿਕਾਂ ਨੇ ਜਾਣ ਬੁੱਝ ਕੇ ਅਤੇ ਕੁਝ ਨੇ ਅਣਜਾਣਪੁਣੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬੇਲੋੜੇ ਭੁਲੇਖੇ ਪੈਦਾ ਕੀਤੇ ਹਨ ਤਾਂ ਜੋ ਉਹਨਾਂ ਦੇ ਰੌਸ਼ਨ ਨਾਮ ਨੂੰ ਸਿੱਖ ਇਤਿਹਾਸ ਵਿੱਚ ਝੁਠਲਾਇਆ ਜਾ ਸਕੇ। ਇਸ ਕੰਮ ਵਿੱਚ ਸਿੱਖ ਇਤਿਹਾਸਕਾਰ ਵੀ ਪਿੱਛੇ ਨਹੀਂ ਰਹੇ ਹਨ। ਦਰਅਸਲ ਬਾਬਾ ਬੰਦਾ ਸਿੰਘ ਬਹਾਦਰ ਅਚਨਚੇਤ ਹੀ ਪੰਜਾਬ ਵਿੱਚ ਇੱਕ ਸੂਰਜ ਦੇ ਤੇਜ ਵਾਂਗ ਦਮਦਮਾਉਂਦੇ ਹੋਏ ਪੰਥ ਖਾਲਸੇ ਦੀ ਸ਼ਕਤੀ ਰਾਹੀਂ ਪੰਜਾਬ ਵਿੱਚ ਉਦੋਂ ਚੜ੍ਹਦੇ ਹਨ ਜਦੋਂ ਉਸ ਵੇਲੇ ਚਾਰ ਚੁਫੇਰੇ ਅੰਧਕਾਰ ਪਸਰ ਗਿਆ ਸੀ ਅਤੇ ਜਿਸ ਵਿੱਚੋਂ ਬਾਹਰ ਨਿਕਲਣ ਦੀ ਕੋਈ ਆਸ ਦੀ ਕਿਰਨ ਅਤੇ ਰਾਹ ਗੁਰੂ ਕਿਆਂ ਨੂੰ ਸਮਝ ਨਹੀਂ ਸੀ ਆ ਰਿਹਾ। ਸਿੱਖ ਇਤਿਹਾਸ ਵਿਸ਼ੇਸ਼ ਤੌਰ 'ਤੇ ਅਤੇ ਇਸ ਖਿੱਤੇ ਦਾ ਇਤਿਹਾਸ ਖਾਸ ਤੌਰ 'ਤੇ ਇਸ ਵਿਹਾਰਕ ਸੰਕਲਪ 'ਤੇ ਬਿਲਕੁਲ ਚੁੱਪ ਹੈ ਕਿ ਗੁਰੂ ਸਾਹਿਬ ਨੇ ਸਰੀਰ ਗੁਰੂ ਦੀ ਪਰੰਪਰਾ ਬੰਦ ਕਰ ਦੇਣ ਤੋਂ ਬਾਅਦ ਆਪਣੇ ਸਾਜੇ ਪੰਥ ਖਾਲਸਾ ਲਈ ਕੀ ਮੰਜ਼ਿਲ, ਉਸ ਮੰਜ਼ਿਲ ਦਾ ਕੀ ਸੰਕਲਪ, ਉਸ ਸੰਕਲਪ ਲਈ ਕਿਹੜਾ ਸਿਧਾਂਤ ਅਤੇ ਇਹਨਾਂ ਸਭਨਾਂ ਲਈ ਕੀ ਨਾਨਕਸ਼ਾਹੀ ਖਾਲਸਤਾਈ ਸੱਭਿਅਤਾ ਦੇ ਅਗਲੇਰੇ ਪ੍ਰਬੰਧਕੀ ਢਾਂਚੇ ਹਿੱਤ ਕਿਹੜਾ ਪ੍ਰਬੰਧ ਕੀਤਾ ਸੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਦੇਣ ਤੋਂ ਬਾਅਦ ਨਾਂਦੇੜ ਪੁੱਜਣ ਤੱਕ ਗੁਰੂ ਗੋਬਿੰਦ ਸਿੰਘ ਜੀ ਪੰਜਾਬ ਬਾਰੇ ਕੀ ਸੋਚ ਅਤੇ ਪ੍ਰਬੰਧਕੀ ਵਿਚਾਰ ਰੱਖਦੇ ਸਨ। ਪੰਥ ਖਾਲਸਾ ਜੋ ਸਿੱਖ ਕੌਮੀਅਤਾਂ ਦੀ ਰਾਜਸੀ ਸ਼ਕਤੀ ਦੀ ਜਥੇਬੰਦਕ ਸਰਕਾਰ ਕਾਇਮ ਕੀਤੀ ਗਈ ਸੀ, ਉਸ ਦਾ ਹੁਣ ਕੀ ਰੋਲ ਗੁਰੂ ਸਾਹਿਬ ਨੇ ਨਿਰਧਾਰਿਤ ਕੀਤਾ ਸੀ। ਇਸ ਅਹਿਮ ਅਤੇ ਸ਼੍ਰੋਮਣੀ ਮੁੱਦੇ ਤੇ ਸਭ ਚੁੱਪ ਹਨ, ਮੁਕੰਮਲ ਚੁੱਪ। ਇਹ ਦੜਵੱਟੀ ਮੌਨਧਾਰੀ ਹਨ ਜਾਂ ਅਪਰਾਧ ਤੁਲ ਚੁੱਪੀ। ਕਦੇ ਸਿੱਖ ਦੀ ਸਿੱਖੀ ਨੇ ਇਸ ਤੇ ਚਿੰਤਨ ਕਰਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ। ਇਸ ਤੇ ਚਿੰਤਨ ਦੇ ਆਰੰਭ ਦੀ ਬੜੀ ਹੀ ਸ਼ਿੱਦਤ ਨਾਲ ਸ਼੍ਰੋਮਣੀ ਲੋੜ ਹੈ। ਗੁਰੂ ਤੋਂ ਸਿੱਖ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਲੈਣਾ, ਸਿੱਖ ਤੋਂ ਗੁਰੂ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਅਤੇ ਸਿੱਖ ਕੌਮੀਅਤਾਂ ਦੀ ਇਸ ਅਕਾਲ ਪਿਰਤੀ ਸੱਭਿਅਤਾ ਦੀ ਸੰਪੂਰਨਤਾ ਆਪੇ ਗੁਰਚੇਲਾ ਦੇ ਪ੍ਰਗਟਾ ਰਾਹੀਂ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਰਬ ਲੋਹੀ ਖੰਡੇ ਬਾਟੇ ਦੀ ਪਹੁਲ ਵਿੱਚੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੇ ਰੂਪ ਵਿੱਚ ਵਟਤ ਵਟਾ ਕੇ ਪ੍ਰਗਟਾਉਂਦੇ ਹਨ। ਇੰਜ ਇਸ ਗੁਰੂ ਸਿੱਖ ਤੋਂ ਸਿੱਖ ਗੁਰੂ ਦੀ ਇਸ ਪਰੰਪਰਾ ਵਿੱਚ ਲੰਗਰ, ਪੰਗਤ, ਸੰਗਤ, ਸੇਵਾ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ ਤੋਂ ਹੁੰਦੀ ਹੋਈ ਗੁਰਦੁਆਰੇ ਰਾਹੀਂ ਸੰਗਤ ਗੁਰਮਤ ਦੇ ਲੜ ਲੱਗ ਕੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਗੁਰੂ ਕਾ ਖਾਲਸਾ ਬਣ ਕੇ ਤਖਤ ਤੋਂ ਰਾਜ ਤੱਕ ਕਿਉਂ ਪੁੱਜੀ? ਕੀ ਇਸ ਦਾ ਸੰਕਲਪ ਸਿਰਫ ਇਤਨਾ ਹੀ ਸੀ ਕਿ ਸਿੱਖ ਆਪ ਦਾਨ ਦੇ ਕੇ ਆਪ ਹੀ ਆਪਣੇ ਲੰਗਰ ਵਿੱਚ ਧੱਕਾ ਮੁੱਕੀ ਕਰਕੇ ਆਪ ਹੀ ਆਪਣਾ ਦਾਨ ਖਾ ਪੀ ਛੱਕ ਜਾਣ, ਜਾਂ ਇਸ ਲਈ ਸੰਗਤ ਕਾਇਮ ਕੀਤੀ ਗਈ ਕਿ ਉਹ ਸੁੱਖਾਂ ਦੀ ਕਾਮਨਾ ਲਈ ਬੇਸਬਰੀ ਹੋਈ ਸੁਖਮਨੀ ਦਾ ਜਾਪ ਕਰੀ ਜਾਵੇ ਤੇ ਨਿਤਨੇਮ ਅਤੇ ਆਸਾ ਦੀ ਵਾਰ ਦੀ ਸੱਭਿਅਕ ਸਮਾਜਿਕ ਬਣਤਰ ਦਾ ਤਿਆਗ ਕਰ ਦੇਵੇ? ਗੁਰਦੁਆਰੇ ਦਾ ਨਿਰਮਾਣ ਕੀ ਇਸ ਲਈ ਕੀਤਾ ਗਿਆ ਸੀ ਕਿ ਉਹ ਵੀ ਇੱਕ ਕਰਮਕਾਂਡੀ ਧਰਮ ਨਿਭਾਉਣ ਦਾ ਕੇਂਦਰ ਬਣ ਕੇ ਰਹਿ ਜਾਵੇ? ਕੀ ਤਖਤ ਦਾ ਨਿਰਮਾਣ ਇਸ ਲਈ ਕੀਤਾ ਗਿਆ ਸੀ ਕਿ ਉਸ ਦੀ ਤੁਲਨਾ ਅਤੇ ਉਸ ਦਾ ਪ੍ਰਬੰਧਕੀ ਨਿਜ਼ਾਮ ਆਪਣੇ ਜਥੇਦਾਰ ਨੂੰ ਪੋਪ ਕਹਿ ਕੇ ਜਾਂ ਸ਼ਾਹੀ ਇਮਾਮ ਅਥਵਾ ਸ਼ੰਕਰਾਚਾਰੀਆ ਬਣਾ ਦਿੱਤਾ ਜਾਵੇ? ਗੁਰਦੁਆਰੇ ਵਿੱਚ ਸੰਗਤ ਜਾਂ ਦੀਵਾਨ ਕੀ ਕੇਵਲ ਕੀਰਤਨ ਸੁਣਨ, ਕਥਾ ਸਰਵਣ ਕਰਨ ਉਪਰੰਤ ਲੰਗਰ ਛਕ ਕੇ ਆਪਣਾ ਧਰਮ ਕਰਮ ਪੂਰਾ ਜਾਣ ਕੇ ਘਰਾਂ ਨੂੰ ਪਰਤ ਜਾਣ ਅਤੇ ਧਰਮ ਪ੍ਰਤੀ ਕਰਮ ਸਭ ਕੁਝ ਖਤਮ ਸਮਝਣ ਲਈ ਹੀ ਸੀ? ਕੀ ਸੇਵਾ ਇਹੋ ਹੈ ਕਿ ਸੰਗਮਰਮਰ ਦੇ ਗੁਰਦੁਆਰੇ 2 ਨੰਬਰ ਅਰਥਾਤ ਮਲਕ ਭਾਗੋ ਦੀ ਕਮਾਈ ਨਾਲ ਕਾਰ ਸੇਵਾ ਰਾਹੀਂ ਬਣਵਾ ਲਏ ਜਾਣ, ਲੰਗਰ ਲਾ ਲਏ ਜਾਣ, ਜੋੜੇ ਝਾੜ ਲਏ ਜਾਣ ਤੇ ਫਿਰ ਜਾ ਕੇ ਰੁਜ਼ਗਾਰ ਵਿੱਚ ਮਨੁੱਖ ਦਾ ਬਾਬਰ ਜਾਂ ਮਲਕ ਭਾਗੋ ਬਣ ਕੇ ਖੂਨ ਪੀਤਾ ਜਾਵੇ ਤੇ ਸ਼ਾਮ ਨੂੰ ਫਿਰ ਗੁਰਦੁਆਰੇ ਜਾ ਕੇ ਸੇਵਾ ਫਲ ਗੋਲਕ ਵਿੱਚ ਪਾ ਕੇ ਸਭ ਕੁਝ ਭੁੱਲ ਜਾਇਆ ਜਾਵੇ? ਆਖਰ ਸਿੱਖ ਦਾ ਕੀ ਫਰਜ਼ ਅਤੇ ਕਰਤੱਵ ਨਿਯਤ ਕੀਤਾ ਗਿਆ ਸੀ ਅਤੇ ਇਸ ਨੂੰ ਨਿਭਾਉਣ ਵਿੱਚ ਕਿਹੜੀ ਪ੍ਰਣਾਲੀ ਨੂੰ ਸੂਚੀਬੱਧ ਕਰ ਨਿਰਧਾਰਿਤ ਕੀਤਾ ਗਿਆ ਸੀ? ਕਿਤੇ ਉਹ ਅਸੀਂ ਸ਼ਾਇਦ ਵਿਸਾਰ ਕੇ ਹੀ ਤਾਂ ਸਿੱਖ ਨਹੀਂ ਬਣੀ ਫਿਰਦੇ। ਆਖਿਰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ ਦੇ ਸਿਧਾਂਤ ਤੇ ਮਗਰਲੇ ਸੰਕਲਪ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ ਦਾ ਪ੍ਰਬੰਧਕੀ ਧੁਰਾ ਕਿਹੜੀ ਸੱਭਿਅਤਾ ਦੇ ਵਿਕਾਸ ਵਿੱਚ ਅੰਕੁਰ ਭਰਦਾ ਹੈ? ਇਸ ਦੀ ਤਿਆਰੀ ਹਿੱਤ ਲੋੜੀਂਦੀ ਜ਼ਮੀਨ ਤਿਆਰ ਕਰਨ ਦੀ ਸੇਵਾ ਸੰਭਾਲ, ਕਾਰ ਸੇਵਾ ਰਾਹੀਂ ਗੁਰਮਤ ਦੇ ਲਾਗੂ ਹੋਣ ਵਾਲੀ ਸੱਭਿਅਤਾ ਦੇ ਨਿਰਮਾਣ,
ਤਖਤ ਤੇ ਬਿਰਾਜਮਾਨ ਹੋ ਕੇ ਸੰਤ ਸਿਪਾਹੀ ਮਨੁੱਖ ਰਾਹੀਂ ਹੁਕਮ ਦੇ ਅਮਲ ਨੂੰ ਲਾਗੂ ਕਰਵਾਉਣ ਦਾ ਚੇਤਨਾ ਮਾਰਚ ਕਦੇ ਅੰਮ੍ਰਿਤਸਰ, ਕੇਸਗੜ੍ਹ, ਹਜੂਰ ਸਾਹਿਬ, ਪਟਨਾ ਸਾਹਿਬ ਜਾਂ ਦਮਦਮਾ ਸਾਹਿਬ ਤੋਂ ਚੱਲਿਆ। ਕਿਉਂ ਨਾ ਕਿਸੇ ਡੇਰੇ ਤੋਂ ਕਿਸੇ ਸੰਤ ਨੇ ਇਸ ਹਿੱਤ ਪੰਥ ਨੂੰ ਮੋਰਚੇ ਲਈ ਲਲਕਾਰਿਆ। ਇਹ ਉਹ ਸਵਾਲ ਹਨ ਜਿਹੜੇ ਸਾਡੇ ਤੇ ਸਿੱਖ ਹੋਣ ਤੇ ਵੀ ਸ਼ੱਕ ਪ੍ਰਗਟ ਕਰ ਜਾਂਦੇ ਹਨ ਕਿ ਸਿਰਫ ਸਿੱਖੀ ਦਾ ਇਹੋ ਫਰਜ਼, ਕਰਤੱਵ, ਸਿਧਾਂਤ, ਸੰਕਲਪ, ਸੱਭਿਆਚਾਰ, ਮਰਿਆਦਾ, ਆਚਰਣ ਅਤੇ ਪ੍ਰਬੰਧ ਹੈ ਕਿ ਗੁਰੂ ਸਾਹਿਬ ਨੇ ਪੰਥ ਖਾਲਸੇ ਨੂੰ ਜੋਤੀ ਜੋਤ ਸਮਾਉਣ ਤੋਂ ਬਾਅਦ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ, ਕੀਰਤਨ ਸੰਗਤ ਕਰਨੀ, ਆਪਣਾ ਦਾਨ, ਆਪਣੇ ਖਾਣ ਲਈ ਲੰਗਰ ਲਾਉਣੇ, ਅਖੰਡ ਪਾਠ ਕਰਾਉਣੇ, ਗੋਲਕਾਂ ਲਈ ਝਗੜੇ ਕਰਨੇ ਅਤੇ ਵੱਡੇ ਵੱਡੇ ਦੀਵਾਨ ਆਪੋ ਆਪਣੀ ਧੜੇਬੰਦਕ ਚੌਧਰ ਦੀ ਹਉਮੈ ਨੂੰ ਪੱਠੇ ਪਾਉਣ ਲਈ ਲਾਉਣੇ ਹੀ ਸਿਰਫ ਨਿਯਤ ਕੀਤਾ ਸੀ ਅਤੇ ਇੰਜ ਧੜੇਬੰਦੀਆਂ ਵਿੱਚ ਵੰਡ ਕੇ ਪੰਥ ਨੂੰ ਅਕਾਲ ਹੁਕਮ ਅਤੇ ਧਰਮ ਅੰਸ਼ ਵੰਸ਼ ਤੋਂ ਫਿਰ ਤੋੜ ਕੇ ਆਪੋ ਆਪਣੀ ਲੀਡਰੀ, ਜਥੇਬੰਦੀ ਜਾਂ ਸੰਤ ਸਾਧੀ ਡੇਰਵਾਦੀ ਮਰਿਆਦਾ ਵਿੱਚ ਕੈਦੀ ਗੁਲਾਮ ਬਣਾ ਲੈਣਾ ਹੀ ਮੰਜ਼ਿਲ ਸੀ, ਜਾਂ ਕੀ ਉਦੇਸ਼ ਕੁਝ ਹੋਰ ਸੀ ਅਤੇ ਹੁਕਮ ਬਿਲਕੁਲ ਹੀ ਇਹਨਾਂ ਤੋਂ ਵੱਖਰਾ ਤੇ ਸਪਸ਼ਟ ਸੀ। ਵਰਤਮਾਨ ਸਿੱਖ ਸਮਾਜ ਵਿੱਚ ਵਿਚਰ ਰਹੇ ਹਰ ਪੱਧਰ ਤੇ ਅਗਵਾਈ ਦੇਣ ਵਾਲਿਆਂ ਚੌਧਰੀਆਂ ਨੂੰ ਸਿੱਖੀ ਨੂੰ ਇਸ ਦਾ ਜਵਾਬ ਦੇਣ ਲਈ ਲਲਕਾਰਦਾ ਹੈ। ਸਿੱਖਾਂ ਦਾ ਜਵਾਬ ਦੇਣ ਵਾਲਾ ਸਾਰੇ ਦਾ ਸਾਰਾ ਜ਼ਿੰਮੇਵਾਰ ਚੌਧਰੀ ਤਬਕਾ ਅਤੇ ਲੀਡਰ ਵਿਦਵਾਨ, ਧਾਰਮਿਕ, ਰਾਜਸੀ, ਸਮਾਜਿਕ ਤਬਕਾ ਆਪਣੇ ਫਰਜ਼ ਤੋਂ ਭਗੌੜਾ ਹੈ। ਇਸ ਲਈ ਹੁਣ ਸੰਵਾਦ ਸਿੱਧਾ ਪੈਦਾ ਕਰਨ ਲਈ ਸਾਰੀਆਂ ਖੜੀਆਂ ਕੰਧਾਂ ਨੂੰ ਤੋੜ ਕੇ ਪੰਥ ਖਾਲਸੇ ਦੀ ਮਰਿਆਦਾ ਵਿੱਚ ਗੁਰਮਤ ਅਨੁਰੂਪ ਸੰਗਤ ਨਾਲ ਸਿੱਧੀ ਗੁਰੂ ਦੀ ਗੱਲ ਕਰਨ ਦੀ ਲੋੜ ਆ ਪਈ ਹੈ। ਸਿੱਖਾਂ ਦੇ ਚੇਤਨ ਅਤੇ ਗਿਆਨਵਾਨ ਵਿਵੇਕੀ ਘਰਾਣਿਆਂ ਨੂੰ ਹੁਣ ਇਹ ਗੱਲਾਂ ਕਰਨ ਲਈ ਆਪੋ ਆਪਣੀ ਝਿਜਕ ਨੂੰ ਛੱਡ ਕੇ ਮੈਦਾਨੇ ਜੰਗ ਵਿੱਚ ਇਹ ਸੇਵਾ ਨਿਭਾਉਣ ਹਿੱਤ ਨਿੱਤਰਨਾ ਹੀ ਪੈਣਾ ਚਾਹੀਦਾ ਹੈ। ਇਸ ਦੇ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਦਾ ਮੈਂ ਅੱਗੇ ਜ਼ਿਕਰ ਕਰਦਾ ਚੱਲਾਂਗਾ, ਪਰ ਇੱਥੇ ਇੱਕ ਸਵਾਲ ਦਾ ਜਵਾਬ ਅਵੱਸ਼ ਚਾਹੁੰਦਾ ਹਾਂ ਕਿ 1708 ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣਾ ਸਰੀਰ ਤਿਆਗਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੀਆਂ ਬਖਸ਼ਿਸ਼ਾਂ ਨਾਲ ਪੰਜਾਬ ਵੱਲ ਕਿਉਂ ਤੋਰਿਆ ਗਿਆ ਸੀ? ਇਤਿਹਾਸ ਇਸ ਤੇ ਕਿਉਂ ਚੁੱਪ ਹੈ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਰਣਜੀਤ ਨਗਾਰੇ ਦੇ ਗੁਰੂ ਵਰਸਾਏ ਸੰਕਲਪ ਨੂੰ ਬਦਲਾ ਲੈਣ ਦੀ ਮੰਦੀ ਭਾਵਨਾ ਵਾਲਾ ਸੰਕਲਪ ਕਿਉਂ ਜੋੜ ਦਿੱਤਾ ਗਿਆ, ਜਿਸ ਬਦਲੇ ਦੀ ਭਾਵਨਾ ਦਾ ਕੋਈ ਵੀ ਅੰਸ਼ ਮਾਤਰ ਵੀ ਆਧਾਰ ਸਿੱਖੀ ਵਿੱਚ ਅਤੇ ਗੁਰਮਤ ਵਿੱਚ ਸਵੀਕਾਰ ਹੀ ਨਹੀਂ ਕੀਤਾ ਜਾਂਦਾ? ਗੱਲ ਸਪਸ਼ਟ ਹੋ ਕੇ ਸਮਝਣ ਦੀ ਲੋੜ ਹੈ ਤਾਂ ਜੋ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਅਸਲ ਕੰਮ ਕਿਹੜਾ ਕੀਤਾ ਸੀ, ਇਸ ਨੂੰ ਗੁਰੂ ਹੁਕਮ ਦੀ ਮੂਲ ਧਾਰਾ ਦੀ ਮੌਲਿਕਤਾ ਵਿੱਚ ਹੀ ਸਿੱਖ ਰਾਸ਼ਟਰਵਾਦੀ ਮੁੱਖ ਧਾਰਾ ਦੇ ਨਾਲ ਜਿਉਂਦੇ ਹੋਏ ਸਮਝਿਆ ਜਾ ਸਕੇ। ਚਿੰਤਨ ਅਤੇ ਮਨਨ ਦੀ ਗੰਭੀਰ ਲੋੜ ਹੈ। ਮਨੁੱਖ ਜਨਮ ਲੈਂਦਾ ਹੈ, ਸਭ ਖੁਸ਼ ਹੁੰਦੇ ਹਨ। ਘਰੇ ਬਾਲ ਨੇ ਜਨਮ ਲਿਆ, ਜਨਮ ਤੋਂ ਹੀ ਨਹੀਂ ਸਗੋਂ ਜਨਮ ਤੋਂ ਵੀ ਪਹਿਲਾਂ ਗਰਭ ਵਿੱਚ ਹੀ ਵੰਡੀ ਪਾ ਦਿੱਤੀ ਜਾਂਦੀ ਹੈ, ਬੇਟਾ ਜਾਂ ਬੇਟੀ। ਖੁਸ਼ੀ ਦਾ ਮਿਕਦਾਰ ਇਸੇ ਰੂਪ ਵਿੱਚ ਹੀ ਬੇਟੀ ਵੇਲੇ ਮਾਤਮੀ ਖੁਸ਼ੀ ਤੇ ਬੇਟੇ ਵੇਲੇ ਹੁੱਲਾਸਮਈ ਖੁਸ਼ੀ ਵਿੱਚ ਤਬਦੀਲ ਹੋ ਜਾਂਦਾ ਹੈ। ਹਰ ਕੋਈ ਇਸ ਨਵ ਜਨਮੇ ਬਾਲ ਨੂੰ ਦੁਨੀਆਦਾਰੀ ਸਿਖਾਉਣ ਦੇ ਹਿਸਾਬ ਨਾਲ ਇਸ ਨਵੇਂ ਬਾਲ ਦਾ ਸੰਸਾਰੀਕਰਨ ਕਰਨਾ ਆਰੰਭ ਕਰ ਦਿੰਦਾ ਹੈ। ਧਰਮੀ, ਆਚਰਨੀ ਅਤੇ ਮਰਿਆਦਾ ਕਰਨ ਦੇ ਨਾਲ ਹੀ ਨਾਲ ਇਸ ਨਵੇਂ ਜਨਮੇ ਬਾਲ ਦਾ ਅਕਾਲ ਸੱਤਾ ਨਾਲ ਕੁਦਰਤੀ ਸਾਂਝ ਉੱਪਰ ਬੈਨ ਲਾ ਦਿੱਤਾ ਜਾਂਦਾ ਹੈ, ਜਦਕਿ ਜਨਮ ਤੋਂ ਪਹਿਲਾਂ ਇਸੇ ਜਨਮ ਲੈਣ ਵਾਲੇ ਬਾਲ ਦਾ ਸੰਸਾਰੀਕਰਨ ਦੇ ਵਿਪਰੀਤ ਰੱਬੀ ਮਿਹਰ ਅਤੇ ਬਖਸ਼ਿਸ਼ ਹਿੱਤ ਹਮੇਸ਼ਾ ਰੱਬੀ ਰਜ਼ਾ ਵਿੱਚ ਰਹਿਣ ਦੇ ਪ੍ਰਣ ਹਿੱਤ ਹਰ ਮਾਂ-ਬਾਪ ਵੱਲੋਂ ਆਪੋ ਆਪਣੇ ਵਿਸ਼ਵਾਸ ਅਨੁਰੂਪ ਆਪਣੇ ਧਰਮ ਅਤੇ ਧਰਮ ਦਾ ਹਰ ਫਰਜ਼ ਨਿਭਾ ਕੇ ਪੂਰਾ ਕਰਦੇ ਹਨ ਅਤੇ ਹਮੇਸ਼ਾ ਕਰਦੇ ਰਹਿਣਗੇ ਦਾ ਅਹਿਦ ਕੀਤਾ ਜਾਂਦਾ ਹੈ। ਇਸ ਨੂੰ ਧਰਮ ਨੂੰ ਅਰਪਣ ਲਈ ਆਪੋ ਆਪਣੇ ਰੱਬ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ। ਇਹ ਬਾਲਕ ਜੋ ਲਗਭਗ 9-10 ਮਹੀਨੇ ਆਪਣੇ ਮਨੁੱਖੀ ਸਰੀਰ ਦੀ ਬਣਤਰ ਦੀ ਸੰਪੂਰਨਤਾ ਅਕਾਲ ਦੀ ਮਿਹਰ ਬਖਸ਼ਿਸ਼ ਨਾਲ ਅਕਾਲਵੰਸ਼ੀ ਹੋ ਕੇ ਅਕਾਲ ਸੁਤੰਤਰਤਾ ਨਾਲ ਪ੍ਰਫੁੱਲਤ ਕਰਦਾ ਹੈ, ਉਸ ਨੂੰ ਦੁਨੀਆ ਵਿੱਚ ਪ੍ਰਗਟ ਹੁੰਦੇ ਸਾਰ ਹੀ ਅਕਾਲਵੰਸ਼ੀ ਅਕਾਲ ਹੋਣ ਦੀ ਸੁਤੰਤਰਤਾ ਤੋਂ ਮਾਨਵੀ ਗੁਲਾਮੀ ਕਰਨ ਦੇ ਸੰਸਾਰੀਕਰਨ ਦੀ ਪ੍ਰਕਿਰਿਆ ਵਿੱਚ ਧੱਕ ਦਿੱਤਾ ਜਾਂਦਾ ਹੈ। ਇਸ ਨੂੰ ਆਧੁਨਿਕ ਵਿਗਿਆਨਕ ਕਾਂਡ ਦਾ ਨਾਮ ਦਿੱਤਾ ਜਾਂਦਾ ਹੈ। ਇਹੋ ਮਨੁੱਖ ਨੇ ਵਿਗਿਆਨਕ
ਉન્નਤੀ ਕੀਤੀ ਹੈ, ਜਿਸ ਦਾ ਆਧਾਰ ਹੀ ਅਕਾਲ ਕੁਦਰਤੀ ਵਿਗਿਆਨ ਦੇ ਆਦਿ ਸਰੋਤ ਤੋਂ ਵਿਪਰੀਤ ਵਿਨਾਸ਼ਕਾਰੀ ਕੁਦਰਤੀ ਆਲੇ ਦੁਆਲੇ ਦੇ ਨਿਰਮਾਣ ਤੇ ਆਧਾਰਿਤ ਹੈ। ਇੰਜ ਬਾਲਕ ਦੇ ਜਨਮ ਲੈਣ ਤੋਂ ਬਾਅਦ ਯਕਦਮ ਹੀ ਮਾਂ-ਬਾਪ ਦਾ, ਪਰਿਵਾਰ ਦਾ ਪਾਸਾ ਪਲਟ ਜਾਂਦਾ ਹੈ। ਇਸੇ ਬਾਲ ਨੂੰ, ਜਿਸ ਨੂੰ ਅਕਾਲ ਪੁਰਖ ਆਪਣੀ ਅੰਸ਼ ਵਜੋਂ ਜਨਮ ਦਿੰਦਾ ਹੈ ਅਤੇ ਜਿਉਂਦਾ ਰੱਖਣ ਦਾ ਹਰ ਆਹਰ, ਪ੍ਰਾਣ, ਸਵਾਸ, ਕਾਇਆ ਅਤੇ ਆਪਣੀ ਸ਼ਕਤੀ ਦੇ ਕੇ ਆਪਣੀ ਸੱਤਾ ਜੋਤ ਦਿੰਦਾ ਹੈ, ਉਸੇ ਹੀ ਅਕਾਲ ਸੱਤਾ ਤੋਂ ਤੋੜਨ ਹਿੱਤ ਅਤੇ ਦੂਰ ਕਰਨ ਹਿੱਤ ਕੰਮ ਆਰੰਭ ਦਿੱਤੇ ਜਾਂਦੇ ਹਨ। ਉਸੇ ਬਾਲ ਨੂੰ, ਜਿਸ ਨਿਮਿਤ ਪਹਿਲਾਂ ਪਰਮਾਤਮਾ ਦੇ ਦਰ ਅਰਦਾਸਾਂ ਕੀਤੀਆਂ ਜਾਂਦੀਆਂ ਹਨ, ਤੇ ਉਸੇ ਦਰ ਤੋਂ ਬਾਗੀ ਬਣਾ ਦੇਣ ਹਿੱਤ ਬੱਚੇ ਦਾ ਭਰਪੂਰ ਸੰਸਾਰੀਕਰਨ ਅਤੇ ਦੁਨਿਆਵੀਕਰਨ ਕਰਨ ਹਿੱਤ ਇਸ ਨੂੰ ਸਿਰੇ ਦੀ ਦੁਨੀਆਦਾਰੀ ਦੀ ਬਦ ਇੰਤਜ਼ਾਮੀ ਸਿਖਲਾਉਣ ਹਿੱਤ ਤਿਆਰ ਕੀਤਾ ਜਾਂਦਾ ਹੈ। ਕੋਈ ਇਸ ਨੂੰ ਰੱਬ ਦੀ ਉਂਗਲ ਫੜ ਕੇ ਚੱਲਣਾ ਨਹੀਂ ਸਿਖਾਉਂਦਾ। ਮਾਂ ਦੀ ਜਾਂ ਬਾਪ ਦੀ ਜਾਂ ਕਿਸੇ ਵੀ ਵਡੇਰੇ ਦੀ ਉਂਗਲ ਅਤੇ ਪਹਿਚਾਣ ਦਾ ਗੁਲਾਮ ਬਣਾਉਣਾ ਸਿਖਾਉਂਦਾ ਹੈ। ਅਕਾਲ ਪੁਰਖ, ਰੱਬ, ਅੱਲਾ, ਪਰਮਾਤਮਾ ਬੋਲਣਾ ਕੌਣ ਸਿਖਾਉਂਦਾ ਹੈ? ਸਭ ਇਸ ਨੂੰ ਮਾਂ, ਡੈਡੀ, ਊੜਾ ਐੜਾ, ABC ਸਿਖਾਉਂਦੇ ਹਨ। ਲਗਾਤਾਰ 25 ਸਾਲ ਇਸ ਨੂੰ ਦੁਨੀਆਦਾਰੀ ਵਿੱਚ ਪ੍ਰਚਲਿਤ ਸੰਸਾਰੀ ਵਿੱਦਿਆ, ਸਿਖਲਾਈ, ਗਿਆਨ ਅਤੇ ਵਿਵਹਾਰ ਸਿਖਾਇਆ ਜਾਂਦਾ ਹੈ। ਮਨੁੱਖ ਵੱਲੋਂ ਰਾਜ ਦੀ ਸੱਤਾ ਰਾਹੀਂ ਨਿਰਮਿਤ ਪ੍ਰਬੰਧਕੀ ਨਿਜ਼ਾਮ ਵਿੱਚ ਵਿੱਦਿਆ ਦਾ ਸਾਖਰ ਪ੍ਰਬੰਧ ਹੀ ਇਹੋ ਕੀਤਾ ਗਿਆ ਹੈ। ਅਕਾਲ ਦੀ ਸ਼ਕਤੀ ਦਾ ਸਾਖਰ ਤੇ ਵਿਵੇਕੀ ਬਣਾ ਕੁਦਰਤ ਦੀ ਸ਼ਕਤੀ ਵਿਗਿਆਨ ਦਾ ਵਿਦਿਅਕ ਬਣਾਉਣ ਦਾ ਸੰਕਲਪ ਤਾਂ ਹਾਲੇ ਤੱਕ ਮਨੁੱਖ ਨੇ ਅਪਣਾਇਆ ਹੀ ਨਹੀਂ। ਇਹ ਗੁਰੂ ਜੋਤ ਦੀ 239 ਸਾਲਾ ਪਰੰਪਰਾ ਵਿੱਚ ਸਿੱਖ ਨੂੰ ਮਿਲਿਆ ਸੀ, ਪਰ ਇਸ ਨੇ ਇਸ ਨੂੰ ਸਮਝਿਆ ਹੀ ਨਹੀਂ। ਤੇ ਜਦੋਂ ਇਹ ਬਾਲ ਇਸ ਸੰਸਾਰੀਕਰਨ ਦੇ ਸੰਸਕਾਰਾਂ ਵਿੱਚ ਗੜੁੱਚ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਕਿਹਾ ਜਾਂਦਾ ਹੈ, ਬੱਚਾ ਧਰਮ ਆਚਰਨ ਵੀ ਕਰਿਆ ਕਰ, ਧਰਮ ਮਰਿਆਦਾ ਵੀ ਰੱਖੀ ਦੀ ਹੈ। ਫਿਰ ਜਦ ਬਾਲ ਆਪਣੀ ਪਰੋੜ ਜਾਂ ਇਸ ਤੋਂ ਪਹਿਲਾਂ ਜਵਾਨੀ ਦੀ ਦਹਲੀਜ਼ ਤੇ ਇਹ ਲਫ਼ਜ਼ ਸੁਣਦਾ ਹੈ ਤਾਂ ਉਹ ਸੋਚਦਾ ਹੈ ਕਿ ਇਹ ਮੈਂ ਕਿਵੇਂ ਤੇ ਕਿੱਥੋਂ ਲਵਾਂ। ਉਹ 25 ਸਾਲਾਂ ਵਿੱਚ 25 ਦਿਨ ਵੀ ਸਿਖਾਈ ਤਾਂ ਹੈ ਨਹੀਂ, ਤਾਂ ਫਿਰ ਬੱਚਾ ਪਰੋੜ ਅਵਸਥਾ ਵਿੱਚ ਉਹ ਰੱਖੇ ਤੇ ਮੰਨੇ ਕਿਵੇਂ? ਅੱਜ ਤੱਕ ਦੁਨੀਆ ਵਿੱਚ ਆਪਣੇ ਆਲੇ ਦੁਆਲੇ ਕਦੇ ਕਿਸੇ ਨੂੰ ਇਹ ਕਹਿੰਦੇ ਜਾਂ ਅਸੀਸ ਦਿੰਦੇ ਸੁਣਿਆ ਹੈ ਕਿ ਬੱਚਾ ਧਨ ਹੈ ਤੂੰ ਜੋ ਮਰਨ ਲਈ ਜੰਮਿਆ ਹੈ? ਇਸ ਆਦ ਸੱਚ ਬ੍ਰਹਮੰਡੀ ਹੋਂਦ ਪ੍ਰਤੀ ਤਾਂ ਮਨੁੱਖ ਆਪਣੀ ਨਸਲ ਦੇ ਹਿਰਦੇ ਵਿੱਚ ਡਰ ਪੈਦਾ ਕਰ ਉਸ ਨੂੰ ਗਿਆਨਵਾਨ ਬਣਾਉਂਦਾ ਹੈ। ਹਾਂ, ਇਹ ਕਹਿੰਦੇ ਸਭ ਸੁਣੇ ਹੋਣਗੇ ਕਿ ਹਰ ਇਨਸਾਨ ਨੇ ਮਰਨਾ ਹੈ, ਇਨਸਾਨ ਮਰਨਾ ਲਿਖਾ ਕੇ ਹੀ ਜੰਮਦਾ ਹੈ, ਪਰ ਕੀ ਕੋਈ ਇਹ ਜਾਂ ਮਰ ਦੀ ਅਸੀਸ ਦਿੰਦਾ ਹੈ ਅਤੇ ਇਸ ਸੱਚ ਨਾਲ ਰੂਬਰੂ ਹੋ ਕੇ ਕੋਈ ਜੀਵਨ ਜੀਣ ਲਈ ਜਿਉਂਦਾ ਹੈ? ਸਭ ਜਿਉਂਦਾ ਰਹਿਣ ਲਈ ਜਿਉਂਦੇ ਹਨ, ਮਰਨ ਲਈ ਕੌਣ ਜਿਉਂਦਾ ਹੈ? ਬਾਲ ਦੇ ਪਹਿਲੀ ਉਮਰ ਦੇ 25 ਸਾਲਾ ਸੰਸਾਰੀਕਰਨ ਵਿੱਚ ਮਨੁੱਖ ਨੂੰ ਮਨੁੱਖ ਬਣਾਈ ਰੱਖਣ ਲਈ 25 ਦਿਨ ਵੀ ਜਨਮ ਲੈਣ ਦੇ ਕਾਰਨ ਨਿਮਿਤ ਧਰਮ, ਫਰਜ਼, ਕਰਤੱਵ ਦੀ ਰਹਿਤ ਅਤੇ ਮਰਿਆਦਾ ਦੇ ਅਕਾਲ ਮਾਨਵੀ ਸੱਭਿਅਤਾ ਸਿਖਾਉਣ ਹਿੱਤ ਉਸ ਨੂੰ ਨਹੀਂ ਦਿੱਤੇ ਗਏ। ਇਹੀ ਕਾਰਨ ਤਾਂ ਨਹੀਂ ਕਿ ਫਿਰ ਉਹ ਮਨੁੱਖ ਹੋ ਕੇ ਵੀ ਮਨੁੱਖ ਨਾ ਹੋਇਆ ਤੇ ਹੈਵਾਨ ਬਣ ਗਿਆ, ਜਦ ਕਿ ਉਸ ਤੋਂ ਤਾਂ ਜਾਨਵਰ ਹੀ ਚੰਗੇ ਜੋ ਜਾਨਵਰ ਹੋ ਕੇ ਆਪਣੀ ਜੂਨੀ ਨਾਲ ਇਨਸਾਫ ਕਰਕੇ ਜਾਨਵਰ ਹੀ ਬਣੇ ਰਹਿੰਦੇ ਹਨ, ਹੈਵਾਨ ਤਾਂ ਨਹੀਂ ਬਣਦੇ। ਸਿਤਮ ਉੱਤੋਂ ਇਹ ਕਿ ਇਸ ਹੈਵਾਨ ਬਣੇ ਮਨੁੱਖ ਨੇ ਆਪਣੀ ਹੈਵਾਨੀਅਤ ਨੂੰ ਤਾਂ ਕਾਨੂੰਨ ਕਹਿ ਲਿਆ ਤੇ ਕੁਦਰਤ ਦੇ ਕੁਦਰਤੀ ਕਾਨੂੰਨ ਨੂੰ ਜਾਂਗਲੀ ਅਰਥਾਤ ਜੰਗਲ ਰਾਜ ਦਾ ਨਾਮ ਦੇ ਦਿੱਤਾ। ਮਨੁੱਖ ਸਮੇਤ ਜੀਵ ਦੀ ਜੀਵਾਂ ਪ੍ਰਤੀ ਹੈਵਾਨੀਅਤ ਹੀ ਜਾਂਗਲੀਪਨ ਹੈ। ਕੁਦਰਤ ਦੇ ਕਾਨੂੰਨ ਦਾ ਪ੍ਰਗਟਾ ਜੰਗਲ ਰਾਜ ਨਹੀਂ ਹੈ, ਸਗੋਂ ਵਰਤਮਾਨ ਵਿੱਚ ਤਾਂ ਇਹ ਕੁਦਰਤ ਨੂੰ ਖਤਰਾ ਉਤਪੰਨ ਹੋ ਚੁੱਕਾ ਹੈ ਕਿ ਉਹ ਮਨੁੱਖੀ ਕਰੋਪੀ ਦੇ ਮਨੁੱਖੀ ਰਾਜ ਕਾਨੂੰਨ ਵਿਗਿਆਨ ਦੇ ਸੰਸਾਰੀਕਰਨ ਦੇ ਜਾਂਗਲੀਕਰਨ ਦਾ ਸ਼ਿਕਾਰ ਬਣ ਰਿਹਾ ਹੈ। ਵਰਤਮਾਨ ਵਿੱਚ ਮਨੁੱਖੀ ਹੈਵਾਨੀਅਤਾਂ ਦਾ ਸ਼ਿਕਾਰ ਕੁਦਰਤ ਦੀ ਲੈ ਅਤੇ ਕਾਨੂੰਨ ਬਣ ਚੁੱਕੇ ਹਨ। 84 ਲੱਖ ਜੂਨਾਂ ਵਿੱਚੋਂ ਇੱਕ ਮਨੁੱਖੀ ਜੂਨੀ ਵਿੱਚ ਇਨਸਾਨ ਨੇ ਕਿਉਂ ਜਨਮ ਲਿਆ? ਇਸ ਦੀ ਮਰਿਆਦਾ, ਇਸ ਦੀ ਰਹਿਤ, ਇਸ ਦੇ ਸਿਧਾਂਤ, ਇਸ ਦੇ ਸੰਕਲਪ, ਇਸ ਦੇ ਆਦਰਸ਼ ਅਤੇ ਇਸ ਦੀ ਸੱਚਾਈ ਦੇ ਕਰਤੱਵ ਨਾਲ ਜੋੜ ਕੇ ਇਸ ਦੇ ਫਰਜ਼ਾਂ ਦੀ ਅਦਾਇਗੀ ਦੇ ਕਰਮ ਸਿਧਾਂਤ ਵਿੱਚੋਂ ਹੀ ਅਕਾਲ ਵੰਸ਼ੀ ਖਾਲਸਾ ਪ੍ਰਗਟ ਹੋਇਆ ਹੈ। ਇਸ ਨੇ ਇਸ ਪਦਵੀ ਨੂੰ ਹਾਸਲ ਕਰਨ ਲਈ ਵੀ ਬਤੌਰ ਸਿੱਖ ਆਪਣੀ ਹੋਂਦ ਨੂੰ ਖੁਦ ਆਪਣੀ ਇੱਛਾ ਨਾਲ ਮਿਟਾ ਕੇ ਸਿੰਘ ਕੌਰ ਪਦਵੀ ਧਾਰੀ ਅੰਤਿਮ ਤੌਰ ਤੇ ਅਕਾਲ ਨੂੰ ਸਮਰਪਿਤ ਖਾਲਸੇ ਵਜੋਂ ਜਨਮ ਤੋਂ ਬਾਅਦ ਮੁੜ ਮੌਤ ਨੂੰ ਗਲੇ ਲਗਾ ਕੇ ਅਕਾਲ ਵੰਸ਼ੀ ਸਿੰਘ ਕੌਰ ਵਜੋਂ ਪੰਥ ਖਾਲਸੇ ਵਿੱਚ ਅਕਾਲ ਦੇ ਦੁਨਿਆਵੀ ਸੱਭਿਅਤਾ ਦੇ ਵਰਤਾਰੇ ਵਾਸਤੇ ਜਨਮ ਲਿਆ ਹੈ।
ਜਿਸ ਸਦਕਾ ਉਸ ਦੀਆਂ ਰਗਾਂ ਵਿੱਚ ਜਲ, ਪਵਨ, ਪ੍ਰਾਣ, ਆਕਾਸ਼ ਤੱਤ ਦੇ ਸੁਮੇਲ ਨਾਲ ਸਰੀਰ ਦਾ ਪ੍ਰਗਟਾ ਬਤੌਰ ਅਕਾਲ ਵੰਸ਼ੀ, ਅਕਾਲ ਸੁੱਤ ਪ੍ਰਾਣੀ ਇੱਕ ਮਨੁੱਖ ਵਜੋਂ ਸੰਪੂਰਨਤਾ ਨਾਲ ਸੰਭਵ ਹੋਇਆ ਹੈ। ਸਿੱਖ ਤੋਂ, ਗੁਰੂ ਤੋਂ, ਸੰਤ ਸਿਪਾਹੀ ਤੋਂ, ਖਾਲਸਾ ਤੋਂ ਸਿੰਘ ਕੌਰ ਬਣ ਕੇ ਗੁਰਬਾਣੀ ਦੀ ਜੋਤ, ਗੁਰਮਤ ਦੇ ਹੁਕਮ ਨੂੰ ਇਨ ਬਿਨ ਲਾਗੂ ਕਰਨ ਵਾਲੀ ਸ਼ਕਤੀ ਗੁਰੂ ਜੋਤ ਨਾਲ ਸਰੀਰਕ ਕੰਮ ਪੂਰੇ ਕਰਨ ਹਿੱਤ ਅਤੇ ਸਰੀਰਾਂ ਤੇ ਉਸ ਹੁਕਮ ਨੂੰ ਲਾਗੂ ਕਰਵਾਉਣ ਦੀ ਅਗਵਾਈ ਕਰਨ ਦੇ ਨਾਲ ਹੀ ਨਾਲ ਹੁਕਮ ਵਰਤਾਉਣ ਵਾਲੀ ਸਰੀਰ ਸ਼ਕਤੀ ਜੁਗਤ ਦੀ ਸਥਾਪਨਾ ਪੰਥ ਖਾਲਸਾ ਵਿੱਚ ਕਰ ਦਿੱਤੀ ਹੈ। ਸਤਜੁਗ ਕਲਯੁਗ ਦੀ ਤਰ੍ਹਾਂ ਹੀ ਇਹ ਅਸਲੋਂ ਦਿਖਣ ਵਾਲਾ ਅਤੇ ਆਪਣੀਆਂ ਅੱਖਾਂ ਦੇ ਸਾਹਮਣੇ ਬਦਲਣ ਵਾਲਾ ਪ੍ਰਤੱਖ ਯੁੱਗ ਪਰਿਵਰਤਨ ਹੈ, ਜਿਸ ਵਿੱਚ ਗੁਰੂ ਹੁਕਮ ਗੁਰਮਤ ਵਿੱਚ ਅਰਥਾਤ ਸ਼ਬਦ ਗੁਰੂ ਵਿੱਚ ਬਿਰਾਜਮਾਨ ਕਰ ਦਿੱਤਾ ਗਿਆ ਹੈ ਅਤੇ ਇਸ ਸ਼ਬਦ ਗੁਰੂ ਦਾ ਸਰੀਰ ਰੂਪ ਪੰਥ ਖਾਲਸਾ ਵਿੱਚ ਬਿਰਾਜਮਾਨ ਕਰ ਦਿੱਤਾ ਗਿਆ ਹੈ। ਇੱਕ ਤੋਂ ਬਿਨਾਂ ਜਾਂ ਇਕੱਲਾ ਮਨ ਵਿੱਚ ਗੁਰੂ ਧਾਰ ਕੇ ਤੁਰਨ ਵਾਲਾ ਅਧੂਰਾ ਰਹਿ ਜਾਂਦਾ ਹੈ। ਸੰਪੂਰਨਤਾ ਜੋਤ ਦੀ ਸਰੀਰ ਵਿੱਚ ਸਤਾ ਸਥਾਪਤੀ ਦੇ ਨਾਲ ਹੀ ਹੁੰਦੀ ਹੈ। ਨਿਰਾਕਾਰ ਜੋਤ ਨੂੰ ਆਪਣੀ ਸੱਤਾ ਦੀ ਬਹਾਲੀ ਲਈ ਅਜਿਹਾ ਸਾਕਾਰ ਸਰੀਰ ਚਾਹੀਦਾ ਹੀ ਹੁੰਦਾ ਹੈ, ਜਿਸ ਰਾਹੀਂ ਉਹ ਆਪਣੇ ਹੁਕਮ ਦੀ ਸੱਤਾ ਦਾ ਵਰਤਾਰਾ ਰਜ਼ਾ ਬਣ ਕੇ ਪ੍ਰਬੰਧਕੀ ਮਰਿਆਦਾ ਦੀ ਅਕਾਲ ਸੱਤਾ ਦਾ ਕੁਦਰਤੀ ਨਿਰਬਾਧ ਇੱਕ ਓੰਕਾਰ ਦਾ ਪਸਾਰਾ ਕਰ ਸਕੇ, ਜਿਸ ਨਿਮਿਤ ਹੀ ਆਦੇਸ਼ਾਤਮਕ ਨਿਸ਼ਾਨਾ ਮਿੱਥ ਕੇ ਇਸ ਨੂੰ ਪੂਰਾ ਕਰਨ ਹਿੱਤ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਅਰਥਾਤ ਸਰੀਰ ਤਿਆਗਣ ਤੋਂ ਪਹਿਲਾਂ ਖੁਦ ਬਾਹੁਕਮ ਸਰਕਾਰੇ ਖਾਲਸਾ ਦੀ ਕਾਇਮੀ ਲਈ ਅਤੇ ਪੰਜਾਬ ਦੇ ਉੱਪਰ ਨਾਨਕਸ਼ਾਹੀ ਖਾਲਸਤਾਈ ਸੱਭਿਅਤਾ ਦੀ ਬਹਾਲੀ ਅੰਦਰ ਗੁਰਮਤ ਸੱਭਿਆਚਾਰ ਦੀ ਸਥਾਪਤੀ ਲਈ ਪੰਥ ਖਾਲਸੇ ਦੀ ਅਗਵਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਨਿਰਧਾਰਿਤ ਕੀਤੇ ਇਸ ਸੰਕਲਪ ਨੂੰ ਪੂਰਾ ਕਰਨ ਹਿੱਤ ਤੋਰਦੇ ਹਨ। ਇਹ ਗੱਲ ਫਿਰ ਵਿਸ਼ੇਸ਼ ਤੌਰ ਤੇ ਸਭ ਦਾ ਧਿਆਨ ਮੰਗਦੀ ਹੈ ਕਿ ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਜੋਤ ਗੁਰੂ ਦੇ ਸਿਧਾਂਤ ਅਤੇ ਸਿੱਖ ਤੋਂ ਗੁਰੂ, ਗੁਰੂ ਤੋਂ ਸਿੱਖ ਦੀ ਪਰੰਪਰਾ ਦੇ ਸੰਕਲਪ ਨੂੰ ਸਥਾਪਿਤ ਕਰਨ ਹਿੱਤ ਭਾਈ ਲਹਿਣਾ ਜੀ ਨੂੰ ਗੁਰਗੱਦੀ ਆਪਣੇ ਜਿਉਂਦੇ ਜੀ ਖੁਦ ਆਪ ਦੇ ਕੇ ਗੁਰਮਤ ਸੱਭਿਅਤਾ ਵਿੱਚ ਅਧਿਕਾਰਾਂ ਦੇ ਸੱਤਾ ਪਰਿਵਰਤਨ ਦੀ ਵਿਧੀ ਵਿਧਾਨ ਖੁਦ ਨਿਰਧਾਰਿਤ ਕਰਕੇ ਦਿੱਤਾ, ਤਾਂ ਜੋ ਇਸ ਹੋਰਿਓਂ ਗੰਗ ਵਹਾਈਐ ਦੁਨਿਆਈ ਆਖੈ ਕੀ ਕਿਉਨ ਨਾਨਕ ਈਸਰ ਜਗਨਾਥ ਉਚਹਦੀ ਵੈਣ ਵਿਰਕਿਉਨ ਮਾਧਾਣਾ ਪਰਬਤ ਕਰ ਨੇਤਰ ਬਾਸਕ ਸ਼ਬਦ ਰਿੜਕਿਉਨ ਚੌਹਦਾ ਰਤਨ ਨਿਕਾਲੀਅਨ ਕਰ ਆਵਾ ਗੌਣ ਚਿਲਕਿਉਨ ਕੁਦਰਤ ਇਹ ਵਿਖਾਲੀਅਨ ਜਿਨ ਐਵੜ ਪਿੜ ਠਿਣਕਿਉਨ ਲਹਿਣੇ ਧਰਿਉਨ ਛਤਰ ਸਿਰ ਅਸਮਾਨ ਕਿਆੜਾ ਛਿਕਿਉਨ ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿਕਿਉਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੀ ਕੋ ਜਾਂ ਸੁਦੋਸਤਾਂ ਲਹਿਣਾ ਟਿਕਿਉਨ। ਇਹ ਨਵੀਂ ਕਿਰਿਆ ਦਾ ਆਰੰਭ ਕੀ ਸੀ? ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤੇ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸਹਿ ਡਾਲੀ ਅਤੇ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ਼੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫਰਮਾਇਓ। ਸਿੱਖ ਕੌਮੀਅਤਾ ਦੀ ਸੱਭਿਅਤਾ ਵਿੱਚ ਰਾਜ ਦੇ ਸੰਕਲਪ ਦੀ ਬਹਾਲੀ ਦਾ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਹੀ ਨਿਯਤ ਕਰਦੇ ਹਨ। ਸਤਿਗੁਰ ਖੇਮਾ ਤਾਣਿਆ ਜੁਗ ਜੂਥ ਸਮਾਣੇ ਅਨਭਉ ਨੇਜਾ ਨਾਮ ਟੇਕ ਜਿਤ ਭਗਤ ਅਕਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂੰ ਰਸ ਜਾਣੇ ਅਤੇ ਗੁਰੂ ਨਾਨਕ ਨਿਕਟ ਬਸੈ ਬਨਵਾਰੀ ਤਿਨ ਲਹਿਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦਿਆ ਤਿੰਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ ਅਤੇ ਲਹਿਣੇ ਧਰਿਉਨ ਛਤਰ ਸਿਰ ਅਸਮਾਨ ਕਿਆੜਾ ਛਿਕਿਉਨ ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਉਨ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜੀ ਕਿਉਨ ਜਾਂ ਸੁਦੋਸਤਾ ਲਹਿਣਾ ਟਿਕਿਉਨ ਫੇਰ ਵਸਾਇਆ ਫੇਰੁਆਣ ਸਤਿਗੁਰ ਖਾਡੂਰ ਗੁਰਮਤ ਸਿਧਾਂਤ ਤਖਤ ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਦੀ ਪ੍ਰਕਿਰਿਆ ਤਖਤ ਧਾਰੀ ਲਈ ਇੰਜ ਨਿਰਧਾਰਿਤ ਕਰਦੇ ਹਨ। ਦ੍ਰਿਸ਼ਟ ਧਰਤ ਤਮ ਹਰਨ ਦਹਨ ਅਗ ਪਾਪ ਪਰਨਾਸਨ
शब्द सूर बलवंत काम अर क्रोध विनाशन, लोभ मोह वस करण सरन जाचक प्रतिपालन, आत्म रत संग्रहण कहण अमृत कल ढालन। सतगुरु कल सतगुर तिलक, सत लगै सो पै तरੈ, गुर जगत फिरन सी अंगरो राज जोग लहना करे। ਸਿੱਖੀ ਵਿੱਚ ਅਰਥਾਤ ਸਿੱਖ ਕੌਮੀਅਤਾਂ ਵਿੱਚ ਗੁਰਿਆਈ ਦੀ ਪਰੰਪਰਾ ਯੁੱਗ ਪਲਟਾਵੇ ਵਾਲੀ ਹੈ। ਇਹ ਗੁਰੂ ਤੋਂ ਸਿੱਖ ਬਣਨ ਦੀ ਵਿਹਾਰਕ ਕਿਰਿਆਸ਼ੀਲ ਮਰਿਆਦਾ ਬੜੀ ਹੀ ਸਰਲ ਅਤੇ ਸਪਸ਼ਟ ਹੈ, ਜੋ ਉਨੀ ਹੀ ਸਰਲ ਅਤੇ ਸਪਸ਼ਟਤਾ ਨਾਲ ਸਿੱਖ ਨੂੰ ਗੁਰੂ ਬਣਾ ਕੇ ਤਖਤ ਤੇ ਸਥਾਪਿਤ ਕਰਦੀ ਹੈ। ਇਸ ਵਿੱਚ ਤਾਜਪੋਸ਼ੀ ਦੀ ਹਉਮੈ ਦਾ ਕੋਈ ਅਡੰਬਰ ਨਹੀਂ ਹੈ। ਇਹ ਪ੍ਰਕਿਰਿਆ ਇੰਜ ਚੱਲਦੀ ਹੋਈ। ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਭ ਪਾਈਐ, ਗੁਰ ਬਿਨ ਮੁਕਤ ਨਾ ਹੋਏ। ਗੁਰ ਨਾਨਕ ਨਿਕਟ ਬਸੈ ਬਨਵਾਰੀ, ਤਿਨ ਲਹਿਣਾ ਥਾਪ ਜੋਤ ਜਗ ਧਾਰੀ। ਲਹਿਣੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦਿਆ। ਤਿਨ ਸ੍ਰੀ ਰਾਮਦਾਸ ਸੋਢੀ ਥਿਰ ਥਪਿਓ, ਹਰ ਕਾ ਨਾਮ ਅਖੈ ਨਿਦ ਅਪਿਓ। ਅਪਿਓ ਹਰ ਨਾਮ ਅਖੈ ਨਿਦ, ਚੌਹ ਜੁਗ ਗੁਰ ਸੇਵਾ ਕਰ ਫਲ ਲਹੀਨ। ਬੰਦੇ ਜੋ ਚਰਨ ਸਰਨ ਸੁਖ ਪਾਵੈ, ਪਰਮਾਨੰਦ ਗੁਰਮੁਖ ਕਹੀਨ। ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ, ਆਦ ਰੂਪ ਭੋਖਣ ਪ੍ਰਣ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ਼੍ਰੀ ਰਾਮਦਾਸ ਤਾਰਨ ਤ੍ਰਣਨ। ਅੱਗੇ ਵੱਧਦੀ ਫਿਰ ਹੋਰ ਸਪਸ਼ਟ ਕਰਦੀ ਹੈ। ਗੁਰ ਅਰਜਨ ਸਿਰ ਛਤਰ, ਆਪ ਪਰਮੇਸ਼ਰ ਦਿਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਹਿਓ। ਹਰ ਬੰਸ ਜਗਤ ਜਸ ਸੰਚਰੋ, ਸੋ ਕਵਣ ਕਹਿ ਸ੍ਰੀ ਗੁਰਮਿਓ। ਗੁਰਬਾਣੀ ਵਿੱਚ ਹੋਰ ਪਰਪੱਕ ਕਰਨ ਲਈ ਸਪਸ਼ਟ ਕਰਦੇ ਹਨ। ਜੋਤ ਰੂਪ ਹਰ ਆਪ ਗੁਰੂ, ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮੈ ਦਿਓ। ਗੁਰੂ ਰਾਮਦਾਸ ਦਰਸ਼ਨ ਪਰਸ ਕਹਿ, ਮਥੁਰਾ ਅੰਮ੍ਰਿਤ ਬයਣ। ਮੂਰਤ ਪੰਜ ਪ੍ਰਮਾਣ, ਪੁਰਖ ਗੁਰ ਅਰਜਨ ਪਿਖੋ ਨਯਣ। ਇੰਜ ਇਹ ਗੁਰੂ ਗੋਬਿੰਦ ਸਿੰਘ ਜੀ ਤੱਕ ਅੱਪੜ ਕੇ ਸਤਿਗੁਰੂ ਰਾਹੀਂ ਖਾਲਸੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਮੋਹਿਤ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਗੁਰੂ ਪਾਤਸ਼ਾਹ ਦੇ ਜਿਉਂਦੇ ਜੀ ਹੁੰਦੀ ਹੈ। ਠੀਕ ਇੰਜ ਹੀ ਗੁਰੂ ਸਾਹਿਬ ਆਪ ਖੁਦ ਪੰਥ ਖਾਲਸੇ ਦੇ ਰਾਜ ਸਿੰਘਾਸਨ ਦਾ ਫੈਸਲਾ ਵੀ ਖੁਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਨਿਰਧਾਰਤ ਸਿਧਾਂਤ ਅਤੇ ਸੰਕਲਪ ਦੇ ਨਿਸ਼ਚੇ ਅਧੀਨ ਆਪ ਕਰਦੇ ਹਨ। ਇਸ ਹਿੱਤ ਦਸਮ ਨਾਨਕ ਆਪ ਜਿਉਂਦੇ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਆਪਣੀ ਬਣਾਈ ਪ੍ਰਯੋਜਨਾ ਦੀ ਕਾਰਜ ਯੋਜਨਾ ਅਧੀਨ ਰਾਜ ਦੇ ਸੰਕਲਪ ਨੂੰ ਸਥਾਪਿਤ ਕਰਾਉਂਦੇ ਹਨ। ਖਾਲਸੇ ਦੀ ਰਾਜ ਸੱਤਾ ਦੀ ਬਹਾਲੀ ਲਈ ਖੁਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੁਣਦੇ ਹਨ ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਸੇ ਮਿਸ਼ਨ ਦੀ ਸਫਲਤਾ ਦੀ ਥਾਪੀ ਦੇ ਕੇ ਆਪ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਵੱਲ ਖਾਲਸੇ ਦੇ ਰਾਜ ਵਾਲਾ ਦੇਸ਼ ਕਾਲ ਜਥੇਬੰਦ ਕਰਨ ਅਤੇ ਇਸ ਦਾ ਨਿਰਮਾਣ ਕਰਨ ਦਾ ਸੰਕਲਪ ਦੇ ਕੇ ਸਫਲਤਾ ਲਈ ਆਸ਼ੀਰਵਾਦ ਦਿੰਦੇ ਹਨ। ਇਸੇ ਸੰਕਲਪ ਨੂੰ ਹੀ ਇਸੇ ਨਾਨਕਸ਼ਾਹੀ ਖਾਲਸਤਾਈਤਾ ਦੀ ਸੱਭਿਅਤਾ ਦੇ ਗੁਰਮਤ ਸੱਭਿਆਚਾਰ ਵਿਚਲੀ ਗੁਰਮੁਖੀ ਪ੍ਰਣਾਲੀ ਦੇ ਸਮਾਜ ਤੋਂ ਰਾਜ ਤੱਕ ਦੇ ਸਮੁੱਚੇ ਅਤੇ ਸਰਬ ਪੱਖੀ ਖੇਤਰਾਂ ਵਿਚਲੀ ਸੱਤਾ ਤੋਂ ਪ੍ਰਸ਼ਾਸਨ ਤੱਕ ਦੀ ਵਿਵਸਥਾ ਨੂੰ ਹੀ ਅੱਜ ਦਾ ਪੰਥ ਖਾਲਸਾ ਖਾਲਿਸਤਾਨ ਕਹਿੰਦਾ ਹੈ। ਇੰਜ ਯੁੱਗ ਪਲਟਵੀਂ ਘਟਨਾਕ੍ਰਮ ਦੇ ਸਿਲਸਿਲੇ ਵਿੱਚ ਗੁਰੂ ਨਾਨਕ ਤੋਂ ਭਾਈ ਲਹਿਣੇ ਦੇ ਅਕਾਲ ਸੁੱਤ ਹੋਣ ਤੋਂ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਹੁੰਦੀ ਹੋਈ ਸਿੱਖੀ ਸੱਭਿਅਤਾ ਦੀ ਖਾਲਸਤਾਈਤਾ ਦੀ ਇਹ ਪਰੰਪਰਾ ਦਾ ਸੱਭਿਅਕ ਵਿਕਾਸ ਪੰਥ ਖਾਲਸੇ ਤੋਂ ਹੁੰਦਾ ਹੋਇਆ ਆਪੇ ਗੁਰ ਚੇਲਾ ਦੀ ਹੋਂਦ ਵਿੱਚ ਪੁੱਜ ਕੇ ਫਿਰ ਰਾਜ ਪ੍ਰਣਾਲੀ ਦੀ ਸੱਤਾ ਤਖਤ ਦੇ ਵਿਕਾਸ ਵਿੱਚ ਪ੍ਰਗਟ ਹੁੰਦਾ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਦਸਮ ਪਾਤਸ਼ਾਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਦੁਨਿਆਵੀ ਰਾਜ ਸੱਤਾ ਦਾ ਸੰਕਲਪ ਧਾਰੀ ਵੀ ਖਾਲਸੇ ਨੂੰ ਖੁਦ ਆਪ ਹੀ ਜਿਉਂਦੇ ਜੀ ਦਸਮ ਪਾਤਸ਼ਾਹ ਬਣਾਉਂਦੇ ਹਨ। ਇੰਜ ਗੁਰੂ ਨਾਨਕ ਸਾਹਿਬ ਜੀ ਦੀ ਵਰਸਾਈ ਸਿੱਖ ਪ੍ਰਣਾਲੀ ਦੀ ਸਿੱਖੀ ਸੱਭਿਅਤਾ ਦੇ ਰਾਜਸੀ ਸੱਭਿਆਚਾਰ ਨੂੰ ਹੀ ਵਿਕਸਾਇਆ ਜਾਂਦਾ ਹੈ। ਉਹ ਧਰਤੀ ਤੇ ਫਿਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਰਾਜ ਸੱਤਾ ਪ੍ਰਣਾਲੀ ਦਾ ਸੰਗਤੀ ਆਰੰਭ ਕਰਦੇ ਹੋਏ ਪੰਥ ਖਾਲਸੇ ਦੇ ਦੇਸ਼ਕਾਲ ਦਾ ਤਖਤ ਹੁਕਮ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਿਰ ਤੇ ਧਰਦੇ ਹੋਏ ਇਸ ਨੂੰ ਸ੍ਰੀ ਗੁਰੂ ਗ੍ਰੰਥ ਪੰਥ ਦੇ ਅਧੀਨ ਕਰ ਇਸ ਤੇ ਬਖਸ਼ਿਸ਼ ਵਜੋਂ 5 ਤੀਰ ਰਣਜੀਤ ਨਗਾਰਾ ਤੇ ਆਪਣਾ ਆਸ਼ੀਰਵਾਦ ਦਿੰਦੇ ਹਨ। ਸਤਿਗੁਰ ਦੀ ਇਸ ਮਿਹਰ ਅਤੇ ਆਸੀਸ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਸਤਿਗੁਰੂ ਦੇ ਥਾਪੇ ਮਿਸ਼ਨ ਦੀ ਸੰਪੂਰਨਤਾ ਨੂੰ
ਸਤਿਗੁਰੂ ਦੇ ਚਰਨੀ ਪੰਥ ਖਾਲਸੇ ਰਾਹੀਂ ਸ੍ਰੀ ਗੁਰੂਦੇਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰ ਜਾਣ ਵਿੱਚ ਪੂਰੀ ਤਰ੍ਹਾਂ ਸਫਲ ਰਹਿੰਦੇ ਹਨ। ਉਹਨਾਂ ਦਾ ਜੀਵਨ ਇਸ ਗੱਲ ਨੂੰ ਖੁਦ ਪ੍ਰਮਾਣਿਤ ਕਰਦਾ ਹੈ ਕਿ ਉਹ ਸਤਿਗੁਰੂ ਦੀ ਇਸ ਸਿੱਖਿਆ ਪਰ ਖਰੇ ਉਤਰੇ ਹਨ। ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾਂ ਲੋ ਗਾਰੋ ਛਤਰ ਨ ਪੱਤਰ ਨ ਚੌਰ ਨ ਚਾਵਰ ਬਹਿਤੀ ਜਾਤ ਹਿਰਦੇ ਨ ਵਿਚਾਰੋ ਰਥ ਨ ਅਸਵ ਨ ਗੱਜ ਸਿੰਘਾਸਨ ਛਿਨ ਮਹਿ ਤਿਆਗਤ ਨਾਗ ਸਿਧਾਰੋ ਸੂਰ ਨ ਬੀਰ ਨ ਮੀਰ ਨ ਖਾਨਮ ਸੰਗ ਨ ਕਉ ਦ੍ਰਿਸ਼ਟ ਨਿਹਾਰੋ ਕੋਟ ਨ ਓਟ ਨ ਕੋਸ ਨ ਛੋਟਾ ਕਰਤ ਵਿਕਾਰ ਦਊ ਕਰ ਚਾਰੋ ਮਿੱਤਰ ਨ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਰੋ ਦੀਨ ਦਿਆਲ ਪੁਰਖ ਪ੍ਰਭ ਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀਪਤ ਨਾਥ ਸਰਨ ਨਾਨਕ ਜਨ ਹੈ ਭਗਵੰਤ ਕਿਰਪਾ ਕਰ ਤਾਰੋ ਦੀ ਮਿਹਰ ਨਾਲ ਉਹ ਆਪਣਾ ਆਪ ਸਤਿਗੁਰੂ ਦੀ ਚਰਨੀ ਭੇਟ ਕਰ ਜਾਂਦੇ ਹਨ। ਇੰਜ ਇੱਕ ਸਧਾਰਨ ਜਾਣੇ ਜਾਂਦੇ ਸਾਧ ਦਾ ਭਾਰਤ ਦੀ ਉੱਤਰ ਪੂਰਬੀ ਧਰਤੀ ਤੇ ਅਚਾਨਕ ਪ੍ਰਗਟ ਹੋ ਕੇ ਏਸ਼ੀਆ ਦੀ ਸਭ ਤੋਂ ਤਾਕਤਵਰ ਤਾਕਤ ਨਾਲ ਸਿੱਧਾ ਲੋਹਾ ਲੈਣਾ ਅਚੰਭਿਤ ਕਰ ਦੇਣ ਵਾਲਾ ਕਿਸੇ ਵੀ ਚਮਤਕਾਰੀ ਕਰਾਮਾਤ ਤੋਂ ਘੱਟ ਕੰਮ ਨਹੀਂ ਸੀ। ਇਹ ਸੱਚ ਕਰ ਦਿਖਾਇਆ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ। ਸੈਯਦ ਅਹਿਮਦ ਸ਼ਾਹ ਬਟਾਲੀਏ ਨੇ ਆਪਣੇ ਪੁਰਖਿਆਂ ਦੀ ਲਿਖਤਾਂ ਦੇ ਆਧਾਰ ਤੇ ਤਾਰੀਖੇ ਹਿੰਦ ਬਿਆਨੇ ਅਹਿਵਾਲੇ ਮੁਲਕੇ ਹਿੰਦ ਵ ਮੁਲਕੇ ਆ ਵਿੱਚ ਗੁਰੂ ਸਾਹਿਬ ਅਤੇ ਬਾਬਾ ਬੰਦਾ ਸਿੰਘ ਬਹਾਦਰ ਵਿਚਲੀ ਪਹਿਲੀ ਮੁਲਾਕਾਤ ਦੀ ਬਾਤਚੀਤ ਨੂੰ ਦਰਜ ਕੀਤਾ ਹੈ। ਇਹ ਵਾਰਤਾਲਾਪ ਅਹਿਮਦ ਸ਼ਾਹ ਬਟਾਲੀਏ ਦੀ ਫਾਰਸੀ ਕਿਤਾਬ ਇਬਤਿਦਾਏ ਸਿੰਘਾ ਵ ਮਜ਼ਹਬ ਏਸ਼ਾ ਕਿਤਾਬ ਵਿੱਚ ਹੂਬਹੂ ਇੰਜ ਦਰਜ ਕੀਤਾ ਗਿਆ ਹੈ। ਮਾਧੋ ਦਾਸ ਮਹਾਰਾਜ ਆਪ ਕੌਣ ਹੋ? ਗੁਰੂ ਸਾਹਿਬ ਉਹ ਜਿਸ ਨੂੰ ਤੂੰ ਜਾਣਦਾ ਹੈ। ਮਾਧੋ ਦਾਸ ਮੈਂ ਕੀ ਜਾਣਦਾ ਹਾਂ? ਗੁਰੂ ਸਾਹਿਬ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸੋਚ। ਮਾਧੋ ਦਾਸ ਸੋਚ ਕੇ ਆਪ ਗੁਰੂ ਗੋਬਿੰਦ ਸਿੰਘ ਹੋ? ਗੁਰੂ ਸਾਹਿਬ ਹਾਂ। ਮਾਧੋ ਦਾਸ ਆਪ ਇੱਥੇ ਕਿਸ ਤਰ੍ਹਾਂ ਪਧਾਰੇ ਹੋ? ਗੁਰੂ ਸਾਹਿਬ ਮੈਂ ਇਸ ਲਈ ਆਇਆ ਹਾਂ ਕਿ ਤੈਨੂੰ ਆਪਣਾ ਸਿੰਘ ਸਜਾਵਾਂ। ਮਾਧੋ ਦਾਸ ਮੈਂ ਹਾਜ਼ਰ ਹਾਂ ਹਜ਼ੂਰ, ਮੈਂ ਆਪ ਦਾ ਬੰਦਾ ਗੁਲਾਮ ਹਾਂ। ਅਹਿਮਦ ਸ਼ਾਹ ਦੇ ਸ਼ਬਦਾਂ ਵਿੱਚ ਪਸ ਹਮਾਗਾ ਔਰ ਪਾਹੁਲ ਦਵਾ ਸਿੰਘ ਕਰਦ ਬਾ ਖੁਦ ਵਪਾਰਾ ਆਵਰਦ ਅਰਥਾਤ ਉੱਥੇ ਹੀ ਗੁਰੂ ਜੀ ਉਸ ਨੂੰ ਪਾਹੁਲ ਅੰਮ੍ਰਿਤ ਛਕਾਈ ਅਤੇ ਸਿੰਘ ਸਜਾ ਲਿਆ ਅਤੇ ਆਪਣੇ ਨਾਲ ਆਪਣੇ ਡੇਰੇ ਤੇ ਲੈ ਆਂਦਾ। ਗੁਰੂ ਮਹਾਰਾਜ ਨੇ ਹੀ ਇਸ ਨੂੰ ਬਹਾਦਰ ਦਾ ਖਿਤਾਬ ਦੇ ਕੇ ਆਪਣਾ ਜਰਨੈਲ ਥਾਪਿਆ। ਸੋ ਅੱਜ ਅਸੀਂ ਇਹ ਕਿਤਾਬ ਪੰਨਾ ਨੰਬਰ 154 ਤੱਕ ਹੀ ਪੜ੍ਹਾਂਗੇ। ਬਾਣੀ ਪੜ੍ਹਦਿਆਂ ਮੈਥੋਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਮੈਂ ਆਪਣੇ ਹੱਥ ਜੋੜ ਕੇ ਤੁਹਾਡੇ ਸਾਰਿਆਂ ਤੋਂ ਮਾफ़ੀ ਮੰਗਦੀ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।